ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਹਰਨਾ ਦੁਬਲਾ ਇਹ ਹਰਿ ਆਰਾ ਤਾਲ। ਲਾਖ ਅਹੇਰੀ ਏਕ ਜਿਉ ਚੇਤਾ ਬੰਚੋ ਕਾਲ। ਕਬੀਰ ਹਰਨਾ ਦੁਬਲਾ ਇਹ ਹਰਿ ਆਰਾ ਤਾਲ। ਲਾਖ ਅਹੇਰੀ ਏਕ ਜਿਉ ਕੇਤਾ ਬੰਚੋ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਪ ਗੁਰਸਿੱਖ ਸੰਗਤਾਂ ਨਤਮਸਤਕ ਹੋ ਰਹੇ ਹੋ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰ ਰਹੇ ਹੋ। ਸੁਭਾਗਾ ਸਮਾਂ ਮਿਲਿਆ ਗੁਰੂ ਜੀ ਦੇ ਦਰਸ਼ਨ ਕਰਨ ਦਾ। ਵਾਹਿਗੁਰੂ ਜੀ ਦੀ ਯਾਦ ਵਿੱਚ ਬੈਠਣ ਦਾ। ਸਾਧ ਸੰਗਤ ਜੀ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ। ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠਣ ਦਾ ਸਮਾਂ ਮਿਲਿਆ। ਉਮਰ ਓਹਾ ਵਿੱਚ ਲੇਖੇ ਜੋ ਯਾਦ ਸਾਈਂ ਜੀ ਵਿੱਚ ਗੁਜ਼ਰੇ ਪੈਂਦੀ ਮੁਜਰੇ। ਉਮਰ ਉਹੀ ਲੇਖੇ ਵਿੱਚ ਹੈ ਜਦੋਂ ਸਾਈਂ ਦੀ ਮਾਲਕ ਦੀ ਵਾਹਿਗੁਰੂ ਦੀ ਯਾਦ ਵਿੱਚ ਗੁਜ਼ਰਦੀ ਹੈ। ਇਸ ਕਰਕੇ ਸਾਧ ਸੰਗਤ ਜੀ ਉਹੀ ਉਮਰ ਪ੍ਰਵਾਨ ਹੁੰਦੀ ਹੈ। ਉਮਰ ਓਹਾ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜ਼ਰੇ। ਇਸ ਕਰਕੇ ਗੁਰਮੁਖੋ ਸਵਾਸ ਤੇ ਭਾਵੇਂ ਨਿਕਲੀ ਜਾ ਰਹੇ ਹੈ, ਪਰ ਇਹ ਸਵਾਸਾਂ ਨੂੰ ਰੱਬ ਦੇ ਪਿਆਰੇ ਗੁਰਮੁਖਾਂ ਨੇ ਹੀ ਸਿਮਰ ਕੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਕੇ ਸਫਲ ਕੀਤਾ। ਜਿਸ ਸਤਿਗੁਰਾਂ ਜੀ ਨੂੰ ਸਾਧ ਸੰਗਤ ਜੀ ਬੜੇ ਬੜੇ ਯੋਧੇ ਲੋਕ, ਮਹਾਬਲੀ ਲੋਕ, ਇੰਦਰ ਦੇਵਤੇ ਵਰਗੇ ਸਿੱਧ ਪੁਰਸ਼, ਜਤੀ ਪੁਰਸ਼ ਸਾਧ ਸੰਗਤ ਜੀ ਤਿੰਨ ਲੋਕ ਮਹਾਰਾਜ ਜੀ ਨੂੰ ਚੇਤੇ ਕਰਦੇ, ਯਾਦ ਕਰਦੇ ਨੇ। ਸਾਧ ਸੰਗਤ ਜੀ, ਜਿਸ ਵਾਹਿਗੁਰੂ ਨੂੰ ਪੰਡਤ ਵਿਦਵਾਨ ਲੋਕ, ਭਗਤ ਲੋਕ ਗਾਵਣ ਤੁਧਨੋਂ ਪੰਡਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋਂ ਮੋਹਣੀਆਂ ਮਨ ਮੋਹਣ। ਜਿਹੜੇ ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਨੇ, ਇਸਤਰੀਆਂ ਨੇ, ਉਹ ਸਾਧ ਸੰਗਤ ਜੀ ਦੇਵੀਆਂ ਨੇ। ਉਹ ਵੀ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਦੀਆਂ ਨੇ, ਯਾਦ ਕਰਦੀਆਂ ਨੇ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰ ਪ੍ਰਗਾਸਾ। ਗੁਰਬਾਣੀ ਦੇ ਵਿੱਚ ਬਚਨ ਆਉਂਦਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸਾਧ ਸੰਗਤ ਜੀ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜਿਸ ਵਾਹਿਗੁਰੂ ਨੂੰ ਸਿਮਰਨ ਬਾਰੇ, ਚੇਤੇ ਕਰਨ ਬਾਰੇ ਕਹਿੰਦੇ ਹੋ, ਉਸ ਵਾਹਿਗੁਰੂ ਪਰਮੇਸ਼ਰ ਨੂੰ ਕੌਣ ਕੌਣ ਸਿਮਰ ਰਿਹਾ, ਯਾਦ ਕਰ ਰਿਹਾ, ਉਹਦੀ ਯਾਦ ਵਿੱਚ ਕੌਣ ਕੌਣ ਰਹਿ ਰਿਹਾ। ਮਹਾਰਾਜ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਨੂੰ ਚੇਤੇ ਕਰਕੇ ਕਿਹੜਾ ਭੈ ਮੰਨ ਰਿਹਾ। ਹੁਣ ਯਾਦ ਹੀ ਭੈ ਹੈ ਨਾ। ਕਿਸੇ ਨੂੰ ਚੇਤਾ ਭੁੱਲ ਜਾਵੇ, ਮੰਨ ਲਓ ਵੀ ਬੱਚੇ ਨੂੰ ਮਾਂ ਪਿਓ ਦਾ ਚੇਤਾ ਭੁੱਲ ਗਿਆ ਤੇ ਡਰ ਭੈ ਚੱਕਿਆ ਗਿਆ। ਇੱਕ ਸਿੱਖ ਨੂੰ ਗੁਰੂ ਦਾ ਚੇਤਾ ਭੁੱਲ ਗਿਆ, ਚੇਲੇ ਨੂੰ ਗੁਰੂ ਦਾ ਚੇਤਾ ਭੁੱਲ ਗਿਆ, ਯਾਦ ਭੁੱਲ ਗਈ ਤੇ ਡਰ ਚੱਕਿਆ ਗਿਆ। ਸਾਧ ਸੰਗਤ ਜੀ, ਇੱਕ ਨੌਕਰ ਨੂੰ ਮਾਲਕ ਦਾ ਚੇਤਾ ਭੁੱਲ ਗਿਆ, ਡਰ ਚੱਕ ਹੋ ਗਿਆ, ਤੇ ਉਸੇ ਤਰ੍ਹਾਂ ਹੀ ਜੀਵਾਂ ਨੂੰ ਚੇਤਾ ਭੁੱਲ ਗਿਆ ਵਾਹਿਗੁਰੂ ਦਾ, ਤਾਂ ਹੀ ਤੇ ਡਰਦੇ ਨਹੀਂ। ਪਾਪ ਵੀ ਤਾਂ ਹੀ ਹੁੰਦੇ ਆ ਨਾ, ਜੇ ਉਹ ਯਾਦ ਰਹੇਗਾ ਤੇ ਸਾਧ ਸੰਗਤ ਜੀ ਤੇ ਪਾਪ ਹੀ ਕੋਈ ਨਹੀਂ। ਚੇਤਾ ਭੁੱਲ ਗਿਆ, ਉਹਦੀ ਯਾਦ ਭੁੱਲ ਗਈ। ਯਾਦ ਭੁੱਲਣੇ ਕਰਕੇ, ਵਾਹਿਗੁਰੂ ਦਾ ਚੇਤਾ ਭੁੱਲਣੇ ਕਰਕੇ ਡਰ ਨਹੀਂ ਰਿਹਾ, ਭੈ ਨਹੀਂ ਰਿਹਾ। ਜਿੱਥੇ ਭੈ ਨਹੀਂ ਉੱਥੇ ਪ੍ਰੇਮ ਨਹੀਂ, ਜਿੱਥੇ ਯਾਦ ਨਹੀਂ ਉੱਥੇ ਪ੍ਰੇਮ ਨਹੀਂ। ਪ੍ਰੇਮ ਨਹੀਂ ਹੈ। ਨੌਕਰ ਨੂੰ ਮਾਲਕ ਦਾ ਚੇਤਾ ਭੁੱਲ ਜੇ ਨਾ, ਸਾਧ ਸੰਗਤ ਜੀ, ਪਾਪ ਕਰਦਾ ਹੈ, ਔਗਣ ਕਰ ਬੈਠਦਾ ਹੈ। ਮਾਲਕ ਦਾ ਡਰ ਰਹੇਗਾ ਨੌਕਰ ਨੂੰ, ਪਰਜਾ ਨੂੰ ਰਾਜੇ ਦਾ ਡਰ ਰਹੇਗਾ। ਸਾਧ ਸੰਗਤ ਜੀ, ਕੋਈ ਉਪੱਦਰ ਨਹੀਂ ਕਰੇਗਾ। ਇੱਕ ਪਤਨੀ ਨੂੰ ਆਪਣੇ ਪਤੀ ਦਾ ਡਰ ਰਹਿੰਦਾ ਹੈ। ਗੁਰਮੁਖੋ, ਪਾਪ ਨਹੀਂ ਹੋਣਗੇ, ਔਗਣ ਨਹੀਂ ਹੋਣਗੇ। ਉਹ ਡਰ ਹੀ ਪ੍ਰੇਮ ਬਣ ਜਾਏਗਾ। ਉਹ ਸਾਧ ਸੰਗਤ ਜੀ ਯਾਦ ਹੀ, ਸਾਧ ਸੰਗਤ ਜੀ ਪ੍ਰੇਮ ਬਣ ਜਾਏਗਾ। ਵੇਖੋ, ਵਾਹਿਗੁਰੂ ਚੇਤਾ, ਪਰਮੇਸ਼ਰ ਦਾ ਮਨੋਂ ਚੇਤਾ ਭੁੱਲ ਗਿਆ, ਤਾਂ ਕਰਕੇ ਮਨ ਪਾਪ ਕਰਦਾ, ਡਰਦਾ ਨਹੀਂ ਹੈ। ਨਰ ਅਚੇਤ ਪਾਪ ਤੇ ਡਰ ਰੇ। ਸਾਧ ਸੰਗਤ ਜੀ, ਜਦੋਂ ਮਨੁੱਖ ਦਾ ਮਨ ਸੁਚੇਤ ਰਹਿੰਦਾ, ਉਦੋਂ ਪਾਪ ਨਹੀਂ ਕਰਦਾ। ਜਦੋਂ ਪਾਪਾਂ ਤੋਂ ਡਰ ਆਉਂਦਾ ਹੈ, ਪਤਾ ਹੈ ਕਿ ਫਲ ਭੋਗਣਾ ਹੀ ਪੈਣਾ ਨਾ। ਚਾਹੇ ਉਹ ਬੀਜ ਕਰਮਾਂ ਦਾ ਸੁੱਖ ਬੀਜ ਲਓ, ਚਾਹੇ ਦੁੱਖ ਬੀਜ ਲਓ, ਫਲ ਉਸੇ ਤਰ੍ਹਾਂ ਹੀ ਮਿਲਣਾ ਹੈ। ਸੁੱਖ ਬੀਜੋਗੇ ਸੁੱਖ ਹੀ ਮਿਲੇਗਾ, ਦੁੱਖ ਬੀਜੋਗੇ ਦੁਖੀ ਕਰੋਗੇ, ਦੁਖੀ ਹੋਵੋਗੇ, ਫਲ ਦੁੱਖ ਹੀ ਹੈ। ਤੇ ਸਾਧ ਸੰਗਤ ਜੀ, ਉਹ ਵਾਹਿਗੁਰੂ ਪਰਮੇਸ਼ਰ ਦਾ ਮਨੋਂ ਚੇਤਾ ਭੁੱਲ ਗਿਆ। ਨਰ ਅਚੇਤ ਪਾਪ ਤੇ ਡਰ ਰੇ। ਅਚੇਤ ਹੋਇਆ ਫਿਰਦਾ ਹੈ, ਇਹਦਾ ਮਨ ਅਚੇਤ ਹੋ ਗਿਆ। ਆਚੇਤ, ਚੇਤੇ ਤੋਂ ਰਹਿਤ ਹੋ ਗਿਆ। ਚੇਤੇ ਤੋਂ ਰਹਿਤ ਹੋਣੇ ਕਰਕੇ ਹੁਣ ਪਾਪ ਕਰਦਾ। ਮਹਾਰਾਜ ਕਹਿੰਦੇ, ਹੇ ਅਚੇਤ ਮਨ, ਪਾਪਾਂ ਤੋਂ ਡਰ, ਔਗਣਾਂ ਤੋਂ ਡਰ। ਕਿਉਂ? ਕਰ ਔਗਣ ਪਛੋਤਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਕਰ ਔਗਣ ਪਛੋਤਾਵਣਾ, ਬਚਣੇ ਮਹਾਰਾਜ ਦੇ। ਔਗਣ ਕਰ ਲਏਗਾ, ਪਛਤਾਵਾ ਹੀ ਤੈਨੂੰ ਮਿਲੇਗਾ, ਪਛਤਾਵਾ ਲੱਗੇਗਾ। ਇਸ ਕਰਕੇ ਪਾਪ ਔਗਣਾਂ ਤੋਂ ਨਹੀਂ ਡਰਨਾ, ਵਾਹਿਗੁਰੂ ਤੋਂ ਡਰਨਾ। ਜਿੱਦੇ ਉਹਦਾ ਡਰ ਆ ਗਿਆ, ਔਗਣ ਆਪਦੇ ਆਪ ਹੀ ਨਹੀਂ ਹੋਣੇ। ਜਿੱਦੇ ਵਾਹਿਗੁਰੂ ਦੀ ਯਾਦ ਗਿਆਨ ਅੰਦਰ ਆ ਗਿਆ ਨਾ, ਪਾਪ ਹੀ ਨਹੀਂ ਹੋਣੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ, ਪਰਜਾ ਆਪਣੇ ਰਾਜੇ ਦਾ ਡਰ ਭੁੱਲ ਜਾਏ ਨਾ, ਚੋਰੀਆਂ ਕਰਦੀ ਹੈ, ਠੱਗੀਆਂ ਮਾਰਦੀ ਹੈ। ਇਹ ਡਰ ਸਾਧ ਸੰਗਤ ਜੀ ਵਾਹਿਗੁਰੂ ਨੇ ਕੁਦਰਤੀ ਰੱਖਿਆ ਹੈ। ਬੱਚੇ ਨੂੰ ਮਾਂ ਪਿਓ ਦਾ ਡਰ ਚਾਹੀਦਾ। ਸਾਧ ਸੰਗਤ ਜੀ, ਉਹ ਪੱਧਰ ਨਹੀਂ ਕਰਨਗੇ। ਤੇ ਡਰ ਹੋਵੇਗਾ ਤੇ ਸਾਧ ਸੰਗਤ ਜੀ ਆਗਿਆਕਾਰੀ ਰਹਿਣਗੇ।
ਇੱਕ ਸਿੱਖ ਨੂੰ ਆਪਣੇ ਗੁਰੂ ਦਾ ਡਰ ਹੋਵੇਗਾ, ਮੰਜ਼ਲਾਂ ਮਾਰ ਲਵੇਗਾ, ਸਿੱਖ ਗੁਣਾਂ ਦਾ ਧਾਰਨੀ ਹੋ ਜਾਏਗਾ। ਇੱਕ ਚੇਲਾ ਆਪਣੇ ਗੁਰੂ ਦਾ ਭੈ ਰੱਖੇਗਾ, ਡਰ ਰੱਖੇਗਾ, ਵਿੱਦਿਆ ਪੜ੍ਹ ਲਏਗਾ, ਗੁਰੂ ਦੀਆਂ ਖੁਸ਼ੀਆਂ ਉਹਦੇ 'ਚ ਗੁਣ ਆ ਜਾਣਗੇ, ਨਿਪੁੰਨ ਹੋ ਜਾਏਗਾ। ਸਾਧ ਸੰਗਤ ਜੀ, ਉੱਥੇ ਇੱਕ ਸਾਧ ਸੰਗਤ ਜੀ ਪਤਨੀ ਆਪਣੇ ਪਤੀ ਦਾ ਡਰ ਰੱਖਦੀ ਹੈ, ਔਗਣ ਨਹੀਂ ਕਰਦੀ, ਔਗਣ ਨਹੀਂ ਕਰੇਗੀ, ਪਾਪ ਨਹੀਂ ਕਰੇਗੀ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਆਖਿਆ, ਮਹਾਰਾਜ ਸਿਮਰਨਾ ਵਾਹਿਗੁਰੂ ਨੂੰ ਕਹਿੰਦੇ ਹਾਂ, ਪਰਮੇਸ਼ਰ ਨੂੰ ਸਿਮਰ ਕੇ ਹੀ, ਯਾਦ ਕਰਕੇ ਹੀ। ਸਤਿਗੁਰੂ ਜੀ ਕਹਿੰਦੇ ਨੇ, ਵੱਡੇ ਵੱਡੇ ਸਿਮਰਦੇ ਨੇ, ਚੇਤੇ ਕਰਦੇ ਨੇ, ਉਹਨੂੰ ਚੇਤੇ ਕਰਕੇ ਸਭ ਭੈ ਵਿੱਚ ਰਹਿੰਦੇ ਆ। ਕਹਿੰਦੇ ਜੀ ਕੌਣ? ਮਹਾਰਾਜ ਕਹਿੰਦੇ, ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ। ਇਹ ਧਰਤੀ ਔਰ ਆਕਾਸ਼, ਚੰਦਰਮਾ ਤੇ ਸੂਰਜ ਵਾਹਿਗੁਰੂ ਨੂੰ ਸਿਮਰਦੇ ਨੇ ਤੇ ਭੈ ਵਿੱਚ ਰਹਿੰਦੇ ਨੇ, ਯਾਦ ਵਿੱਚ ਜੁੜੇ ਹੋਏ ਨੇ, ਚੇਤੇ ਕਰਦੇ ਤੇ ਭੈ ਕਰਕੇ ਚੇਤੇ ਕਰਦੇ ਆ। ਇਹ ਵੀ ਬਚਨ ਸਮਝਿਓ ਧਿਆਨ ਨਾਲ। ਸਾਧ ਸੰਗਤ ਜੀ, ਭੈ ਕਰਕੇ ਚੇਤੇ ਕਰਦੇ ਆ। ਕਹਿੰਦੇ, ਪੌਣ ਪਾਣੀ ਬੈ ਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨ, ਸਿਮਰੈ ਖੰਡ ਦੀਪ ਸਭ ਲੋਆ, ਸਿਮਰੈ ਪਾਤਾਲ ਪੁਰੀਆ ਸਚ ਸੋਆ, ਸਿਮਰੈ ਹਕਾਣੀ ਸਿਮਰੈ ਬਾਣੀ, ਸਿਮਰੈ ਸਗਲੇ ਹਰ ਜਨ। ਦੇਖ ਲੋ ਵਾਹਿਗੁਰੂ ਨੂੰ ਕੌਣ ਕੌਣ ਚੇਤੇ ਕਰਦੇ ਆ। ਜੇ ਬਸ ਕੋਈ ਵਾਹਿਗੁਰੂ ਤੋਂ ਦੁਨਿਆਵੀ ਦਾਤਾਂ ਲੈਣ ਪਿੱਛੇ ਚੇਤੇ ਕਰ ਰਿਹਾ, ਕੋਈ ਵਾਹਿਗੁਰੂ ਨੂੰ ਗੁਰਮੁਖੋ ਨਿਰੰਕਾਰ ਨੂੰ ਉਹ ਬ੍ਰਹਮ ਗਿਆਨ ਲੈਣ ਪਿੱਛੇ, ਮੁਕਤੀ ਸੁਖ ਲੈਣ ਪਿੱਛੇ, ਪਰਮ ਆਨੰਦ ਲੈਣ ਪਿੱਛੇ ਯਾਦ ਕਰ ਰਿਹਾ। ਮਹਾਰਾਜ ਕਹਿੰਦੇ ਸਭ ਪਰਮੇਸ਼ਰ ਨੂੰ ਸਿਮਰ ਰਹੇ ਨੇ, ਪਰ ਜਿਹੜਾ ਮਨਮੁਖ ਹੈ ਉਹ ਸਾਧ ਸੰਗਤ ਜੀ ਇਹ ਚੀਜ਼ ਤੋਂ ਨਿਰਲੇਪ ਰਹਿੰਦਾ। ਮਨਮੁਖ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਦੱਸਿਆ, ਸਾਖਤ ਬੰਦਾ ਹੁੰਦਾ ਨਾ ਜਿਹੜਾ, ਉਹ ਗੁਰਮੁਖੋ ਬਾਂਸ ਦੀ ਨਿਆਈ ਹੁੰਦਾ ਆ। ਚੰਦਨ ਦੇ ਕੋਲ ਰਹਿੰਦਾ ਕਿਉਂ ਨਾ ਹੋਵੇ, ਉਹਦੇ ਵਿੱਚੋਂ ਚੰਦਨ ਦੀ ਸੁਗੰਧੀ ਨਹੀਂ ਆਵੇਗੀ। ਪਰ ਮਹਾਰਾਜ ਕਹਿੰਦੇ ਵੇਖੋ, ਉਸ ਅਕਾਲ ਪੁਰਖ ਪਰਮੇਸ਼ਰ ਨੂੰ ਕੌਣ ਕੌਣ ਸਿਮਰਦੇ ਨੇ। ਸਿਮਰੈ ਬ੍ਰਹਮੇ ਵਿਸ਼ਨ ਮਹੇਸ਼ਾ, ਬ੍ਰਹਮੇ ਵਰਗੇ ਵਾਹਿਗੁਰੂ ਦੀ ਤਾਕਤ, ਅਕਾਲ ਪੁਰਖ ਦੀ ਤਾਕਤ ਲੈ ਕੇ ਨਿਰੰਕਾਰ ਤੋਂ ਉਹ ਸਾਧ ਸੰਗਤ ਜੀ ਉਹ ਵਡਿਆਈ ਲੈ ਕੇ, ਮਾਣ ਲੈ ਕੇ ਵੀ ਵਾਹਿਗੁਰੂ ਨੂੰ ਸਿਮਰਦੇ ਨੇ। ਜੇ ਕਿਤੇ ਵਾਹਿਗੁਰੂ ਭੁੱਲ ਗਿਆ ਨਾ ਤੇ ਪਾਪ ਹੋ ਜਾਏਗਾ। ਹੋ ਗਿਆ ਸੀ ਪਾਪ ਬ੍ਰਹਮੇ ਤੋਂ, ਵਿਸ਼ਨੂੰ ਵਰਗੇ, ਮਹੇਸ਼ ਸ਼ਿਵ ਜੀ ਵਰਗੇ, ਪਾਪ ਔਗਣ ਹੋ ਗਿਆ ਸੀ। ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਮਾਇਆ ਦਾ ਪ੍ਰਭਾਵ ਪੈ ਗਿਆ। ਪਰ ਗੁਰੂ ਸਾਹਿਬ ਕਹਿੰਦੇ ਜੇ ਸਿਮਰੈ, ਉਹ ਵੀ ਸਿਮਰਦੇ ਨੇ। ਸਿਮਰੈ ਤੂੰ ਵੀ ਸਿਮਰਿਆ ਕਰ। ਜਿਸ ਵਾਹਿਗੁਰੂ ਨੂੰ ਬ੍ਰਹਮੇ ਵਰਗੇ, ਵਿਸ਼ਨ ਵਰਗੇ, ਮਹੇਸ਼ ਵਰਗੇ ਸਿਮਰਹਿ ਦੇਵਤੇ ਕੋੜ ਤੇ ਤੀਸਾ। ਮਹਾਰਾਜ ਕਹਿੰਦੇ ਨੇ ਸਿਮਰਹਿ ਜਖ ਦੈਤ ਸਭ ਸਿਮਰਹਿ, ਅਗਣਤ ਨਾ ਜਾਈ ਜਸ ਗਨ। ਉਸ ਵਾਹਿਗੁਰੂ ਨੂੰ ਬਹੁਤ ਸਿਮਰ ਰਹੇ ਨੇ, ਚੇਤੇ ਕਰ ਰਹੇ ਨੇ, ਉਹਦੀ ਯਾਦ ਵਿੱਚ, ਉਹਦੇ ਭਾਣੇ 'ਚ, ਉਹਦੇ ਹੁਕਮ 'ਚ ਚੱਲ ਰਹੇ ਨੇ। ਵਾਹਿਗੁਰੂ ਦੇ ਹੁਕਮ 'ਚ ਚੱਲਣਾ ਵੀ ਸਿਮਰਨ ਹੈ, ਵਾਹਿਗੁਰੂ ਦੀ ਆਗਿਆ 'ਚ ਭਾਣਾ ਮੰਨਣਾ ਵੀ ਸਿਮਰਨ ਹੈ। ਸਾਧ ਸੰਗਤ ਜੀ, ਇਸੇ ਕਰਕੇ ਜਿਹੜਾ ਫਿਰ ਸਤ ਸੰਗਤ ਵਿੱਚ ਆ ਕੇ ਪ੍ਰਤੱਖ ਗੁਰੂ ਸਾਹਿਬ ਨੂੰ ਸਿਮਰੇ, ਕਿਉਂਕਿ ਸੰਗਤ ਵਿੱਚ ਸਵੈਗਤ, ਸੰਗਤ ਦਾ ਭਾਵ ਕੀ ਆ? ਸੰਗਤ, ਸਵੈਗਤ, ਜਿੱਥੇ ਬੈਠ ਕੇ ਗਤ ਮੁਕਤੀ ਪ੍ਰਾਪਤ ਹੁੰਦੀ ਉਸ ਨੂੰ ਆਖਿਆ ਸੰਗਤ। ਸੰਗਤ ਭਾਵ ਅਰਥ ਹੈ ਇਹਦਾ, ਸਵੈ ਦਾ ਭਾਵ ਹੁੰਦਾ ਆਪਦੇ ਆਪ ਨੂੰ ਗਤੀ, ਆਪਦੇ ਆਪ ਦੀ ਮੁਕਤੀ ਹੋਣੀ। ਸਾਧ ਸੰਗਤ ਜੀ, ਉਹ ਮੁਕਤੀ ਪਦਾਰਥਾਂ ਤੋਂ ਹੋ ਸਕਦੀ, ਜਿਹੜਾ ਮਨ ਲੱਗਿਆ ਪਦਾਰਥਾਂ ਦੇ ਵਿੱਚ ਵਿਲੀਨ ਹੋਇਆ ਪਿਆ ਹੈ। ਜਿਹੜਾ ਮਨ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਉਸ ਅੱਲਾ ਦੀ ਯਾਦ ਵਿੱਚ ਨਹੀਂ ਬੈਠਦਾ, ਜਿਹੜਾ ਮਨ ਨਿਰੰਕਾਰ ਪਰਮੇਸ਼ਰ ਨੂੰ ਸਿਮਰਦਾ ਨਹੀਂ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਫਿਰ ਸਤ ਸੰਗਤ ਵਿੱਚ ਆਵੇਗਾ, ਜਗਿਆਸੂ ਦੀ ਪਹਿਲਾਂ ਅਵਸਥਾ ਆਵੇਗੀ। ਸਾਧ ਸੰਗਤ ਜੀ, ਜਗਿਆਸੂ ਬਣੇਗਾ, ਆਸਾ ਜਾਗੇਗੀ ਇਹਦੇ ਮਨ 'ਚ।
ਫਿਰ ਸਾਧ ਸੰਗਤ ਜੀ ਹੌਲੀ ਹੌਲੀ ਸਤਸੰਗੀ ਹੋਏ ਜਾਏਗਾ, ਗਿਆਨ ਅੰਦਰ ਆਈ ਜਾਏਗਾ, ਸਾਧ ਸੰਗਤ ਜੀ ਨਾਮ ਆ ਜਾਏਗਾ, ਵਾਹਿਗੁਰੂ ਪਰਮੇਸ਼ਰ ਦੀ ਨਾਮ ਬਾਣੀ ਪੜ੍ਹੇਗਾ, ਜੁੜੇਗਾ, ਤਾਂ ਫਿਰ ਸਵੈ ਗਤ ਪ੍ਰਾਪਤ ਹੋਏਗੀ, ਗਤ ਮੁਕਤੀ ਮਿਲ ਜੂਗੀ ਇਹਨੂੰ। ਸੰਗਤ, ਤਾਂ ਇਸ ਨੂੰ ਸੰਗਤ ਆਖਿਆ ਗੁਰਮੁਖੋ। ਇਉਂ ਸੱਚੇ ਪਾਤਸ਼ਾਹ ਜੀ ਨੇ ਬਚਨ ਆਖੇ ਨੇ। ਆਓ ਮਹਾਰਾਜ ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਕਥਾ ਚੱਲ ਰਹੀ ਹੈ। ਮਹਾਰਾਜ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਦੇ ਨੇ, ਸਮਝਾਉਂਦੇ ਨੇ, ਕਲਯੁਗੀ ਜੀਵਾਂ ਨੂੰ ਉਪਦੇਸ਼ ਬਖਸ਼ਦੇ ਨੇ। ਪੂਰਨ ਮਹਾਤਮਾ ਬ੍ਰਹਮ ਗਿਆਨੀ ਨੇ, ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਤੇ ਆਪ ਵਾਹਿਗੁਰੂ ਸਾਖਸ਼ਾਤ ਅਕਾਲ ਪੁਰਖ ਹੀ ਹੁੰਦਾ ਆ। ਉਸ ਬ੍ਰਹਮ ਗਿਆਨੀ ਦੀ ਬਾਣੀ ਆਪ ਸਰਵਣ ਕਰ ਰਹੇ ਹੋ। ਆਓ ਮਹਾਰਾਜ ਕੀ ਬਚਨ ਉਚਾਰਦੇ ਨੇ, ਬੈਠ ਕੇ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਕਬੀਰ ਹਰਨਾ ਦੁਬਲਾ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਨਾ ਕਿਸੇ ਹਰਿਆਲੀ ਵਾਲੇ ਤਲਾਅ ਤੇ ਉੱਪਰ ਪਹੁੰਚੇ ਐ। ਉੱਥੇ ਇੱਕ ਸੁਕੜਾ ਜਿਹਾ ਕਮਜ਼ੋਰ ਜਿਹਾ ਹਿਰਨ ਤੁਰਿਆ ਫਿਰਦਾ ਸੀ। ਜਦੋਂ ਸਾਧ ਸੰਗਤ ਜੀ ਹਿਰਨ ਤੁਰਿਆ ਫਿਰੇ ਨਾ, ਮਹਾਰਾਜ ਉਸ ਹਿਰਨ ਨੂੰ ਵੇਖ ਕੇ ਇੱਕ ਬਚਨ ਉਚਾਰਨ ਕਰਦੇ ਐ। ਟਹਿਲ ਰਹੇ ਸੀ ਮਹਾਰਾਜ ਭਗਤ ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ। ਸਾਧ ਸੰਗਤ ਜੀ ਟਹਿਲਦਿਆਂ ਹੋਇਆਂ ਉਹ ਇੱਕ ਦਿਨ ਤਲਾਬ 'ਤੇ ਪਹੁੰਚ ਗਏ। ਬਹੁਤ ਉੱਥੇ ਹਰਿਆਲੀ ਹੈ। ਉਹ ਸਾਧ ਸੰਗਤ ਜੀ ਜਦੋਂ ਉੱਥੇ ਹਰਿਆਲੀ ਨੂੰ ਵੇਖ ਕੇ ਮਹਾਰਾਜ ਉੱਧਰ ਚੱਲ ਪਏ। ਹਿਰਨ ਉੱਥੇ ਆਇਆ। ਸਾਧ ਸੰਗਤ ਜੀ ਜਦੋਂ ਹਿਰਨ ਆਇਆ, ਉਹ ਬੜਾ ਕਮਜ਼ੋਰ ਸੀ। ਉਹਦੀ ਹਾਲਤ ਨੂੰ ਵੇਖ ਕੇ ਬਚਨ ਉਚਾਰਦੇ ਨੇ। ਕਬੀਰ ਹਰਨਾ ਦੁਬਲਾ। ਮਹਾਰਾਜ ਕਬੀਰ ਸਾਹਿਬ ਦੱਸਦੇ ਐ ਕਿ ਹੇ ਕਮਜ਼ੋਰ ਹਰਨ, ਹੇ ਦੁਬਲਾ, ਬੜਾ ਸੁੱਕਿਆ ਪਿਆ ਏ ਭਾਈ ਤੂੰ। ਇਹ ਹਰਿਆਰਾ ਤਾਲ। ਇਹ ਤੂੰ ਹਰੇ ਭਰੇ ਤਲਾਅ ਦੇ ਕਿਨਾਰੇ ਨੂੰ ਵੇਖ ਕੇ, ਘਾਹ ਦੇਖ ਕੇ ਤੂੰ ਆ ਗਿਆ। ਲਾਖ ਅਹੇਰੀ ਏਕ ਜੀਓ। ਤੂੰ ਇਹ ਘਾਹ ਤੇ ਹਰਾ ਹਰਾ ਵੇਖ ਕੇ ਆ ਗਿਆ, ਪਰ ਤੇਰੇ ਦੁਆਲੇ ਲੱਖਾਂ ਅਹੇਰੀ ਨੇ। ਅਹੇਰੀ ਭਾਵ ਹੁੰਦਾ ਏ ਸ਼ਿਕਾਰੀ। ਸਾਧ ਸੰਗਤ ਜੀ, ਅਹੇਰੀ ਦਾ ਮਤਲਬ ਹੁੰਦਾ ਸ਼ਿਕਾਰ ਕਰਨ ਵਾਲਾ ਸ਼ਿਕਾਰੀ, ਜਿਹੜਾ ਗੁਰਮੁਖੋ ਜਾਨਵਰਾਂ ਦਾ ਸ਼ਿਕਾਰ ਕਰਦਾ ਆ। ਤੂੰ ਆਪਣੇ ਮਨ ਵਿੱਚ ਲੱਖਣਾ ਨਹੀਂ ਕੀਤਾ, ਜਾਣਨਾ ਨਹੀਂ ਕੀਤਾ ਕਿ ਤੇਰੇ ਕੋਲ ਬੜੀ ਅਹੇਰੀ ਸ਼ਿਕਾਰ ਕਰਨ ਵਾਲੇ ਫਿਰਦੇ ਨੇ। ਏਕ ਜੀਓ, ਤੂੰ ਕੱਲਾ ਹੀ ਐ ਤੁਰਿਆ ਫਿਰਦਾ ਇੱਥੇ। ਚੇਤਾ ਬੰਚੋ ਕਾਲ। ਤੂੰ ਕਿੰਨਾ ਕੁ ਚਿਰ ਕਾਲ ਤੋਂ ਬਚ ਸਕਦਾ ਐ? ਇਉਂ ਕਬੀਰ ਸਾਹਿਬ ਜੀ ਦੱਸਦੇ। ਕਬੀਰ ਹਰਨਾ ਦੁਬਲਾ। ਸਾਧ ਸੰਗਤ ਜੀ, ਮਹਾਰਾਜ ਭਗਤ ਕਬੀਰ ਸਾਹਿਬ ਜੀ ਇੱਥੇ ਹੁਣ ਅੰਤਰੀ ਅਰਥ ਕਰਕੇ ਦੱਸਣਗੇ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਬਚਨ ਉਚਾਰਦੇ ਨੇ। ਕਬੀਰ ਹਰਨਾ ਦੁਬਲਾ। ਮਹਾਰਾਜ ਕਹਿੰਦੇ ਇਹ ਜੀਵ ਰੂਪੀ ਹਿਰਨ ਸਾਧ ਸੰਗਤ ਜੀ ਸ਼ੁਭ ਕਰਮਾਂ ਤੋਂ ਹੀਣਾ ਹੋਣ ਕਰਕੇ ਕਮਜ਼ੋਰ ਹੋ ਗਿਆ। ਧਿਆਨ ਦਿਓ ਇੱਧਰ ਸਾਧ ਸੰਗਤ ਜੀ, ਜਿਸ ਨੂੰ ਭੋਜਨ ਨਾ ਮਿਲੇ, ਤਾਕਤ ਨਾ ਮਿਲੇਗੀ, ਸਰੀਰ ਨੂੰ ਕਮਜ਼ੋਰ ਹੋ ਜਾਏਗਾ, ਦੁਬਲਾ ਹੋ ਜਾਏਗਾ, ਹੱਡ ਨਿਕਲ ਆਉਣਗੇ। ਸਾਧ ਸੰਗਤ ਜੀ ਇਸੇ ਪ੍ਰਕਾਰ ਮਹਾਰਾਜ ਹੁਣ ਦੱਸਦੇ ਐ ਹਿਰਨ ਦੀ ਨਿਆਈ। ਮਹਾਰਾਜ ਉਹਨੂੰ ਹਿਰਨ ਨੂੰ ਵੇਖ ਕੇ ਅੰਤਰੀਵ ਹੁਣ ਇੱਥੇ ਅਰਥ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਜੀਵ ਵੀ ਹਿਰਨ ਦੀ ਨਿਆਈ ਹੈ। ਆਹ ਹਿਰਨ ਦੀ ਨਿਆਈ ਹੈ। ਮਹਾਰਾਜ ਕਹਿੰਦੇ ਭਜਨ ਪਰਮੇਸ਼ਰ ਤੋਂ, ਅਕਾਲ ਪੁਰਖ ਦੇ ਨਾਮ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਸ਼ੁਭ ਕਰਮਾਂ ਤੋਂ ਬਿਨਾਂ ਇਹ ਮਰਦ ਕਹਿੰਦੇ ਸੁਕੜਾ ਹੋ ਗਿਆ। ਇਹਦੇ ਮਨ ਨੂੰ ਖੁਰਾਕ ਨਹੀਂ ਮਿਲੀ ਮਹਾਰਾਜ ਦੇ ਨਾਮ ਦੀ, ਦੁਬਲਾ ਹੋਇਆ ਪਿਆ ਏ, ਕਮਜ਼ੋਰ ਹੋ ਰਿਹਾ। ਸਾਧ ਸੰਗਤ ਜੀ ਜਿਸੇ ਪ੍ਰਕਾਰ ਸਰੀਰ ਦੀ ਖੁਰਾਕ ਤੇ ਭੋਜਨ ਹੈ, ਮਨ ਦੀ ਖੁਰਾਕ ਕਥਾ ਕੀਰਤਨ, ਗੁਰਬਾਣੀ, ਨਾਮ, ਸ਼ੁਭ ਕਰਮ, ਗਿਆਨ,
ਆਤਮਕ ਬ੍ਰਹਮ ਗਿਆਨ ਇਹ ਖੁਰਾਕ ਹੈ ਸਾਧ ਸੰਗਤ ਜੀ, ਮਨ ਦੀ ਆਤਮਾ ਦੀ ਖੁਰਾਕ ਹੈ। ਇਸੇ ਪ੍ਰਕਾਰ ਜੀਵ ਰੂਪੀ ਹਿਰਨ ਭਾਈ ਦੁਬਲਾ ਹੋ ਰਿਹਾ ਸ਼ੁਭ ਕਰਮਾਂ ਤੋਂ ਹੀਣਾ ਹੋਣ ਕਰਕੇ। ਇਹ ਹਰਿਆਰਾ ਤਾਲ ਪਰ ਸੰਸਾਰ ਰੂਪੀ ਤਲਾਅ ਤੇ ਆ ਗਿਆ। ਮਹਾਰਾਜ ਕਹਿੰਦੇ ਜਦੋਂ ਸੰਸਾਰ ਰੂਪੀ ਤਲਾਅ ਤੇ ਕਿਨਾਰੇ ਤੇ ਆਇਆ, ਇਹਨੇ ਵਿਸ਼ਿਆਂ ਰੂਪੀ ਘਾਹ ਵੇਖਿਆ। ਜਿਵੇਂ ਉਹ ਹਿਰਨ ਨੇ ਘਾਹ ਵੇਖ ਕੇ ਗੇੜਾ ਦੇਣ ਆ ਗਿਆ ਨਾ ਉੱਥੇ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਇਹ ਜੀਵ ਰੂਪੀ ਹਿਰਨ ਸੰਸਾਰ ਤੇ ਆਇਆ ਹੋਇਆ ਏ, ਪਰ ਵਿਸ਼ਾ ਰੂਪੀ ਘਾਹ ਨੂੰ ਹੀ ਖਾ ਰਿਹਾ। ਜਿਹੜੇ ਸਾਧ ਸੰਗਤ ਜੀ ਵਿਸ਼ੇ ਵਿਕਾਰ ਇਹਨੂੰ ਹਰੇ ਭਰੇ ਲੱਗਦੇ ਐ। ਕਹਿੰਦਾ ਬਹੁਤ ਸਵਾਦ ਆਉਂਦਾ ਵਿਸ਼ੇ ਭੋਗ ਕੇ, ਪਦਾਰਥ ਛਕ ਕੇ, ਨਿੰਦਿਆ ਕਰਕੇ, ਨਿੰਦਿਆ ਸੁਣ ਕੇ, ਜੂਆ ਖੇਡ ਕੇ, ਚੋਰੀ ਕਰਕੇ, ਸਾਧ ਸੰਗਤ ਜੀ ਸ਼ਰਾਬਾਂ ਪੀ ਕੇ, ਮੱਛੀ ਮਾਸ ਖਾ ਕੇ, ਇਉਂ ਇਸਤਰੀਆਂ ਭੋਗ ਭੋਗ ਕੇ ਜਾਂ ਪੁਰਸ਼ ਭੋਗ ਭੋਗ ਕੇ ਕਹਿੰਦਾ। ਤੇ ਇਹ ਕਹਿੰਦਾ ਕਿ ਬਹੁਤ ਵਿਸ਼ਿਆਂ 'ਚੋਂ ਆਨੰਦ ਆਇਆ। ਇਹ ਕਹਿੰਦੇ ਮਹਾਰਾਜ ਦੱਸਦੇ ਐ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਿਸ਼ਿਆ ਰੂਪੀ ਘਾਹ ਖਾ ਰਿਹਾ। ਇਹ ਜਿਹੜੇ ਵਿਕਾਰ ਹੈ ਸਾਧ ਸੰਗਤ ਜੀ, ਇਹ ਜੀਵ ਰੂਪੀ ਹਿਰਨ ਖਾ ਰਿਹਾ। ਲੱਖ ਅਹੇਰੀ ਏਕ ਜਿਉ ਇਹਨੇ ਆਪਣੇ ਮਨ ਵਿੱਚ ਲਖਣਾ ਨਹੀਂ ਕੀਤਾ ਕਿ ਤੂੰ ਇਹ ਜਿਹੜੇ ਵਿਸ਼ੇ ਭੋਗ ਰਿਹਾ ਏ। ਮਹਾਰਾਜ ਕਹਿੰਦੇ ਲੱਖ ਅਹੇਰੀ ਏਕ ਜੀਉ, ਹੇ ਜੀਵ ਤੂੰ ਕੱਲਾ ਹੀ ਹੈ ਇੱਥੇ, ਲੱਖਾਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਇਹ ਸ਼ਿਕਾਰ ਕਰਨ ਨੂੰ ਫਿਰਦੇ ਐ। ਪਾਪੀ ਸ਼ਿਕਾਰ ਕਰਨ ਨੂੰ ਫਿਰਦੇ ਐ, ਪਾਪ ਸ਼ਿਕਾਰੀ ਦੀ ਨਿਆਈ ਹੈ। ਸਾਧ ਸੰਗਤ ਜੀ ਜਿਹੜੇ ਪਾਪ ਹੈ ਨਾ ਸ਼ਿਕਾਰੀ ਦੀ ਨਿਆਈ ਹੈ। ਇਹ ਸ਼ਿਕਾਰ ਕਰਦੇ ਆ ਕਿ ਕਿਹਦੇ ਮਨ ਨੂੰ ਲੱਗ ਜਾਈਏ। ਜਿਨ੍ਹਾਂ ਦੇ ਮਨ ਅੰਦਰ ਨਾਮ ਦੀ ਰੌਸ਼ਨੀ ਹੈ, ਨਾਮ ਦਾ ਪ੍ਰਤਾਪ ਹੈ, ਗੁਰਮੁਖੋ ਉਹਨੂੰ ਜ਼ਹਿਰ ਕਿਉਂ ਚੜ੍ਹੇਗੀ ਜਿਹਦੇ ਤੇ ਸਾਧ ਸੰਗਤ ਜੀ ਜਿਹਨੇ ਉਹ ਗੁਰੜ ਮੰਤਰ ਦਾ ਜਿਹਨਾਂ ਜਾਪ ਕੀਤਾ ਹੋਇਆ, ਕਿਉਂਕਿ ਉਹਨੂੰ ਸੱਪ ਦੀ ਜ਼ਹਿਰ ਨਹੀਂ ਚੜ੍ਹਦੀ। ਵਿਦਵਾਨ ਮੰਨਦੇ ਐ ਜਿਹੜਾ ਗੁਰੜ ਮੰਤਰ ਸਾਧ ਸੰਗਤ ਜੀ ਚੇਤੇ ਕਰ ਲੈ ਨਾ, ਜਾਪ ਕਰੇ ਉਹਦਾ, ਉਹਨੂੰ ਭਾਵੇਂ ਸੱਪ ਕੱਟ ਦੇਣ ਜ਼ਹਿਰ ਨਹੀਂ ਚੜ੍ਹੇਗੀ, ਕਿਉਂਕਿ ਸੱਪ ਨੂੰ ਵਸ ਕਰਨ ਦਾ ਮੰਤਰ ਗੁਰੜ ਮੰਤਰ ਹੈ। ਇਸ ਕਰਕੇ ਜ਼ਹਿਰ ਨਹੀਂ ਚੜ੍ਹਦੀ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਗੁਰਬਾਣੀ 'ਚ, ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਗੁਰੜ ਮੰਤਰ ਚੇਤੇ ਕੀਤਾ ਏ, ਉਹਨੂੰ ਵਿਸ਼ਿਆਂ ਦੀ ਜ਼ਹਿਰ ਨਹੀਂ ਜੇ ਚੜ੍ਹਦੀ। ਮਹਾਰਾਜ ਕਹਿੰਦੇ ਪਦਾਰਥਾਂ ਦੀ ਜ਼ਹਿਰ ਨਹੀਂ ਚੜ੍ਹਦੀ। ਇਸੇ ਕਰਕੇ ਲੱਖ ਅਹੇਰੀ ਏਕ ਜੀਉ, ਜੀਵ ਤਾਂ ਇਕੱਲਾ ਹੀ ਹੈ। ਮਹਾਰਾਜ ਕਹਿੰਦੇ ਭਾਈ ਤੇ ਔਰ ਇਹ ਲੱਖਾਂ ਨੇ ਸ਼ਿਕਾਰ ਕਰਨ ਵਾਲੇ। ਲੱਖ ਅਹੇਰੀ ਏਕ ਜਿਉ ਦੂਜਾ ਅਰਥ ਕਰਕੇ ਦੱਸਦੇ ਆ। ਮਹਾਰਾਜ ਕਹਿੰਦੇ ਭਾਈ ਲੱਖ ਅਹੇਰੀ ਏਕ ਜੀਉ, ਹੇ ਜੀਵ ਤੂੰ ਕੱਲਾ ਹੀ ਏ। ਤੂੰ ਆਪਣੇ ਮਨ ਵਿੱਚ ਲਖਣਾ ਨਹੀਂ ਕੀਤਾ ਕਿ ਉਹ ਕਾਲ ਉਹ ਮੌਤ ਅਹੇਰੀ ਸ਼ਿਕਾਰੀ ਦੀ ਨਿਆਈ ਮੇਰੇ ਨਾਲ ਨਾਲ ਫਿਰਦੀ ਹੈ। ਗੁਰਮੁਖੋ ਤੈਨ ਅੱਗ ਲੜਾਏ ਮੈਂ ਰਹਿਣ ਨਾ ਜਾਏ। ਕੋਈ ਸਾਜਨ ਆਏ ਕਹੈ ਮਿਲ ਮੇਰੇ ਬੀਠਲਾ ਮੈਂ ਬਾਹੜੀ ਬੁਲਾਈ। ਸਾਧ ਸੰਗਤ ਜੀ ਭਗਤ ਬੇਣੀ ਜੀ ਦਾ ਬਚਨ ਆਉਂਦਾ ਆ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਐਸਾ ਤਹਿ ਕਰ ਦਲ ਮਹਾਬਲੀ ਤਨ ਅੱਗ ਲੜਾਏ ਮੈਂ ਰਹਿਣ ਨਾ ਜਾਏ। ਜਿਹੜੇ ਜਮਦੂਤ ਨੇ ਬੜੇ ਮਹਾਬਲੀ, ਉਹਨਾਂ ਦੇ ਅੱਗੇ ਕੌਣ ਟਿਕ ਸਕਦਾ ਆ। ਪਰ ਇਹ ਜੀਵ ਰੂਪੀ ਹਿਰਨੇ ਸਾਧ ਸੰਗਤ ਜੀ ਸੰਸਾਰ ਦੇ ਆ ਕੇ ਵਿਸ਼ਾ ਰੂਪੀ ਘਾਹ ਖਾ ਰਿਹਾ, ਵਿਸ਼ੇ ਭੋਗ ਰਿਹਾ। ਇਹਨੇ ਆਪਣੇ ਮਨ ਵਿੱਚ ਲਖਣਾ ਨਹੀਂ ਕੀਤਾ ਉਹ ਕਾਲ ਉਹ ਮੌਤ ਅਹੇਰੀ ਸ਼ਿਕਾਰੀ ਬਣ ਕੇ ਮੇਰੇ ਨਾਲ ਨਾਲ ਫਿਰਦੀ ਹੈ। ਜਿਵੇਂ ਜਾਨਵਰਾਂ ਦਾ ਸ਼ਿਕਾਰ ਕਰਨ ਲਈ ਜਿਹੜੇ ਸ਼ਿਕਾਰੀ ਘਾਤ ਲਾ ਕੇ ਬਹਿੰਦੇ ਐ, ਐਵੇਂ ਮੌਤ ਘਾਤ ਲਾਈ ਬੈਠੀ ਹੈ, ਯਾਦ ਨਹੀਂ ਕਰਦਾ। ਕੀਤਾ ਬੰਚੋ ਕਾਲ ਹਾਂ ਤੂੰ ਕਾਲ ਤੋਂ ਕਿੰਨਾ ਕੁ ਚਿਰ ਬਚ ਜਾਏਗਾ। ਮਹਾਰਾਜ ਕਹਿੰਦੇ ਇੱਕ ਦਿਨ ਕਾਲ ਨੇ ਆਉਣਾ ਹੀ ਆਉਣਾ ਹੈ। ਗੁਰਮੁਖੋ ਬੀਤ ਜਹੈ ਜਨਮ ਆਕਾਜ ਰੇ। ਮੇਰੇ ਸਵਾਮੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗੁਰੂਦੇਵ ਪਿਤਾ ਕਹਿੰਦੇ ਬੀਤ ਜਹੈ ਜਨਮ ਆਕਾਜ ਰੇ। ਨਿਸ ਦਿਨ ਸੁਨ ਕੇ ਪੁਰਾਨ ਸਮਝਤ ਨਹਿ ਰੇ ਅਜਾਨ। ਕਾਲ ਤੋਂ ਪਹੁੰਚਿਓ ਆਨ ਕਹਾਂ ਜਹੈ ਭਾਜ ਰੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੈ ਜਾਵੰਤੀ ਰਾਗ ਵਿੱਚ ਸਵਾਮੀ ਜੀ ਬਚਨ ਉਚਾਰਦੇ ਐ।
ਗੁਰੂਦੇਵ ਪਿਤਾ ਕਹਿੰਦੇ, ਮਹਾਰਾਜ ਕਹਿੰਦੇ ਤੇਰਾ ਜਨਮ ਬੀਤਦਾ ਹੀ ਜਾ ਰਿਹਾ, ਬੀਤਦਾ ਹੀ ਜਾ ਰਿਹਾ। ਜਨਮ ਅਕਾਜ ਰੇ ਪਰ ਕਿਸੇ ਕਾਜ ਨਹੀਂ ਆਇਆ। ਇਹ ਗੁਰਮੁਖੋ ਅਕਾਜ ਕਿਸੇ ਅਰਥ ਨਹੀਂ ਪਿਆ। ਦਇਆ ਇਹ ਭਜਨ ਸਿਮਰਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਸਿਮਰਨ ਭਜਨ ਦਇਆ ਨਹੀਂ ਕੀਨੀ। ਭਜਨ ਹੀ ਨਹੀਂ ਕੀਤਾ ਨਾ ਸਿਮਰਨ ਕੀਤਾ ਏ, ਨਾ ਦਇਆ ਰੱਖੀਏ ਕੋਈ ਸਾਧ ਸੰਗਤ ਜੀ। ਇਸ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਨਮ ਤੇਰਾ ਅਕਾਜ, ਕਾਜ ਤੋਂ ਰਹਿਤ, ਕਾਰਜ ਤੋਂ ਰਹਿਤ। ਅੱਛਾ ਕਿਹੜਾ ਕਾਰਜ ਕਰਨ ਵਾਸਤੇ? ਮਨ ਗੁਰ ਮਿਲ ਕਾਜ ਸਵਾਰੇ। ਕਿਹੜਾ ਕਾਰਜ ਕਰਨਾ ਆ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਵਾਹਿਗੁਰੂ ਜੀ ਨੂੰ, ਪਰਮੇਸ਼ਰ ਜੀ ਨੂੰ ਯਾਦ ਕਰਨਾ ਭਾਈ, ਇਹੀ ਅਸਲ ਕਾਰਜ ਹੈ। ਹੋਰ ਕਾਰਜ ਭਾਵੇਂ ਤੂੰ ਕਰਦਾ ਉਹਦਾ ਲੇਖਾ ਨਹੀਂ। ਸਾਧ ਸੰਗਤ ਜੀ ਉਹ ਲੇਖੇ 'ਚ ਨਹੀਂ ਬੈ ਸਕਦਾ। ਇਸ ਕਰਕੇ ਦੁਨੀਆ ਤੇ ਕਿਰਤ ਕਰਦੇ ਹੋਏ ਆਰਥਿਕ ਤੌਰ ਤੇ ਅਮੀਰ ਹੋ ਸਕਦੇ ਆ, ਪਰ ਗੁਰਮੁਖੋ ਆਤਮਿਕ ਤੌਰ ਤੇ ਗਰੀਬ ਹੀ ਆ। ਉਹ ਤੇ ਵਾਹਿਗੁਰੂ ਦਾ ਭਜਨ ਕਰਕੇ ਹੀ ਹੋਇਆ ਜਾਏਗਾ। ਹਮ ਧਨਵੰਤ ਭਾਗਟ ਸੱਚ ਨਾਏ, ਜਿਨ੍ਹਾਂ ਨੇ ਸੱਚੇ ਨਾਮ ਨੂੰ ਕਿਹਾ ਉਹ ਧਨਵਾਨ ਨੇ, ਉਹ ਭਾਗਟ ਅਮੀਰ ਨੇ। ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਜਨਮ ਤੇਰਾ ਅਕਾਜ ਹੀ ਹੈ, ਕਿਸੇ ਅਰਥ ਨਹੀਂ ਆਇਆ। ਇਸੇ ਕਰਕੇ ਭਾਈ ਮਾਨਕ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜਸੀ ਗਾਰ ਬਹੁ ਕਰਤਾ, ਜੋ ਮਿਰਤਕ ਓਢਾਇਆ। ਧਾਏ ਧਾਏ ਕਿਰਪਨ ਸ਼ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਪਰ ਉਸ ਮਾਇਆ ਨਾਲ ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਧਾਏ ਧਾਏ ਭੱਜ ਦੌੜ ਕਰਕੇ ਸਾਧ ਸੰਗਤ ਜੀ ਦੇਖਦੇ ਹੀ ਹੈ ਨਾ ਆਪਾਂ, 15-15 ਘੰਟੇ ਕੰਮ ਕੀਤਾ ਜਾਂਦਾ ਬਾਹਰ। ਇੱਥੇ ਵੀ ਦੇਖੋ ਕਮਾਈਆਂ ਨੇ, ਪਰ ਦੇਖੋ ਮਾਇਆ ਤੇ ਇਕੱਠੀ ਕਰ ਲਈ। ਧਾਏ ਧਾਏ ਕਿਰਪਨ ਸ਼ਰਮ ਕੀਨੋ, ਕਿਰਪਨ ਸੂਮ ਬਿਰਤੀ ਧਾਰਨ ਕਰਕੇ। ਮਹਾਰਾਜ ਕਹਿੰਦੇ ਭੱਜ ਦੌੜ ਕੇ ਮਾਇਆ ਇਕੱਠੀ ਕੀਤੀ, ਫਿਰ ਸੂਮ ਪੁਣਾ ਧਾਰਿਆ। ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਜੇ ਉਸ ਮਾਇਆ ਨਾਲ ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤੇ, ਸਾਧ ਸੰਗਤ ਜੀ ਸੰਤਾਂ ਦੀ ਸੇਵਾ ਨਹੀਂ ਕੀਤੀ, ਮਾਇਆ ਤਾਂ ਸਫਲੀ ਹੈ ਜੇ ਗੁਰਸਿੱਖਾਂ ਗੁਰਮੁਖਾਂ ਦੇ ਕੋਲ ਆਉਣ। ਪਰ ਹਾਂ ਪਖੰਡੀਆਂ ਦੇ ਕੋਲ ਨਾ ਆਵੇ, ਯਾਦ ਰੱਖਿਓ। ਜਿਹੜੇ ਸਾਧ ਸੰਗਤ ਜੀ ਪਖੰਡੀ ਹੈ, ਜਿਹੜੇ ਗੁਰਮਤ ਦਾ ਕਾਰਜ ਕਰਦੇ ਹੈ, ਗੁਰਸਿੱਖੀ ਦਾ ਪ੍ਰਚਾਰ ਕਰਦੇ ਹੈ, ਸਾਧ ਸੰਗਤ ਜੀ ਇਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੈ, ਗੁਰਬਾਣੀ ਸੰਥਿਆ ਕਰਵਾਉਂਦੇ ਹੈ, ਧਰਮ ਦੇ ਕਾਰਜ ਕਰਦੇ ਨੇ, ਉੱਥੇ ਮਾਇਆ ਖੁੱਲ੍ਹ ਕੇ ਦਿਓ। ਪਖੰਡੀਆਂ ਨੂੰ ਕਦੇ ਮਾਇਆ ਨਹੀਂ ਦੇਣੀ, ਉਹ ਆਪਣੇ ਸੁਖ ਸਾਧਨਾਂ 'ਚ ਹੀ ਲੱਗੇ ਹੋਏ ਨੇ। ਇਸੇ ਕਰਕੇ ਉਹ ਫਿਰ ਇਹ ਮਾਇਆ ਦੀ ਦੁਰਵਰਤੋਂ ਕਰਦੇ, ਵਿਸ਼ੇ ਭੋਗਦੇ ਹੈ। ਮਹਾਰਾਜ ਕਹਿੰਦੇ ਦਾਨ ਪੁੰਨ ਨਹੀਂ ਸੰਤਨ ਸੇਵਾ, ਸੰਤਨ ਨਾਮ ਸਤਿਗੁਰੂ ਦਾ ਵੀ ਹੈ, ਕਿਤ ਹੀ ਕਾਜ ਨਾ ਆਇਆ। ਮਹਾਰਾਜ ਕਹਿੰਦੇ ਉਹ ਕਿਸੇ ਅਰਥ ਨਹੀਂ ਪਊਗੀ ਮਾਇਆ। ਦੁਨਿਆਵੀ ਤੌਰ ਤੇ ਅਮੀਰ ਹੋ ਜਾਾਂਗੇ ਕਮਾਈ ਕਰਕੇ, ਪਰ ਆਤਮਿਕ ਤੌਰ ਤੇ ਬੜੇ ਗਰੀਬ ਹਾਂ। ਕੋਈ ਗਿਆਨ ਨਹੀਂ ਹੈ, ਕੋਈ ਸਮਝ ਨਹੀਂ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਤੇਰਾ ਜਨਮ ਅਕਾਜ ਵਿਅਰਥੀ ਜਾ ਰਿਹਾ। ਨਿਸ ਦਿਨ ਸੁਣ ਕੇ ਪੁਰਾਣ, ਦਿਨੇ ਰਾਤ ਭਾਵੇਂ ਪੁਰਾਣਾਂ ਦੀ ਕਥਾ ਸੁਣਦਾ ਏ। ਸੱਚੇ ਪਾਤਸ਼ਾਹ ਕਹਿੰਦੇ ਨੇ ਸਮਝਤ ਨਹਿ ਰੇ ਅਜਾਨ, ਫਿਰ ਵੀ ਨਹੀਂ ਯਾਦ ਕਰਦਾ ਪਰਮੇਸ਼ਰ ਨੂੰ। ਅਜਾਨ ਹੋਇਆ ਫਿਰਦਾ ਏ, ਅਣਜਾਣ ਬਣੀ ਫਿਰਦਾ ਏ, ਫਿਰ ਵੀ ਨਹੀਂ ਸਮਝਦਾ। ਕੀ ਨਹੀਂ ਸਮਝਦਾ? ਕਾਲ ਤੋਂ ਪਹੁੰਚਿਓ ਆਨ, ਕਹਾਂ ਜਹੇ ਭਾਜ ਰੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਹਜੂਰ ਕਹਿੰਦੇ ਕਾਲ ਤੇਰੇ ਨੇੜੇ ਆਏ, ਕਿੱਥੇ ਭੱਜ ਕੇ ਜਾਏਗਾ। ਕੇਤਾ ਬੰਚੋ ਕਾਲ, ਭਗਤ ਕਬੀਰ ਜੀ ਬਚਨ ਉਚਾਰਦੇ ਹਨ। ਕੇਤਾ ਬੰਚੋ ਕਾਲ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿੰਨਾ ਕੁ ਚਿਰ ਤੂੰ ਬਚ ਜੀਂਗਾ। ਉਹੀ ਗੱਲ ਗੁਰੂਦੇਵ ਸਤਿਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਕਹਿੰਦੇ ਕਿੱਥੇ ਭੱਜ ਕੇ ਜਾਏਗਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕੇਤਾ ਬੰਚੋ ਕਾਲ, ਬਚ ਨਹੀਂ ਸਕਦਾ ਮੌਤ ਤੋਂ। ਮੌਤ ਤੋਂ ਬੜੇ ਬੜੇ ਨਹੀਂ ਬਚ ਸਕੇ। ਭੀਮ ਸੈਨ ਜੈਸੇ ਬਲੀ, ਬਲਕਾਰ ਕਾਂਪ ਗਏ। ਧਿਆਨ ਦਿਓ, ਦੇਖੋ ਸਾਧ ਸੰਗਤ ਜੀ, ਭੀਮ ਸੈਨ ਜੈਸੇ ਬਲੀ। ਭੀਮ ਬੜਾ ਸਾਧ ਸੰਗਤ ਜੀ ਉਹ ਬਲੀ ਸੀ, ਬੜੀ ਤਾਕਤ ਸੀ ਉਹਦੇ 'ਚ, ਮੰਨਿਆ ਗਿਆ, ਮੰਨਿਆ। ਬਲੀ ਬਲਕਾਰ
ਭਾਰੀ ਭੁਜਾਨ ਕੇ ਭੂਪ ਭਰੀ ਵਿਦ ਨਿਆਵਤ, ਭਾਰੀਆਂ ਬਾਹਾਂ ਵਾਲੇ ਬੜੇ ਪ੍ਰਤਾਪੀ ਕਾਂਪ ਗਏ, ਮੌਤ ਤੋਂ ਕੰਬ ਗਏ। ਸ਼ੁੱਧ ਬੁੱਧ ਗਈ ਦੇਖ ਕਾਲ ਬਿਕਰਾਲ ਕੋ। ਦੇਖੋ ਬੜਾ ਸੁੰਦਰ ਇਹ ਸਾਧ ਸੰਗਤ ਜੀ ਸਵਈਆ ਹੈ। ਤੇ ਹੁਣ ਦੇਖੋ ਖੁੱਲ੍ਹ ਕੇ ਵਿਚਾਰ ਮਹਾਰਾਜ ਦੀ ਬਾਣੀ ਦੀ ਹੋ ਰਹੀ ਹੈ, ਭਾਵੇਂ ਇੱਕ ਸ਼ਲੋਕਾਂ ਦੀ ਹੋਵੇ, ਪਰ ਧਿਆਨ ਦੇ ਕੇ ਕਥਾ ਸੁਣੋ ਮਹਾਰਾਜ ਦੀ। ਕਹਿੰਦੇ ਸੁੱਧ ਬੁੱਧ ਗਈ ਦੇਖ ਕਾਲ ਬਿਕਰਾਲ ਕੋ। ਸੁੱਧ ਬੁੱਧ ਭੁੱਲ ਗਈ ਜਦੋਂ ਕਾਲ ਵੇਖਿਆ। ਅਜਾਮਲ ਨੇ ਕਾਲ ਵੇਖਿਆ ਸੀ ਨਾ ਮੌਤ, ਤਾਂ ਹੀ ਤੇ ਉਹਨੂੰ ਪੁੱਤ ਚੇਤੇ ਆ ਗਿਆ, ਨਾਰਾਇਣ ਕਹਿ ਦਿੱਤਾ। ਉਹ ਤੇ ਨਾਰਾਇਣ ਕਹਿ ਕੇ ਉਹਦਾ ਪਾਰ ਉਤਾਰਾ ਹੋ ਗਿਆ। ਉਸ ਨੂੰ ਮਹਾਤਮਾ ਨੇ ਆਖਿਆ ਸੀ। ਕੋਈ ਮਹਾਤਮਾ ਸੀ ਜਪੀ ਤਪੀ, ਅੱਜ ਵਾਲੇ ਨਹੀਂ ਸੀ ਸਾਧ ਸੰਗਤ ਜੀ। ਜਪੀ ਤਪੀ ਸੀ ਕੋਈ ਮਹਾਤਮਾ, ਪੂਰਾ ਅੰਦਰੋਂ ਜੁੜਿਆ ਹੋਇਆ ਨਿਰੰਕਾਰ ਨਾਲ ਲਿਵ ਲੱਗੀ ਹੋਈ ਬ੍ਰਹਮ ਗਿਆਨੀ ਮਹਾਤਮਾ। ਆਖਿਆ ਅਜਾਮਲ ਇਹਦਾ ਨਾਮ ਨਾਰਾਇਣ ਰੱਖ ਦੇ। ਰੱਖਦਾ, ਡਰਿਆ, ਮੌਤ ਆਉਂਦੀ ਇੱਕ ਦਿਨ। ਡਰਦੇ ਐ ਸਾਰੇ, ਡਰਦੇ ਐ ਸਾਰੇ ਸਾਧ ਸੰਗਤ ਜੀ। ਕੌਣ ਨਹੀਂ ਡਰਦਾ ਮੌਤ ਤੋਂ? ਕਬੀਰ ਜਮ ਕਾ ਠੇਗਾ ਬਰਾ ਹੈ, ਉਹ ਨਹੀਂ ਸਹਿਆ ਜਾ। ਇਸੇ ਸ਼ਲੋਕਾਂ 'ਚ ਹੀ ਬਚਨ ਆਵੇਗਾ ਅੱਗੇ। ਮਹਾਰਾਜ ਕਹਿੰਦੇ ਨੇ ਮੌਤ ਤੋਂ ਕੌਣ ਨਹੀਂ ਡਰਦਾ? ਜਦੋਂ ਖੜਦੀ ਹੈ ਨਾ ਸਾਹਮਣੇ ਮੌਤ, ਡਰ ਹੁੰਦਾ ਹੈ ਉਦੋਂ। ਆਖਣ ਲੱਗੇ ਨੇ ਮਹਾਰਾਜ, ਡਰ ਕਰਕੇ ਪੁੱਤ ਦਾ ਨਾਮ ਨਾਰਾਇਣ ਸੀ। ਪੁੱਤਰ ਦਾ ਹੇਤ ਦਾ ਮਾਰਿਆ ਹੋਇਆ, ਮੋਹ ਦਾ ਮਾਰਿਆ ਹੋਇਆ, ਕਿਤੇ ਨਾਰਾਇਣ ਕਹਿ ਦਿੱਤਾ। ਉਹ ਨਾਰਾਇਣ ਅਕਾਲ ਪੁਰਖ ਦਾ ਵੀ ਨਾਮ ਹੈ। ਅਪਾਰ ਹੋ ਗਿਆ, ਬੈਕੁੰਠ ਧਾਮ ਨੂੰ ਗਿਆ। ਮਹਾਰਾਜ ਕਹਿੰਦੇ ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰੈ ਪਾਰਾ। ਤੇ ਮਹਾਰਾਜ ਭਗਤ ਰਵਿਦਾਸ ਜੀ ਦਾ ਬਚਨ ਵੀ ਆਉਂਦਾ ਹੈ, ਐਸੇ ਦੁਰਮਤ ਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਬ੍ਰਹਮ ਗਿਆਨੀ ਮਹਾਰਾਜ ਭਗਤ ਰਵਿਦਾਸ ਕਹਿੰਦੇ ਐਸੇ ਦੁਰਮਤ ਖੋਟੇ ਪੁਰਸ਼ ਤਰ ਗਏ, ਤੂੰ ਕਿਉਂ ਨਾ ਤਰੇਂਗਾ ਜੇ ਤੂੰ ਵਾਹਿਗੁਰੂ ਨੂੰ ਚੇਤੇ ਕਰੇ। ਕਹਿੰਦੇ ਸ਼ੁੱਧ ਬੁੱਧ ਗਈ ਦੇਖ ਕਾਲ ਬੇਕਰਾਲ ਕੋ। ਨਾਦਰ ਸਿਕੰਦਰ ਔਰ ਦਾਰਾ ਅਕਬਰ ਸ਼ਾਹੀ। ਨਾਦਰ ਸ਼ਾਹ ਵਰਗੇ ਜਿਨ੍ਹਾਂ ਨੇ ਗੁਰਮੁਖੋ ਬੜਾ ਉਪੱਦਰ ਕੀਤਾ, ਲੋਕਾਂ ਦੇ ਨੱਕ ਵਿੱਚ ਦਮ ਕਰੀ ਰੱਖਿਆ। ਸਿਕੰਦਰ ਵਰਗੇ ਸਾਧ ਸੰਗਤ ਜੀ ਬੜੇ ਪ੍ਰਤਾਪੀ, ਉਹ ਆਪਣੇ ਸਾਧ ਸੰਗਤ ਜੀ ਡੰਕੇ ਦੀ ਚੋਟ ਨਾਲ ਹੁਕਮ ਮਨਵਾਉਣ ਵਾਲੇ ਬੜੇ ਕ੍ਰੋਧਵਾਨ ਉਹ ਰਾਜੇ। ਔਰ ਦਾਰਾ ਅਕਬਰ ਸ਼ਾਹੇ। ਚੱਲੇ ਹਾਥੀ ਚੱਲੇ ਹਾਥ ਖਾਲੀ, ਤਿਆਗ ਮਾਲ ਇਕਬਾਲ। ਖਾਲੀ ਹੱਥ ਗਏ ਨੇ ਕਹਿੰਦੇ ਮਹਾਰਾਜ, ਕਹਿੰਦੇ ਖਾਲੀ ਹੱਥ ਗਏ ਨੇ। ਨਾਦਰ ਸ਼ਾਹ ਵਰਗੇ, ਸਿਕੰਦਰ ਵਰਗੇ, ਦਾਰੇ ਵਰਗੇ, ਅਕਬਰ ਵਰਗੇ, ਸ਼ਾਹਨਸ਼ਾਹ ਵਰਗੇ, ਸ਼ਾਹਜਹਾਂ ਵਰਗੇ ਬੜੇ ਸ਼ਾਹੇ ਰਾਜੇ ਲੋਕ। ਚੱਲੇ ਹਾਥ ਖਾਲੀ, ਤਿਆਗ ਮਾਲ ਇਕਬਾਲ। ਖਾਲੀ ਹੱਥ ਗਏ ਨੇ, ਸਭ ਕੁਝ ਤਿਆਗ ਕੇ ਛੱਡ ਕੇ ਚਲੇ ਗਏ। ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਨਾ, ਖਿੰਨ ਮੈਂ ਭਈ ਪਰਾਈ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਛਿਨ ਵਿੱਚ ਸਭ ਕੁਝ ਪਰਾਇਆ ਹੀ ਹੋ ਗਿਆ। ਕਹਿੰਦੇ ਕੇਤਾ ਬੰਚੋ ਕਾਲ, ਬਚ ਸਕਦਾ ਏ ਕਿਤੇ ਮੌਤ ਤੋਂ? ਕਿੰਨਾ ਕੁ ਚਿਰ ਬਚੇਗਾ? ਕੁਐਸਚਨ ਕਰਦੇ ਆ, ਸਵਾਲ ਕਰਦੇ ਨੇ ਸਾਡੇ ਤੇ, ਕਿੰਨਾ ਕੁ ਚਿਰ ਬਚੇਗਾ ਤੂੰ? ਭਾਵ ਬਚ ਨਹੀਂ ਜੇ ਸਕਦਾ। ਗੁਰਮੁਖੋ ਬਿਕਰਮ ਦੱਤ ਜੈਸੇ ਨਿਆਂ ਉਪਕਾਰੀ। ਬਿਕਰਮਾ ਦੱਤ ਵਰਗੇ ਨਾ ਜਿਹੜੇ ਨਿਆਂਕਾਰੀ ਉਪਕਾਰੀ ਸਨ। ਦੇਖੋ ਮਹਾਰਾਜ ਨੇ ਸਾਧ ਸੰਗਤ ਜੀ ਇਹ ਵੀ ਬਚਨ ਕੀਤਾ ਹੈ ਕਿ ਕੋਈ ਹੋਵੇ ਚਾਹੇ ਮੌਤ ਦੇ ਵਸ ਪੈਣਾ ਹੀ ਪੈਣਾ ਇੱਕ ਦਿਨ। ਕਹਿੰਦੇ ਬਿਕਰਮ ਦੱਤ ਜੈਸੇ ਨਿਆਂਕਾਰੀ ਉਪਕਾਰੀ, ਵਹਿ ਭੀ ਨਾ ਨਿਕਾਲ ਸਕੇ ਆਏ ਪਾਸ ਕਾਲ ਕੋ। ਉਹ ਵੀ ਨਹੀਂ ਕੱਢ ਸਕੇ ਜਦੋਂ ਕਾਲ ਆਇਆ। ਧਿਆਨ ਦਿਓ, ਮੌਤ ਆਈ, ਆਪਣੇ ਤੋਂ ਦੂਰ ਨਹੀਂ ਕਰ ਸਕੇ। ਕੇਤਾ ਬੰਚੋ ਕਾਲ, ਦੂਰ ਨਹੀਂ ਕਰ ਸਕੇ। ਜਿਹੜੇ ਨਿਆਂਕਾਰੀ ਸਨ, ਉਪਕਾਰੀ ਸਨ, ਪਰਉਪਕਾਰ ਕਰਨ ਵਾਲੇ ਸਨ, ਬਿਕਰਮਾ ਦੱਤ ਵਰਗੇ ਧਰਮਾਤਮਾ ਰਾਜੇ, ਯੁਧਿਸ਼ਟਰ ਵਰਗੇ ਧਰਮਾਤਮਾ ਰਾਜੇ। ਮੌਤ ਸਾਰਿਆਂ ਨੂੰ ਆਉਂਦੀ ਹੈ। ਕਹਿੰਦੇ ਵਹਿ ਭੀ ਨਾ ਨਿਕਾਲ ਸਕੇ ਆਏ ਪਾਸ ਕਾਲ ਕੋ। ਕਾਲ ਨੂੰ, ਮੌਤ ਤੋਂ ਉਹ ਵੀ ਨਹੀਂ ਪਾਸੇ ਕਰ ਸਕੇ। ਸਾਧ ਸੰਗਤ ਜੀ ਜਾਣਾ ਹੀ ਪਿਆ ਦੁਨੀਆ ਤੋਂ। ਇਸ ਕਰਕੇ ਧਰਮਦਾਸ ਜਪੀ ਤਪੀ, ਰਿਖੀ ਮੁਨੀ ਸਿੱਧ ਸਾਧੂ, ਕਾਹੂ ਕੂ ਨਾ ਸਾਧ ਸੰਗਤ ਜੀ ਛੋੜੇ ਕਾਹੇ ਜਵਾਨ ਬ੍ਰਿਧ ਬਾਲ ਕੋ। ਬੜਾ ਸੁੰਦਰ ਸਵਈਆ ਹੈ।
ਮਹਾਰਾਜ ਕਹਿੰਦੇ ਨੇ, ਧਰਮਦਾਸ ਜੀ ਕਹਿਣ ਲੱਗੇ, ਉਹ ਮਹਾਤਮਾ ਜੀ ਕਹਿੰਦੇ, ਜਪੀ ਤਪੀ ਰਿਖੀ ਮੁਨੀ ਸਿੱਧ ਸਾਧੂ। ਅੱਛਾ, ਤੁਸੀਂ ਸਾਰਿਆਂ ਦੀ ਗੱਲ ਛੱਡ ਦਿਓ, ਚਾਹੇ ਰਾਜਾ, ਚਾਹੇ ਨਿਆਂਕਾਰੀ ਹੈ, ਚਾਹੇ ਚੰਗਾ, ਚਾਹੇ ਮਾੜਾ, ਸਾਰਿਆਂ ਦੀ ਗੱਲ ਛੱਡੋ। ਕਹਿੰਦੇ ਕਿੱਥੇ ਆ ਕੇ ਖੜੋ, ਜਪੀ ਤਪੀ ਤੇ ਖੜ ਜੋ ਆ ਕੇ। ਜਿਹੜੇ ਜਪ ਤਪ ਕਰਦੇ ਨੇ, ਵਾਹਿਗੁਰੂ ਨੂੰ ਯਾਦ ਕਰਦੇ ਨੇ, ਰਿਖੀ ਹੈ, ਸਾਧੂ ਹੈ, ਮੁਨੀ ਹੈ। ਮਹਾਰਾਜ ਕਹਿੰਦੇ ਨੇ, ਮਹਾਤਮਾ ਜੀ ਮਹਾਂਪੁਰਖ ਕਹਿੰਦੇ, ਕਾਹੂ ਕੋ ਨਾ ਛੋੜੇ ਖਾਹੇ। ਸਾਧ ਸੰਗਤ ਜੀ ਛੱਡਿਆ ਨਹੀਂ ਹੈ ਮੌਤ ਨੇ, ਉਹਨਾਂ ਨੂੰ ਵੀ ਖਾ ਲਿਆ। ਜਵਾਨ ਬ੍ਰਿਧ ਬਾਲ ਕੋ, ਸਾਧ ਸੰਗਤ ਜੀ ਐਡਾ ਵੱਡਾ ਜਿਹੜਾ ਕਾਲ, ਤਾਂ ਹੀ ਤੇ ਗੁਰੂ ਦੇਵ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਮਹਾਰਾਜ ਕਹਿੰਦੇ, ਰਾਜਾ ਪਰਜਾ ਸਮ ਕਰ ਮੈਰਾ ਮਾਰੇ ਐਸੋ ਕਾਲ ਵਡਾਨੀ ਰੇ। ਇਹ ਕਾਲ ਐਡਾ ਵੱਡਾ ਏ, ਐਡੀ ਤਾਕਤ ਦਾ ਮਾਲਕ ਹੈ, ਉਹਦੇ ਤੋਂ ਕੋਈ ਸਾਧ ਸੰਗ ਜੀ ਬਚ ਨਹੀਂ ਸਕਿਆ। ਧਨਵੰਤਾ ਅਰ ਨਿਰਧਨ ਮੰਨੀ, ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ ਰੇ। ਪਰ ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨ ਜਾਹੇ ਨ ਸੰਗੇ ਮਰਤੇ, ਪਾਰ ਬ੍ਰਹਮ ਸੰਘਾਰੀ ਰੇ। ਇਉਂ ਭਗਤ ਕਬੀਰ ਜੀ ਦਾ ਬਚਨ ਬਿਲਾਵਲ ਰਾਗ 'ਚ ਆਇਆ। ਮਹਾਰਾਜ ਕਹਿੰਦੇ, ਭਾਈ ਧਨਵਾਨ ਹੈ, ਚਾਹੇ ਨਿਰਧਨ ਹੈ, ਚਾਹੇ ਰਾਜਾ, ਚਾਹੇ ਪਰਜਾ, ਐਡੀ ਵੱਡੀ ਮੌਤ ਤੋਂ ਕੋਈ ਬਚ ਨਹੀਂ ਸਕਿਆ। ਪਰ ਜਿਹੜਾ ਦੁਨੀਆ ਤੇ ਆ ਕੇ, ਕਲਯੁਗ ਤੇ ਆ ਕੇ, ਕਲਯੁਗ ਯੁੱਗ ਵਿੱਚ ਆ ਕੇ ਹਰੀ ਦੇ ਸਿਮਰਨ ਨੂੰ ਚੇਤਾ ਕੀਤਾ, ਪਰਮੇਸ਼ਰ ਨੂੰ ਭੁੱਲਿਆ ਨਹੀਂ, ਉਹਦੀ ਆਗਿਆ ਮੰਨ ਕੇ ਵਾਹਿਗੁਰੂ ਨੂੰ ਯਾਦ ਕਰਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤਿਨ ਕੀ ਕਥਾ ਨਿਰਾਰੀ ਰੇ। ਹਰ ਕੇ ਸੇਵਕ ਜੋ ਹਰ ਭਾਏ, ਜਿਨ੍ਹਾਂ ਨੇ ਦੁਨੀਆ ਤੇ ਆ ਕੇ ਭਗਤੀ ਰੂਪੀ ਸੇਵਾ ਕੀਤੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਸੇਵਕ ਹੋ ਗਏ। ਹਰ ਕੇ ਸੇਵਕ ਜੋ ਹਰ ਭਾਏ, ਜਿਹੜੇ ਹਰੀ ਨੂੰ ਭਾ ਗਏ। ਸਾਧ ਸੰਗਤ ਜੀ, ਵਾਹਿਗੁਰੂ ਨੂੰ ਕਿਵੇਂ ਭਾਵਾਂਗੇ? ਪੁੰਨਦਾਨ ਕਰਕੇ, ਚੰਗੇ ਕੱਪੜੇ ਪਾ ਕੇ, ਸਾਧ ਸੰਗਤ ਜੀ ਸੋਹਣੇ ਬਣ ਕੇ, ਕਰੀਮਾ ਕਰੂਮਾ ਲਾ ਕੇ ਭਾਵਾਂਗੇ? ਨਹੀਂ, ਵਾਹਿਗੁਰੂ ਨੂੰ ਚੇਤੇ ਕਰਕੇ ਭਾਵਾਂਗੇ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਆਪਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਪ ਸੱਚਾ, ਉਹਦਾ ਨਾਮ ਸੱਚਾ ਏ। ਜਿਹੜੇ ਭਾਈ ਭਾਖਿਆ ਕਹਿੰਦੇ ਐ, ਭਾਉ ਪ੍ਰੇਮ ਕਰਕੇ ਪਾਰਾਵਰ ਰਹਿਤ ਵਾਹਿਗੁਰੂ ਨੂੰ, ਉਹ ਵੀ ਸੱਚੇ ਨੇ। ਉਹ ਭਾਏ ਨੇ ਵਾਹਿਗੁਰੂ ਪਰਮੇਸ਼ਰ ਨੂੰ, ਜਿਨ੍ਹਾਂ ਨੇ ਨਿਰੰਕਾਰ ਅਕਾਲ ਪੁਰਖ ਦਾ ਖਹਿੜਾ ਪੱਲਾ ਨਹੀਂ ਜੇ ਛੱਡਿਆ। ਕਹਿੰਦੇ ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀਆਂ ਕਥਾਵਾਂ ਨਿਰਾਲੀਆਂ ਨੇ, ਮਹਾਰਾਜ ਦੱਸਦੇ ਨੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ, ਆਪਣੇ ਮਨ ਦੇ ਵਿੱਚ ਤੂੰ ਲਖਣਾ ਨਹੀਂ ਕੀਤਾ, ਉਹ ਸ਼ਿਕਾਰੀ ਮੌਤ ਨੂੰ ਤੇਰਾ ਸ਼ਿਕਾਰ ਹੋ ਜਾਵੇਗਾ ਇੱਕ ਦਿਨ। ਤੂੰ ਵਿਸ਼ਾ ਰੂਪੀ ਘਾਹ ਨੂੰ ਖਾ ਰਿਹਾ। ਕਬੀਰ ਸਾਹਿਬ ਜੀ ਕਹਿੰਦੇ, ਕਰਮਾਂ ਤੋਂ ਸ਼ੁਭ ਗੁਣਾ ਤੋਂ ਹੀਣਾ ਹੋਣ ਕਰਕੇ ਕਮਜ਼ੋਰ ਹੋ ਗਿਆ, ਦੁਬਲਾ ਪਤਲਾ ਹੋ ਗਿਆ। ਤੇਰਾ ਮਨ, ਤੇਰਾ ਆਤਮਿਕ ਜੀਵਨ ਪਤਲਾ ਪੈ ਗਿਆ, ਕਮਜ਼ੋਰ ਹੋ ਗਿਆ। ਤੈਨੂੰ ਢਾਹ ਲੈਣਾ ਮੌਤ ਨੇ। ਬੋਕੰਗੂ ਕਹਿੰਦੇ ਨੇ, ਕੇਤਾ ਬੰਚੋ ਕਾਲ। ਕਿਵੇਂ ਤੂੰ ਮੌਤ ਤੋਂ ਬਚੇਗਾ? ਕਬੀਰ ਸਾਹਿਬ ਦੱਸਦੇ ਹਨ, ਕਬੀਰ ਗੰਗਾ ਤੀਰ ਜੋ ਘਰ ਕਰ ਹੈ। ਸਾਧ ਸੰਗਤ ਜੀ ਵਿਰਾਗਮਈ ਬਚਨ ਉਚਾਰਿਆ ਇਹ ਭਗਤ ਕਬੀਰ ਸਾਹਿਬ ਨੇ ਪਹਿਲਾਂ, ਕਿ ਤੂੰ ਬਚ ਨਹੀਂ ਸਕਦਾ। ਹੁਣ ਕਬੀਰ ਸਾਹਿਬ ਜੀ ਇਹ ਸਾਧ ਸੰਗਤ ਜੀ ਸ਼ਲੋਕ ਉਚਾਰਦੇ ਐ। ਇੱਕ ਦਿਨ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਉਹ ਤੁਰੇ ਜਾ ਰਹੇ ਸੀ। ਰਾਹ ਦੇ ਵਿੱਚ ਨਾ ਕੋਈ ਸਾਧ ਸੰਗਤ ਜੀ ਵਿਰਾਗੀ ਸਾਧੂ ਬੈਠਾ ਸੀ। ਮਹਾਰਾਜ ਕਬੀਰ ਸਾਹਿਬ ਨੂੰ ਬੁਲਾਇਆ। ਕਹਿੰਦੇ, ਮਹਾਰਾਜ ਮਹਾਤਮਾ ਜੀ ਆ ਜਾਓ, ਬੈਠ ਜਾਓ ਆਪ ਜੀ, ਕੋਈ ਵਿਚਾਰ ਹੀ ਕਰ ਲਈਏ, ਕੋਈ ਇਹ ਜਿਹੜੀ ਸ੍ਰੇਸ਼ਟ ਵਿਚਾਰ ਹੈ ਦੋਸਤੀ ਉਹ ਕਰ ਹੀ ਲਈਏ। ਮਹਾਰਾਜ ਬਹਿ ਗਏ ਭਗਤ ਕਬੀਰ ਸਾਹਿਬ ਜੀ। ਇਹ ਸਾਧ ਸੰਗਤ ਜੀ ਜਿਹੜਾ ਸਾਧੂ ਸੀ ਨਾ, ਇਹ ਵਿਰਾਗੀ, ਇਹ ਗੰਗਾ ਦੇ ਪਾਣੀ ਤੇ ਬਹੁਤਾ ਵਿਸ਼ਵਾਸ ਕਰਦਾ ਸੀ। ਗੰਗਾ ਦੇ ਕਿਨਾਰੇ ਤੇ ਕੁਟੀਆ ਬਣਾ ਕੇ ਰਹਿੰਦਾ ਸੀ। ਲੋਕਾਂ ਨੂੰ ਕਹਿੰਦਾ ਸੀ ਕਿ ਕੇਵਲ ਗੰਗਾ ਦਾ ਪਾਣੀ ਹੈ ਨਾ, ਜਿਹੜਾ ਇਸ਼ਨਾਨ ਕਰੂਗਾ ਉਹਨੂੰ ਮੁਕਤੀ ਮਿਲੂਗੀ। ਸਾਧ ਸੰਗਤ ਜੀ ਤੇ ਇਹਦੀ ਗਲਤੀ ਨੂੰ ਸੁਧਾਰਨ ਵਾਸਤੇ, ਨਾਮ ਦੀ ਮਹਿਮਾ ਦੱਸਣ ਵਾਸਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਹੇ ਮਹਾਰਾਜ ਕਹਿੰਦੇ, ਹੇ ਸਾਧੂ, ਤੂੰ ਗੰਗਾ ਤੇ ਭਾਵੇਂ ਤੀਰ ਕਿਨਾਰੇ ਤੇ ਘਰ ਪਾ ਲਵੇਂ।
ਇਹ ਹੁਣ ਬਚਨ ਉਚਾਰਦੇ ਹਨ। ਕਬੀਰ ਗੰਗਾ ਤੀਰ ਜੋ ਘਰ ਕਰ ਹੈ। ਮਹਾਰਾਜ ਕਹਿੰਦੇ ਗੰਗਾ ਦੇ ਤੀਰ ਕੰਢੇ ਕਿਨਾਰੇ ਤੇ ਤੂੰ ਭਾਵੇਂ ਆਪਣਾ ਘਰ ਬਣਾਇਆ, ਜੇ ਤੂੰ ਘਰ ਬਣਾਉਣਾ ਏ ਹੋਰਾਂ ਨੂੰ ਵੀ ਉਪਦੇਸ਼ ਬਖਸ਼ ਕੇ ਕਹਿੰਦੇ ਨੇ ਜੇ ਤੂੰ ਘਰ ਪਾ ਲਵੇਂ ਗੰਗਾ ਦੇ ਕਿਨਾਰੇ ਤੇ ਪੀਵਹਿ ਨਿਰਮਲ ਨੀਰ। ਮਹਾਰਾਜ ਕਹਿੰਦੇ ਘਰ ਬਣਾਉਣ ਦੀ ਗੱਲ ਛੱਡੋ, ਤੂੰ ਪਾਣੀ ਵੀ ਭਾਵੇਂ ਗੰਗਾ ਦਾ ਪੀਂਦਾ ਹੋਵੇਂ। ਬਿਨ ਹਰ ਭਗਤ ਨਾ ਮੁਕਤ ਹੋਏ। ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ, ਹਰੀ ਨਿਰੰਕਾਰ ਦੀ ਭਗਤੀ ਤੋਂ ਬਿਨਾਂ, ਹਰਿਆਂ ਭਰਿਆਂ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ ਉਹਦੀ ਭਗਤੀ ਤੋਂ ਬਿਨਾਂ, ਨਾਮ ਤੋਂ ਬਿਨਾਂ ਨਾ ਮੁਕਤ ਹੋਏ। ਮੁਕਤ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਤੋਂ ਗਤ ਪ੍ਰਾਪਤ ਨਹੀਂ ਹੋ ਸਕਦੀ। 84 ਲੱਖ ਜੂਨ ਤੋਂ ਤੈਨੂੰ ਮੁਕਤੀ ਨਹੀਂ ਮਿਲੇਗੀ। ਇਉਂ ਕਹਿ ਰਮੇ ਕਬੀਰ। ਇਉਂ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਇਉਂ ਕਹਿਣਾ ਸਾਧੂ, ਭਾਵੇਂ ਤੂੰ ਗੰਗਾ ਦੇ ਤੀਰ ਕੰਢੇ ਤੇ ਕਿਨਾਰੇ ਤੇ ਘਰ ਪਾਇਆ ਨਾ, ਤੂੰ ਪਾਣੀ ਵੀ ਪੀਂਦਾ ਹੋਵੇਂ ਰੋਜ਼, ਨਹਾਉਂਦਾ ਵੀ ਤਾਂ ਹੈਗਾ, ਪਾਣੀ ਵੀ ਪੀ ਲਵੇਂ, ਅੰਦਰ ਵੀ ਤੇਰੇ ਪਾਣੀ ਜਾਵੇ। ਮਹਾਰਾਜ ਕਹਿੰਦੇ ਪਰ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਤੂੰ ਮੁਕਤ ਨਹੀਂ ਹੋ ਸਕਦਾ। ਜੇ ਪਾਣੀ ਨੇ ਮੁਕਤ ਕਰਨਾ ਹੁੰਦਾ, ਮਹਾਰਾਜ ਕਹਿੰਦੇ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਲੋਕਪਤੀ ਨੇ ਕਛੂ ਨਾ ਹੋਇਐ ਨਾਹੀ ਰਾਮ ਇਆਨ। ਵਾਹਿਗੁਰੂ ਕਿਤੇ ਵੀ ਕਮਲਾ ਆ, ਕਿਤੇ ਪਾਗਲ ਹੈ। ਵਾਹਿਗੁਰੂ ਤਾਂ ਸੁਜਾਨ ਹੈ। ਵਾਹਿਗੁਰੂ ਤਾਂ ਪਰਮੇਸ਼ਰ ਤਾਂ ਮਹਾਰਾਜ ਭਗਤ ਜੀ ਕਹਿੰਦੇ ਉਹ ਬੜਾ ਦਿਆਲੂ, ਕਿਰਪਾਲੂ ਔਰ ਸਮਝ ਰੱਖਣ ਵਾਲਾ ਚਤਰ ਹੈ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤੇਰਾ ਬਾਹਰਲਾ ਟਕਵੰਜ ਜਾ ਵੇਖ ਕੇ ਨਾ ਤੂੰ ਕਹਿਣਾ ਏ ਕਿ ਪਾਣੀ ਮੁਕਤ ਕਰ ਦਊਗਾ। ਤਾਂ ਹੀ ਤੇ ਕਬੀਰ ਸਾਹਿਬ ਜੀ ਨੇ ਆਖਿਆ, ਮਹਾਰਾਜ ਕਹਿੰਦੇ ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਜੇ ਭਾਈ ਪਾਣੀ ਨੇ ਮੁਕਤ ਕਰਨਾ ਨਾ ਤੇ ਦੇਖੋ ਉਹ ਜਿਹੜਾ ਡੱਡੂ ਹੈ ਰਹਿੰਦਾ ਹੀ ਪਾਣੀ 'ਚ ਹੈ। ਮਹਾਰਾਜ ਕਹਿੰਦੇ ਕਿੰਨੇ ਜੀਵ ਪਾਣੀ ਵਿੱਚ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਲ ਕੈ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ। ਮੇਂਢਕ ਰਹਿੰਦਾ ਹੀ ਪਾਣੀ 'ਚ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਜੂਨੀ ਆਵੇ। ਜੂਨਾਂ 'ਚ ਹੀ ਆਉਣਗੇ। ਮਹਾਰਾਜ ਕਹਿੰਦੇ 84 ਲੱਖ ਜੂਨ ਦਾ ਜਿਹੜਾ ਦੁੱਖ ਸਜ਼ਾ ਭੋਗਣੀ ਪਏਗੀ, ਭਾਵੇਂ ਡੱਡੂ ਹੋਵੇ ਭਾਵੇਂ ਨਰ ਮਨੁੱਖ ਹੋਵੇ। ਉਹ ਵੀ ਕਹਿੰਦਾ ਪਾਣੀ 'ਚ ਨਹਾ ਕੇ ਜੀਵ ਕਹਿੰਦਾ ਹੈ ਕਿ ਮੁਕਤੀ ਪ੍ਰਾਪਤ ਕਰ ਲਵਾਂਗੇ। ਮਹਾਰਾਜ ਕਹਿੰਦੇ ਭਾਵੇਂ ਤੂੰ ਤੀਰਥਾਂ ਤੇ ਚਲਿਆ ਗਿਆ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਾਓ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ। ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਰ ਧੂਤੀ ਤੂੰਬੜੀ ਅੰਦਰ ਵਿਸਨੇ ਕੋਰ। ਬਾਹਰ ਨਹਾਉਣ ਕਰਕੇ ਨਾ ਅੰਦਰ ਮਿਠਾਸ ਨਹੀਂ ਆਉਂਦੀ। ਉਹ ਤੂੰਬੜੀ ਤਾਂ ਮਹਾਰਾਜ ਕਹਿੰਦੇ ਕੌੜੀ ਦੀ ਕੌੜੀ ਹੋਈ ਰਹਿੰਦੀ ਹੈ। ਜਿੰਨਾ ਮਰਜੀ ਮਹਾਰਾਜ ਕਹਿੰਦੇ ਪਾਣੀ 'ਚ ਰੱਖੀ ਫਿਰੋ। ਇਸੇ ਪ੍ਰਕਾਰ ਜਿਹੜੇ ਮਨਮੁਖ ਲੋਕ ਸਾਖਤ ਪੁਰਖ ਹੁੰਦੇ ਐ, ਸੱਚੇ ਪਾਤਸ਼ਾਹ ਕਹਿੰਦੇ ਅਗਿਆਨਤਾ ਜਿਨ੍ਹਾਂ ਦੇ ਅੰਦਰ ਹੁੰਦੀ ਹੈ, ਗਿਆਨ ਨਹੀਂ ਕੋਈ ਹੁੰਦਾ, ਉਹ ਜਿੱਥੇ ਮਰਜੀ ਚਲੇ ਜਾਣ, ਜਿੱਥੇ ਮਰਜੀ ਨਹਾਉਂਦੇ ਫਿਰਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਮੁਕਤ ਨਹੀਂ ਹੋ ਸਕਦੇ। ਉਹਨਾਂ ਦੇ ਅੰਦਰ ਮਿਠਾਸ ਰਸ ਨਹੀਂ ਆ ਸਕਦਾ ਜਿੰਨਾ ਚਿਰ ਰਸਨਾ ਦੇ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ। ਜਿੰਨਾ ਚਿਰ ਰਸਨਾ ਦੇ ਦੁਆਰਾ ਅਕਾਲ ਪੁਰਖ ਦਾ ਨਾਮ ਨੂੰ ਨਹੀਂ ਜਪਦੇ, ਉਹਨਾਂ ਚਿਰ ਅੰਮ੍ਰਿਤ ਨਾਲ ਨਹੀਂ ਭਰਨਗੇ ਭਾਈ, ਉਹਨਾਂ ਚਿਰ ਰਸ ਨਾਲ ਨਹੀਂ ਭਰਨਗੇ। ਫੋਛੇ ਹੀ ਰਹਿਣਗੇ ਸਾਧ ਸੰਗਤ ਜੀ, ਫਿੱਕੇ ਹੀ ਰਹਿਣਗੇ। ਜਿਹੜਾ ਪਕਵਾਨ, ਜਿਹੜਾ ਭੋਜਨ ਫਿੱਕਾ ਹੋਵੇ ਨਾ ਸਾਧ ਸੰਗਤ ਜੀ, ਉਸ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਦੱਸ ਤੈਨੂੰ ਵਾਹਿਗੁਰੂ ਕਿਵੇਂ ਪ੍ਰਵਾਨ ਕਰੇਗਾ, ਐਡਾ ਵੱਡਾ ਮਾਲਕ। ਜੇ ਤੇਰੇ ਵਿੱਚ ਨਾਮ ਦਾ ਰਸ ਸਵਾਦ ਨਹੀਂ ਤੂੰ ਚਖਿਆ, ਹੋਰ ਸਵਾਦ ਤਾਂ ਜੀਵ ਚੱਖਦੀ ਹੈ, ਪਰ ਵਾਹਿਗੁਰੂ ਦੇ ਨਾਮ ਦਾ ਸਵਾਦ, ਕਥਾ ਦਾ ਸਵਾਦ ਨਹੀਂ ਲੈਂਦੀ, ਕੀਰਤਨ ਦਾ ਸਵਾਦ ਨਹੀਂ ਲੈਂਦੀ ਇਹ ਰਸਨਾ ਜੀਵ। ਇਸ ਕਰਕੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਕੱਟ ਦੇਣੀ ਚਾਹੀਦਾ ਭਾਈ ਰਸਨਾ ਨੂੰ ਜੇ ਨਾਮ ਨਹੀਂ ਜਪਦੀ। ਇਸੇ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਨੇ ਉਹ ਜਿਹੜੀ ਤੂੰਬੜੀ ਭਾਈ ਜਿੰਨਾ ਮਰਜੀ ਪਾਣੀ 'ਚ ਰੱਖ ਦਿਓ, ਨਵਾ ਦਿਓ ਗੰਗਾ ਦੇ ਪਾਣੀ 'ਚ, ਅੰਦਰੋਂ ਕੁੜੱਤਣ ਦੀ ਕੁੜੱਤਣੀ ਰਹੇਗੀ ਉਹਦੇ। ਇਸੇ ਪ੍ਰਕਾਰ ਬਾਹਰਲਾ ਪਾਣੀ ਕੁਝ ਨਹੀਂ ਕਰ ਸਕਦਾ। ਤੇ ਸਾਧ ਸੰਗਤ ਜੀ ਅਸਲੀ ਤੀਰਥ ਕਿਹੜਾ, ਅਸਲੀ ਗੰਗਾ ਕਿਹੜੀ ਏ? ਉਹ ਹੈ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਮਹਾਰਾਜ ਦਾ ਬਚਨ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ
ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਜੇ ਤੀਰਥਾਂ ਤੇ ਨਹਾਉਣ ਜਾਣਾ ਨਾ ਤੇ ਉਹ ਨਾਮ ਰੂਪੀ ਤੀਰਥ ਤੇ ਨਹਾਉਣ ਜਾ, ਗਿਆਨ ਰੂਪੀ ਤੀਰਥ, ਸਤ ਸੰਗਤ ਰੂਪੀ ਤੀਰਥ ਤੇ ਨਹਾਉਣ ਜਾ, ਜਿੱਥੇ ਆ ਕੇ ਤੇਰੇ ਬੱਜਰ ਪਾਪ ਲੈ ਜਾਣ, ਜਿੱਥੇ ਆ ਕੇ ਤੈਨੂੰ ਗਿਆਨ ਦੀ ਪ੍ਰਾਪਤੀ ਹੋਵੇ। ਆ ਹੁਣ ਜਿਵੇਂ ਕਥਾ ਚੱਲ ਰਹੀ ਹੈ, ਇਹ ਅਸਲੀ ਆ ਤੀਰਥ ਹੈ। ਤਾਂ ਕਿਹਾ ਜਾਂਦਾ ਕਿ ਕਥਾ ਦੇ ਮਹਾਕੁੰਭ ਚੱਲ ਰਹੇ ਹੈ। ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਨਾ ਕਿ ਕਥਾ ਆਰੰਭ ਹੋਣ ਤੋਂ ਪਹਿਲਾਂ ਅੱਜ ਉਹ ਕਥਾ ਸ਼ਲੋਕਾਂ ਦੀ ਚੱਲਦੀ ਹੈ ਕਿ ਮਹਾਕੁੰਭ ਚੱਲੇਗਾ ਭਾਈ ਕਥਾ ਦਾ। ਮਹਾਕੁੰਭ, ਕੁੰਭ ਸਾਧ ਸੰਗਤ ਜੀ ਪਾਣੀ। ਤੇ ਜਦੋਂ ਇਹ ਮਹਾਕੁੰਭ ਏਡਾ ਏ ਕਿ ਜਿਸ ਨੇ ਗੁਰਬਾਣੀ ਦੀ ਕਥਾ ਨੂੰ ਸੁਣਿਆ, ਜਸ ਨੂੰ ਸੁਣਿਆ, ਪਾਪ ਦੂਰ ਹੋ ਗਏ, ਉਹ ਸ਼ੁੱਧ ਹੋ ਗਏ, ਗਿਆਨ ਹੋ ਗਏ। ਜਦੋਂ ਗਿਆਨ ਆ ਗਿਆ ਤੇ ਪਾਪ ਕਿੱਥੋਂ ਹੋਣੇ ਐ? ਪਾਪ ਫਿਰ ਥੋੜ੍ਹੀ ਹੋਣਗੇ ਜਿੱਥੇ ਗਿਆਨ ਆ ਗਿਆ, ਜਿੱਥੇ ਸਮਝ ਪੈ ਗਈ, ਜਿੱਥੇ ਭਲੇ ਤੇ ਬੁਰੇ ਦੀ ਪਹਿਚਾਣ ਆ ਗਈ। ਮਹਾਰਾਜ ਕਹਿੰਦੇ ਨੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਤੀਰਥਾਂ ਤੇ ਨਹਾਉਣਾ ਤੇ ਹਰੀ ਦਾ ਨਾਮ ਪਰਮੇਸ਼ਰ, ਅਕਾਲ ਪੁਰਖ ਦਾ ਗਿਆਨ, ਭਜਨ ਸਿਮਰਨ, ਉਹਦੀ ਕੀਰਤੀ ਜਸ ਸੁਣਨਾ ਹੀ ਅਸਲੀ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਹੀ ਅਸਲ ਤੀਰਥ ਤੇਰੇ ਅੰਦਰ ਹੀ ਹੈ। ਅੰਤਰਗਤ ਤੀਰਥ ਮਲ ਨਾਓ, ਅੰਤਰਗਤ ਅੰਦਰ ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਤੀਰਥ ਪਾਣੀ ਬੈਠਾ ਹੈ, ਉਹਦੇ 'ਚ ਆਪਣੇ ਮਨ ਹਿਰਦੇ ਨੂੰ ਨਵਾਉਣਾ ਕਰ। ਬਾਹਰ ਭੱਜਣ ਦੀ ਲੋੜ ਨਹੀਂ, ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਢੇ। ਮਹਾਰਾਜ ਇਉਂ ਬਚਨ ਕਰਦੇ ਐ। ਇਸੇ ਪ੍ਰਕਾਰ ਮਹਾਰਾਜ ਕਬੀਰ ਜੀ ਕਹਿ ਰਹੇ ਹਨ, ਉਹ ਸਮਝਾਉਂਦੇ ਨੇ ਨਾਮ ਦੀ ਮਹਾਨਤਾ, ਨਾਮ ਦਾ ਪ੍ਰਤਾਪ ਦੱਸ ਰਹੇ ਹੈ ਕਿ ਭਾਈ ਨਾਮ ਦਾ ਪ੍ਰਤਾਪ ਕਿੱਡਾ ਕੁ ਵੱਡਾ ਹੈ। ਕਬੀਰ ਗੰਗਾ ਤੀਰ ਜੋ ਘਰ ਘਰ ਹੈ। ਗੰਗਾ ਦੇ ਕਿਨਾਰੇ ਤੇ ਤੂੰ ਘਰ ਪਾ ਲਵੇਂ ਭਾਵੇਂ, ਪੀਵਹਿ ਨਿਰਮਲ ਨੀਰ। ਪਾਣੀ ਵੀ ਤੂੰ ਪੀਂਦਾ ਹੋਵੇਂ, ਤੇਰਾ ਮਨ ਨਿਰਮਲ ਨਹੀਂ ਹੋ ਸਕਦਾ, ਮਨ ਪਵਿੱਤਰ ਨਹੀਂ। ਬਾਹਰਲਾ ਪਾਣੀ ਮਨ ਕਿੱਥੋਂ ਪਵਿੱਤਰ ਕਰੂਗਾ? ਸਾਧ ਸੰਗਤ ਜੀ, ਚੋਰ ਨਹਾਉਂਦਾ, ਦੇਖੋ ਠੱਗੀਆਂ ਮਾਰਨ ਵਾਲੇ ਵੀ ਨਹਾਉਂਦੇ ਐ, ਵਿਸ਼ੇ ਵਿਕਾਰ ਕਰਨ ਭੋਗਣ ਵਾਲੇ ਵੀ ਨਹਾਉਂਦੇ, ਪਵਿੱਤਰ ਹੋ ਗਏ। ਛੱਡਦਾ ਕਿਤੇ ਚੋਰੀ, ਛੱਡਦੀ ਕਿਤੇ ਉਹਨਾਂ ਨੇ ਠੱਗੀ ਮਾਰਨੀ, ਛੱਡਦੀ ਕਿਤੇ। ਸਾਗਤ ਬੰਦਾ ਵੀ ਨਹਾਉਂਦਾ ਆ, ਮਨਮੁਖ ਬੰਦਾ ਵੀ ਨਹਾਉਂਦਾ ਏ, ਪਰ ਬਾਹਰਲਾ ਪਾਣੀ ਮਨ ਪਵਿੱਤਰ ਨਹੀਂ ਕਰ ਸਕਦਾ ਮਨ ਨੂੰ। ਸਾਧ ਸੰਗਤ ਜੀ, ਇਸੇ ਪ੍ਰਕਾਰ ਕਹਿੰਦੇ ਪੀਵਹਿ ਨਿਰਮਲ ਨੀਰ। ਪੀਂਦਾ ਵੀ ਹੋਵੇ ਭਾਵੇਂ ਗੰਗਾ ਦਾ ਪਾਣੀ ਸ਼ੁੱਧ। ਕਹਿੰਦੇ ਜੀ ਇਹ ਸ਼ਿਵ ਜੀ ਦੇ ਜੂੜੇ 'ਚੋਂ ਗੰਗਾ ਨਿਕਲੀ ਹੈ। ਹਾਂ ਨਿਕਲੀ ਹੈ, ਸਤ ਬਾਤ ਹੈ ਸਾਧ ਸੰਗਤ ਜੀ, ਪਰ ਉਹ ਤੈਨੂੰ ਪਵਿੱਤਰ ਨਹੀਂ ਕਰ ਸਕਦੀ। ਸ਼ਿਵ ਜੀ ਤਾਂ ਆਪ ਵਾਹਿਗੁਰੂ ਦੇ ਨਾਮ 'ਚ ਲੱਗਿਆ ਹੋਇਆ। ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾਸਿਵ ਜੋਗ ਕਰੀ। ਪੁਨ ਵੇਦ ਬ੍ਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾੜਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰਜੋਤ ਅਰਜਨ ਮਾਹੇ ਧਰੀ। ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੂੰ ਤਾਂ ਭੱਟ ਕਹਿੰਦੇ ਐ ਕਿ ਉਹ ਸ਼ਿਵ ਜੀ ਵਰਗੇ, ਵਿਸ਼ਨੂੰ ਵਰਗੇ, ਸਾਧ ਸੰਗਤ ਜੀ ਬ੍ਰਹਮੇ ਵਰਗੇ, ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਨੂੰ ਜਪ ਰਹੇ ਨੇ, ਕਹਿ ਰਹੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਇਸੇ ਕਰਕੇ ਮਹਾਰਾਜ ਕਹਿੰਦੇ ਸ਼ਿਵ ਜੀ ਵਰਗੇ ਤੇ ਆਪ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਐ। ਤੇ ਇਸ ਕਰਕੇ ਉਹਦੇ ਜੂੜੇ 'ਚ ਜੋ ਗੰਗਾ ਨਿਕਲੀ ਹੈ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੈਨੂੰ ਪਵਿੱਤਰ ਨਹੀਂ ਕਰ ਸਕਦੀ। ਠੀਕ ਹੈ, ਗੰਗਾ ਨਿਕਲੀ ਹੈ, ਪਾਣੀ ਆਇਆ, ਪਰ ਤੂੰ ਭਾਵੇਂ ਪਾਣੀ ਪੀਂਦਾ ਵੀ ਹੋਵੇਂ, ਜਿੰਨਾ ਚਿਰ ਤੇਰੇ ਅੰਦਰ ਨਾਮ ਔਰ ਸ਼ੁੱਧ ਗਿਆਨ ਨਹੀਂ ਹੈ, ਤੇਰਾ ਮਨ ਪਵਿੱਤਰ ਨਹੀਂ ਹੋਵੇਗਾ। ਬਿਨ ਹਰ ਭਗਤ ਨਾ ਮੁਕਤ ਹੋਏ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਬਗੈਰ ਮੁਕਤ ਹੋਏ ਨਾ ਮੁਕਤ ਹੋਏ, ਮੁਕਤ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਪਿਤਾ ਜੀ ਦਾ ਵੀ ਬਚਨ ਹੈ। ਮਹਾਰਾਜ ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਿਸ਼ਿਆਂ ਤੋਂ, ਦੁਨੀਆ ਤੋਂ, 84 ਲੱਖ ਜੂਨ ਤੋਂ, ਅਗਿਆਨਤਾ ਤੋਂ, ਅਵਿਦਿਆ ਤੋਂ, ਨਿੰਦਿਆ ਚੁਗਲੀ ਤੋਂ ਕੋਈ ਮੁਕਤੀ ਪਾ ਹੀ ਨਹੀਂ ਸਕਦਾ। ਅਸਲ ਮੁਕਤੀ ਹੈ ਕੀ ਹੈ? ਅਸਲ ਵਿੱਚ ਮੁਕਤੀ ਕੀ? ਇੱਥੇ ਮੁਕਤ ਦੀ ਗੱਲ ਆਈ ਹੈ। ਵਿਕਾਰਾਂ ਤੋਂ ਮੁਕਤ ਹੋਣਾ ਹੀ ਅਸਲੀ ਮੁਕਤੀ ਹੈ, ਕਿਉਂਕਿ ਇਹ ਤੈਨੂੰ ਆਪਦੀ ਜੀ ਲਾ ਰਹੇ ਹੈ। ਇਹਨਾਂ ਕਰਕੇ ਪਾਪ ਔਗਣ ਕਰਦਾ, ਇਹਨਾਂ ਕਰਕੇ ਹਰੀ ਭੁੱਲਿਆ। ਸੱਚੇ ਪਾਤਸ਼ਾਹ ਕਹਿੰਦੇ ਵਿਸ਼ਿਆਂ ਵਿਕਾਰਾਂ ਤੋਂ ਦੂਰ ਹੋਣਾ ਹੀ ਮੁਕਤੀ ਹੈ, ਸੰਸਾਰ ਤੋਂ ਉਪਰਾਮ ਰਹਿਣਾ ਹੀ ਮੁਕਤੀ ਹੈ, ਪਦਾਰਥਾਂ ਦੇ ਮੋਹ ਤੋਂ ਦੂਰ ਰਹਿਣਾ, ਹੰਗਤਾ ਤੋਂ,
ਸਾਧ ਸੰਗਤ ਜੀ, ਹੰਕਾਰ ਤੋਂ ਮੋਹ ਤੋਂ ਦੂਰ ਰਹਿਣਾ ਹੀ ਮੁਕਤੀ ਹੈ। ਸਾਧ ਸੰਗਤ ਜੀ, ਇਹ ਗੁਰਬਾਣੀ ਵਿੱਚ ਇਉਂ ਹੀ ਦੱਸਿਆ ਮਹਾਰਾਜ ਨੇ। ਸਾਧ ਸੰਗਤ ਜੀ, ਅਸਲ ਮੁਕਤੀ ਇਹ ਹੈ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਕੇ ਮੁਕਤੀ ਪਾ ਲਈ, ਵਿਕਾਰਾਂ ਤੋਂ ਮੁਕਤ ਹੋ ਗਏ, ਜਿਉਂਦੇ ਹੀ ਮੁਕਤ ਹੋ ਗਏ। ਜਿਉਂਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਜਿਉਂਦੇ ਮੁਕਤ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਪ੍ਰਭੂ ਦੀ ਆਗਿਆ ਵਿੱਚ ਰੱਖਿਆ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਭਜਨ ਕਰਕੇ ਤੂੰ ਕਦੋਂ ਵੀ ਮੁਕਤ ਨਹੀਂ ਹੋ ਸਕਦਾ, ਨੇ ਵਿਕਾਰਾਂ ਤੋਂ, ਨਾ ਦੁਨੀਆ ਦੇ ਮੋਹ ਤੋਂ, ਨਾ 84 ਲੱਖ ਜੂਨ ਤੋਂ ਮੁਕਤ ਨਹੀਂ ਹੋ ਸਕਦਾ। ਇਉਂ ਕਹਿ ਰਮੇ ਕਬੀਰ, ਇਉਂ ਕਹਿ ਕੇ ਕਬੀਰ ਸਾਹਿਬ ਜੀ ਉੱਥੋਂ ਚਲੇ ਗਏ। ਇਉਂ ਕਹਿ ਰਮੇ ਕਬੀਰ, ਇਉਂ ਕਹੇ ਭਗਤ ਕਬੀਰ ਸਾਹਿਬ ਜੀ ਇਉਂ ਕਹਿ ਰਹੇ ਨੇ। ਕਹਿੰਦੇ ਰਮੇ, ਉਹ ਰਮੇ ਹੋਏ ਰਾਮ ਪਰਮੇਸ਼ਰ ਵਿੱਚ ਅਸੀਂ ਭਾਈ ਮਿਲੇ ਹੋਏ ਆ। ਵੱਡੇ ਵੱਡੇ ਸੰਤ ਜਨ ਅਕਾਲ ਪੁਰਖ ਦੇ ਨਾਮ 'ਚ ਤਾਂ ਮਿਲੇ ਰਮੇ ਹੋਏ ਨੇ। ਉਹਨਾਂ ਨੂੰ ਪਤਾ ਕੀ ਪਤਾ ਕਿ ਬਿਨ ਹਰ ਭਗਤ ਨਾ ਮੁਕਤ ਹੋਏ, ਹਰੀ ਦੀ ਭਗਤੀ ਤੋਂ ਬਿਨਾਂ ਮੁਕਤ ਨਹੀਂ ਹੋ ਸਕਦਾ। ਇਸੇ ਕਰਕੇ ਕਬੀਰ ਜੀ ਕਹਿੰਦੇ ਮੈਂ ਵੀ ਵਾਹਿਗੁਰੂ ਦੇ ਨਾਮ 'ਚ ਹੀ ਰਮਿਆ ਹੋਇਆ, ਰਮੇ ਹੋਏ ਅਕਾਲ ਪੁਰਖ ਵਿੱਚ ਰਮਿਆ ਹੋਇਆ ਨਾਮ ਵਿੱਚ। ਕਬੀਰ ਮਨ ਨਿਰਮਲ ਭਇਆ। ਹਾਂ, ਕਹਿੰਦੇ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤਾਂ ਕਰਾਂਗੇ, ਫਿਰ ਕੀ ਹੋਵੇਗਾ? ਬਾਹਰਲਾ ਪਾਣੀ ਤੇ ਪਵਿੱਤਰ ਨਹੀਂ ਨਾ ਕਰ ਸਕਦਾ। ਜੇ ਮਹਾਰਾਜ ਪਵਿੱਤਰ ਨਹੀਂ ਕਰ ਸਕਦਾ, ਝੂਠ ਨਹੀਂ ਝੂਠ ਨਹੀਂ ਦੂਰ ਕਰ ਸਕਦਾ ਇਹ ਬਾਹਰਲਾ ਪਾਣੀ, ਫਿਰ ਵਾਹਿਗੁਰੂ ਦੇ ਨਾਮ ਨਾਲ ਜਪਣ ਨਾਲ ਕੀ ਹੋਵੇਗਾ ਤਾਂ ਦੱਸਦੇ ਨੇ। ਕਬੀਰ ਮਨ ਨਿਰਮਲ ਭਇਆ। ਮਹਾਰਾਜ ਕਹਿੰਦੇ ਜਿਨ੍ਹਾਂ ਦਾ ਭਗਤੀ ਕਰਕੇ ਮਨ ਸ਼ੁੱਧ ਹੋ ਗਿਆ, ਪਵਿੱਤਰ ਸਾਫ਼ ਹੋ ਗਿਆ, ਕੋਈ ਵਿਕਾਰ ਦੀ ਸਾਧ ਸੰਗਤ ਜੀ ਦੂਸ਼ਿਤ, ਉਹ ਜਿਹੜਾ ਦੂਸ਼ਣ ਲੱਗਿਆ ਸੀ, ਦੋਸ਼ੀ ਸੀ ਤੇਰਾ ਮਨ, ਕਾਲਾ ਹੋਇਆ ਪਿਆ ਸੀ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਸ਼ੁੱਧ ਹੋ ਗਿਆ ਮਨ, ਵਾਹਿਗੁਰੂ ਦਾ ਭਜਨ ਕਰਕੇ ਸਫਾਈ ਹੋ ਗਈ ਤੇਰੇ ਮਨ ਦੀ, ਤੇਰੇ ਤਨ ਦੀ, ਤੇਰੇ ਕਰਮਾਂ ਦੀ। ਸਾਧ ਸੰਗਤ ਜੀ ਸਤ ਸੰਗਤ ਦੇ ਵਿੱਚ ਆ ਕੇ ਤੇਰਾ ਕਰਮ ਸ਼ੁੱਧ ਹੋ ਗਏ, ਮਨ ਤੇਰਾ ਪਵਿੱਤਰ ਹੋ ਗਿਆ। ਜੈਸਾ ਗੰਗਾ ਨੀਰ। ਲੋਕ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਦੇ ਐ, ਕਹਿੰਦੇ ਗੰਗਾ ਦਾ ਪਾਣੀ ਬਾਹਲਾ ਪਵਿੱਤਰ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਮਨ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਕੇ ਗੰਗਾ ਦੇ ਪਾਣੀ ਵਰਗਾ ਮਨ ਨਿਰਮਲ ਸਾਫ਼ ਹੋ ਗਿਆ, ਹਸ ਲਾਗੋ ਹਰ ਫਿਰੈ। ਉਹਨਾਂ ਦੇ ਪਿੱਛੇ ਹਰੀ ਅਕਾਲ ਪੁਰਖ ਨਿਰੰਕਾਰ ਪਿੱਛੇ ਪਿੱਛੇ ਤੁਰਿਆ ਫਿਰਦਾ ਏ ਭਾਈ। ਕਿੱਥੇ ਤਾਂ ਦੁਨੀਆ ਵਾਹਿਗੁਰੂ ਮਗਰ ਜਾਂਦੀ ਏ, ਪਰ ਮਹਾਰਾਜ ਕਹਿੰਦੇ ਵੇਖੋ ਰੱਬ ਦੇ ਪਿਆਰਿਆਂ ਨੇ ਜਪ ਕੇ ਮਨ ਪਵਿੱਤਰ ਕਰਕੇ ਹਰੀ ਨੂੰ ਹੀ ਵਸ ਕਰ ਲਿਆ। ਹੁਣ ਹਰੀ ਮੰਗਰ ਤੁਰਿਆ ਫਿਰਦਾ ਆ, ਪਿੱਛੇ ਤੁਰਿਆ ਫਿਰਦਾ ਏ। ਸਾਧ ਸੰਗਤ ਜੀ ਇਉਂ ਗੁਰੂ ਦੇਵ ਦੱਸਦੇ ਹਨ ਕਿ ਪਾਛੈ ਲਾਗੋ ਹਰ ਫਿਰੈ, ਪਿੱਛੇ ਲੱਗਿਆ ਹੋਇਆ ਭਾਈ ਨਿਰੰਕਾਰ ਅਕਾਲ ਪੁਰਖ ਉਹਨਾਂ ਦੇ। ਕਹਿਤ ਕਬੀਰ ਕਬੀਰ। ਹਾਂ, ਆਵਾਜ਼ਾਂ ਮਾਰਦੇ ਹੋਏ ਦੇਖੋ ਭਗਤ ਕਬੀਰ ਜੀ ਆਪਣੀ ਅਵਸਥਾ ਦੱਸਦੇ ਐ। ਮਹਾਰਾਜ ਕਹਿੰਦੇ ਮੇਰੇ ਮੰਗਰ ਅਕਾਲ ਪੁਰਖ ਦੁਨੀਆ ਦਾ ਮਾਲਕ ਤਰਲੋਕੀ ਨਾਥ ਤੁਰਿਆ ਫਿਰਦਾ, ਮਗਰ ਕੀ ਕਹਿੰਦਾ? ਕਬੀਰ ਕਬੀਰ ਕਹਿੰਦਾ ਫਿਰਦਾ ਆ। ਮਹਾਰਾਜ ਕਬੀਰ ਜੀ ਮਹਾਤਮਾ ਜੀ ਸੰਤ ਜੀ ਦੱਸੋ ਕੀ ਹੁਕਮ ਹੈ? ਨੌਕਰਾਂ ਵਾਂਗੂ ਖੜਾ ਬੈਠਾ ਮੇਰੇ ਕੋਲ ਰੱਬ। ਸਾਧ ਸੰਗਤ ਜੀ ਅਜਹੂ ਬਲ ਕੇ ਦਵਾਰ ਖਰੋਂ, ਜਿਹੜਾ ਬਲ ਰਾਜਾ ਸੀ ਨਾ ਇਹ ਸਾਧ ਸੰਗਤ ਜੀ ਇਹ ਵੀ ਸਤਜੁਗ ਵਿੱਚ ਭਗਤ ਹੋਇਆ, ਇਹਨੇ ਭਗਤੀ ਕਰਕੇ ਵਾਹਿਗੁਰੂ ਨੂੰ ਵਸ ਕਰ ਲਿਆ। ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਨੂੰ ਵਸ ਕੀਤਾ ਇਹਨੇ, ਇਹ ਕਹਿੰਦਾ ਮਹਾਰਾਜ ਕਹਿੰਦੇ ਮੰਗ ਕੀ ਹੈ? ਇਹ ਰਾਜਾ ਬਲੀ ਕਹਿੰਦਾ ਮਹਾਰਾਜ ਮੇਰੇ ਦਰਬਾਰ ਤੇ ਦਰਬਾਨ ਬਣ ਕੇ ਖੜੋ। ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਜਹੂ ਬਲ ਕੇ ਦਵਾਰ ਖੜੋ। ਸਾਧ ਸੰਗਤ ਜੀ ਭਗਤ ਬਸ ਕੇਸਵ, ਮਹਾਰਾਜ ਕਹਿੰਦੇ ਭਗਤ ਵਸ ਕੇਸਵ, ਉਹ ਵਾਹਿਗੁਰੂ ਪਰਮੇਸ਼ਰ ਭਗਤੀ ਕਰਕੇ ਵਸ ਆਉਂਦਾ, ਤੂੰ ਭਗਤਾਂ ਕੈ ਵਸ ਬਾਣੀ ਕਹਿੰਦੀ ਏ। ਇਸੇ ਕਰਕੇ ਅਜੇ ਵੀ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਭਾਈ ਉਹ ਰਾਜੇ ਬਲੀ ਤੇ ਦਰਬਾਨ ਬਣ ਕੇ ਖੜੇ ਹੋਏ ਨੇ, ਵਾਹਿਗੁਰੂ ਤੇ ਨੌਕਰ ਬਣ ਕੇ ਖੜਦਾ ਆ। ਧੰਨ ਗੁਰੂ ਕਲਗੀਆਂ ਵਾਲੇ ਨੌਕਰ ਬਣ ਕੇ ਖੜੇ ਭਾਈ ਜੋਗੇ ਦੀ ਸੇਵਾ ਦੇ ਵਿੱਚ। ਭਾਈ ਜੋਗੇ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਭਾਵੇਂ ਕਿ ਮਨ ਫਿਰ ਗਿਆ ਸੀ ਵੇਸ਼ਵਾ ਨੂੰ ਭੋਗਣ ਵਾਸਤੇ, ਮਨ ਲਲਚਾ ਰਿਹਾ ਸੀ ਵੇਸ਼ਵਾ ਨੂੰ ਜਾ ਕੇ ਭੋਗਾਂ। ਪਰ ਗੁਰੂ ਕਲਗੀਆਂ ਵਾਲੇ ਪਿਤਾ ਜੀ ਨੇ ਬਚਨ ਹੋਇਆ ਸੀ ਨਾ, ਪੁੱਛਿਆ ਸੀ ਮਹਾਰਾਜ ਨੇ ਪਹਿਲਾਂ ਕਿ ਜੋਗਿਆ ਕਿਹਦੇ ਜੋਗਾ ਆ? ਭਾਈ ਜੋਗਾ ਜੀ ਕਹਿੰਦੇ ਮਹਾਰਾਜ ਤੁਹਾਡੇ ਜੋਗਾ ਹੈ।
ਸਤਿਗੁਰੂ ਜੀ ਫਿਰ ਪੁੱਛਦੇ ਨੇ, ਮਹਾਰਾਜ ਕਲਗੀਆਂ ਵਾਲੇ ਸਤਿਗੁਰੂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ, ਮਹਾਰਾਜ ਕਹਿੰਦੇ ਉਹ ਭਾਈ ਬੱਚੇ, ਭਾਈ ਜੋਗੇ ਦੱਸ ਕਿਹਦੇ ਜੋਗਾ ਆ? ਮਹਾਰਾਜ ਆਪ ਜੀ ਦੇ ਜੋਗਾ ਆ। ਤੀਜੀ ਵਾਰ ਸਵਾਮੀ ਨੇ ਪੁੱਛਿਆ, ਹਜੂਰ ਕਹਿੰਦੇ ਦੱਸ ਕਿਹਦੇ ਜੋਗਾ ਆ? ਸਾਧ ਸੰਗਤ ਜੀ ਤੇ ਕਹਿੰਦਾ, ਮਹਾਰਾਜ ਆਪ ਜੀ ਦੀ ਜੋਗਾ ਆ। ਬਸ ਹੁਣ ਤੁਹਾਡੇ ਜੋਗਾ ਆ। ਮਹਾਰਾਜ ਕਹਿੰਦੇ, ਜੋਗਿਆ ਜੇ ਤੂੰ ਮੇਰੇ ਜੋਗਾ ਆ ਨਾ ਤੇ ਫਿਰ ਗੁਰੂ ਵੀ ਤੇਰੇ ਜੋਗਾ ਹੋਵੇਗਾ, ਆ ਸਤਿਗੁਰੂ ਤੇਰੇ ਜੋਗਾ ਹੋਏਗਾ। ਸੱਚੇ ਪਾਤਸ਼ਾਹ ਜੀ ਨੇ ਲਾਜ ਰੱਖੀ, ਵੇਸ਼ਵਾ ਭੋਗਣ ਵਾਸਤੇ ਮਨ ਤੇ ਲਲਚਾ ਗਿਆ, ਪਰ ਗੁਰਮੁਖੋ ਚੁਬਾਰੇ ਚੜਨ ਲੱਗਿਆ। ਮਹਾਰਾਜ ਨੇ ਪਹਿਰੇਦਾਰ ਬਣ ਕੇ ਰੱਖਿਆ ਕੀਤੀ। ਤਾਂ ਕਰਕੇ ਵਿਦਵਾਨ ਕਹਿੰਦੇ ਨੇ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਮਾਤ ਗੁਜਰੀ, ਜੈਸੇ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਮਾਤਾ ਗੁਜਰੀ ਜੀ ਦੇ ਸਾਹਿਬਜ਼ਾਦੇ ਹੋਏ। ਸਾਧ ਸੰਗਤ ਜੀ, ਮਾਤਾ ਗੁਜਰੀ ਦੇ ਪੁੱਤਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਗੁਰਮੁਖ ਕਹਿੰਦੇ, ਵਿਦਵਾਨ ਕਹਿੰਦੇ, ਜੇ ਗੁਰੂ ਦੀ ਲੋੜ ਹੈ ਤੇ ਗੁਰੂ ਇਹੋ ਜਿਹਾ ਹੋਣਾ ਚਾਹੀਦਾ। ਸਾਧ ਸੰਗਤ ਜੀ, ਇਸੇ ਕਰਕੇ ਮਹਾਰਾਜ ਨੇ ਪਹਿਰੇਦਾਰ ਹੋ ਕੇ ਰੱਖਿਆ ਕੀਤੀ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਰੱਖਿਆ ਕਰਦੇ ਨੇ ਗੁਰੂ, ਪਰ ਗੁਰੂ ਦਾ ਹੋ ਜੇ ਪਹਿਲਾਂ ਵਾਹਿਗੁਰੂ ਦਾ ਹੋਵੇ। ਸ਼ਰਤ ਇਹ ਹੈ, ਪਹਿਲਾਂ ਮੇਰਾ ਹੋ ਫਿਰ ਮੈਂ ਤੇਰਾ ਹੋਵਾਂਗਾ। ਸਾਧ ਸੰਗਤ ਜੀ, ਇਸੇ ਕਰਕੇ ਸਾਡਾ ਪੁੱਠਾ ਕੰਮ ਹੈ। ਉਹ ਕਹਿੰਦੇ ਤੂੰ ਪਹਿਲਾਂ ਮੇਰਾ ਹੋ ਤੇ ਫਿਰ ਮੈਂ ਕਹਿੰਦਾ ਤੇਰਾ ਹੋਊਂਗਾ। ਫਿਰ ਵੀ ਕੋਈ ਉਹ ਨਹੀਂ ਹੈ। ਰੱਬ ਨੇ ਕਿੰਨਾ ਕੁ ਦਿੱਤਾ, ਕਿਤੇ ਰੱਬ ਦੇ ਹੋਏ ਆ, ਉਹ ਤੇ ਸਾਡਾ ਹੀ ਹੈ। ਤੂੰ ਹੋਇਆ ਕਿਤੇ ਨਹੀਂ ਨਾ ਹੋਇਆ। ਦੇਖੋ ਫਿਰ ਸਾਧ ਸੰਗਤ, ਹੋ ਜਾ ਪਹਿਲਾਂ ਕਹਿੰਦੇ ਮੇਰਾ, ਆ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਪਾਰ ਬ੍ਰਹਮ ਸ਼ਰਨਾਈ, ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਗਏ, ਵਾਹ ਨਹੀਂ ਕੋਈ ਲੱਗਦੀ। ਤੱਤੀ ਵਾਹ ਨਾ ਲੱਗ ਗਈ। ਸਤਿਗੁਰ ਰੱਖੇ ਆਪ ਗੁਰੂਦੇਵ ਰੱਖਦੇ ਨੇ ਉਹਨਾਂ ਨੂੰ। ਇਸ ਕਰਕੇ ਗੁਰਮੁਖੋ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਮਹਾਰਾਜ ਕਬੀਰ ਸਾਹਿਬ ਜੀ ਆਪਣੀ ਗਿਆਨ ਦੀ ਅਵਸਥਾ ਦੱਸਦੇ ਨੇ, ਆਪਣੀ ਅਵਸਥਾ ਮੰਜ਼ਲ ਦੱਸਦੇ ਐ। ਹੁਣ ਕਹਿੰਦੇ ਅਸੀਂ ਤਾਂ ਭਾਈ ਉੱਥੇ ਪਹੁੰਚ ਚੁੱਕੇ ਹਾਂ, ਸਾਡਾ ਮਨ ਪਵਿੱਤਰ ਹੋਇਆ ਏ, ਸਾਨੂੰ ਗੰਗਾ ਤੇ ਨਹਾਉਣ ਦੀ ਲੋੜ ਨਹੀਂ। ਕੋਈ ਆ ਕੇ ਕਹਿੰਦਾ ਜੀ ਗੰਗਾ ਤੇ ਨਹਾ ਲਓ, ਕਹਿੰਦੇ ਕੀ ਹੋਵੇਗਾ? ਕਬੀਰ ਸਾਹਿਬ ਕਹਿੰਦੇ, ਕਬੀਰ ਸਾਹਿਬ ਨੇ ਪੁੱਛਿਆ ਕੀ ਹੋਵੇਗਾ? ਉਹ ਕਹਿੰਦੇ ਜੀ ਮਨ ਸ਼ੁੱਧ ਹੋ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਮਨ ਸ਼ੁੱਧ ਵਾਹਿਗੁਰੂ ਦੇ ਨਾਮ ਨਾਲ ਹੀ ਹੁੰਦਾ ਆ। ਇਉਂ ਤੇ ਹਰੇਕ ਤੀਰਥਾਂ ਤੇ ਨਹਾ ਕੇ ਪਵਿੱਤਰ ਹੋ ਜੇ, ਫਿਰ ਪਾਪ ਕਾਹਤੋਂ ਹੁੰਦੇ ਐ? ਦੁਨੀਆ ਤੇ ਪਾਪ ਹੀ। ਸਤਜੋਗੀ ਵਰਤ ਜੇ ਫਿਰ, ਹਾਂ ਠੀਕ ਹੈ, ਫਿਰ ਸਤਜੋਗੀ ਵਰਤ ਜੇ ਪਾਣੀ 'ਚ ਨਹਾ ਕੇ ਪਵਿੱਤਰ ਹੋਈਦਾ, ਸ਼ੁੱਧ ਮਨ ਹੋਈਦਾ। ਮਨ ਗੰਦਾ ਹੈ ਤਾਂ ਹੀ ਤੇ ਵਾਰ-ਵਾਰ ਪਾਪ ਕਰਦਾ ਹੈ, ਵਾਰ-ਵਾਰ ਪਾਪ ਕਰਦਾ। ਹਰੀ ਭੁੱਲਿਆ ਹੋਇਆ, ਕਹਿੰਦੇ ਮੈਂ ਨਹੀਂ ਨਹਾਵਾਂਗਾ, ਮੇਰਾ ਮਨ ਤੇ ਪਵਿੱਤਰ ਹੋਇਆ, ਗੰਗਾ ਦੇ ਪਾਣੀ ਵਰਗਾ ਪਵਿੱਤਰ ਹੋਇਆ। ਵਾਹਿਗੁਰੂ ਨੂੰ ਜਪਣੇ ਕਰਕੇ ਮੇਰਾ ਉਹ ਵਾਹਿਗੁਰੂ ਤੇ ਪਿੱਛੇ ਤੁਰਿਆ ਫਿਰਦਾ ਹੈ, ਪਿੱਛੇ ਲੱਗਿਆ ਫਿਰਦਾ ਏ, ਮੇਰਾ ਨਾਂ ਲੈ ਕੇ ਮਗਰ ਤੁਰਿਆ ਫਿਰਦਾ। ਦੇਖੋ ਕਿੱਡੀ ਵੱਡੀ ਅਵਸਥਾ ਦੇ ਮਾਲਕ ਹੈ ਸਾਧ ਸੰਗਤ ਜੀ, ਭਗਤ ਕਬੀਰ ਜੀ ਮਹਾਰਾਜ। ਤੇ ਤਾਂ ਕਿਤੇ ਤੁਸੀਂ ਉਹਨਾਂ ਦੀ ਕਥਾ ਸੁਣ ਰਹੇ ਹੋ, ਪਾਠ ਬੜੇ ਆਪਾਂ ਸੁਣੇ ਆ, ਭਗਤ ਕਬੀਰ ਜੀ ਸ਼ਲੋਕਾਂ ਨੂੰ ਸੁਣਿਆ ਪੜ੍ਹਿਆ, ਪਰ ਵਿਚਾਰ ਕਿਰਪਾ ਗੁਰੂ ਕਲਗੀਧਰ ਪਿਤਾ ਦੀ ਹੋ ਰਹੀ ਹੈ ਕਿ ਵਿਚਾਰ ਸਰਵਣ ਕਰ ਰਹੇ ਹੋ ਤੁਸੀਂ, ਔਰ ਇਹ ਵਿਚਾਰ ਰਿਕਾਰਡ ਵੀ ਹੋ ਰਹੀ ਹੈ ਭਾਈ, ਜੋ ਜਦੋਂ ਮਰਜ਼ੀ ਸੁਣ ਸਕਦੇ ਆ ਇੰਟਰਨੈਟ 'ਤੇ ਕੱਢ ਕੇ। ਇਸੇ ਕਰਕੇ ਮਹਾਰਾਜ ਕਹਿੰਦੇ ਪਾਛੈ ਲਾਗੋ ਹਰ ਫਿਰੈ, ਉਹ ਪਿੱਛੇ ਲੱਗਿਆ ਫਿਰਦਾ, ਆਵਾਜ਼ਾਂ ਮਾਰਦਾ ਫਿਰਦਾ ਵਾਹਿਗੁਰੂ ਪਰਮੇਸ਼ਰ। ਆਖਣ ਲੱਗੇ ਨੇ ਕਹਿਤ ਕਬੀਰ। ਵਾਹਿਗੁਰੂ ਕਹਿੰਦਾ ਕਬੀਰ ਜੀ ਹੁਣ ਆਪ ਜੀ ਵੱਡੇ ਹੋ, ਮੈਂ ਤੇ ਨੌਕਰ ਆ। ਇਉਂ ਦੱਸਦੇ ਹਨ ਕਬੀਰ ਮਨ ਨਿਰਮਲ ਭਇਆ, ਜਦੋਂ ਤੇਰਾ ਮਨ ਨਿਰਮਲ ਹੋ ਗਿਆ, ਜੈਸਾ ਗੰਗਾ ਨੀਰ, ਗੰਗਾ ਦੇ ਪਾਣੀ ਵਾਂਗ ਸ਼ੁੱਧ ਹੋ ਗਿਆ, ਨਿਰਮਲ ਪਵਿੱਤਰ ਸਾਫ਼ ਠੰਡਾ ਹੋ ਗਿਆ। ਬਿਨ ਹਰ ਭਗਤ ਨਾਮ ਪਾਛੈ ਲਾਗੋ, ਪਾਛੈ ਲਾਗੋ ਹਰ ਫਿਰੈ, ਪਿੱਛੇ ਫਿਰ ਵਾਹਿਗੁਰੂ ਲੱਗਿਆ ਫਿਰੇਗਾ ਤੇਰੇ। ਕਹਿਤ ਕਬੀਰ। ਅੱਜ ਵੀ ਸਤਿਗੁਰੂ ਗ੍ਰੰਥ ਸਾਹਿਬ ਤੇਰੇ ਪਿੱਛੇ ਲੱਗੇ ਫਿਰਨਗੇ। ਤੂੰ ਵਾਹਿਗੁਰੂ ਦਾ ਹੋ ਕੇ ਰਹਿ, ਨਿਰੰਕਾਰ ਦਾ ਹੋ ਕੇ ਰਹਿ, ਤੂੰ ਬਣ ਜਾ ਵਾਹਿਗੁਰੂ ਪਰਮੇਸ਼ਰ ਵਰਗਾ, ਪਿੱਛੇ ਅੱਲਾ ਤੁਰਿਆ ਫਿਰੇਗਾ। ਕਬੀਰ ਹਰਦੀ ਪੀਅਰੀ, ਇੱਕ ਦਿਨ ਸਾਧ ਸੰਗਤ ਜੀ ਕੋਈ ਹਲਦੀ ਲੈ ਕੇ ਆਇਆ ਕਬੀਰ ਸਾਹਿਬ ਜੀ ਨੂੰ।
ਕਹਿੰਦਾ ਮਹਾਰਾਜ ਆ ਜਿਹੜੀ ਹਲਦੀ ਹੈ ਨਾ ਇਹ ਤੁਸੀਂ ਲੈ ਲਓ, ਵਰਤ ਲਿਓ, ਘਰੇ ਕੰਮ ਆਵੇਗੀ। ਤਾਂ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਕੋਈ ਚੂਨਾ ਚੱਕ ਲਿਆਇਆ, ਕਹਿੰਦੇ ਮਹਾਰਾਜ ਆ ਵੀ ਚੂਨਾ ਲੈ ਲਓ, ਇਹ ਵੀ ਤੁਸੀਂ ਵਰਤੋਂ 'ਚ ਰੱਖ ਲਿਓ। ਕਿ ਪ੍ਰੇਮੀ ਸੀ ਮਹਾਰਾਜ ਦੇ, ਸਾਧ ਸੰਗਤ ਜੀ ਭਗਤ ਜੀ ਦੀ ਬਹੁਤ ਸੇਵਾ ਕਰਦੇ ਸੀ। ਕੋਈ ਪ੍ਰੇਮੀ ਮਹਾਰਾਜ ਦੀ ਸੇਵਾ ਕਰਦੇ ਐ। ਗੁਰਮੁਖ ਜਾਣ ਕੇ ਰੱਬ ਦੇ ਪਿਆਰੇ ਸਾਧ ਸੰਗਤ ਜੀ ਕਾਲ ਪੁਰਖ ਦੇ ਸਾਖਸ਼ਾਤ ਵਾਹਿਗੁਰੂ ਹੀ ਹੈ ਕਬੀਰ ਸਾਹਿਬ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨੀ, ਬਚਨ ਆਉਂਦਾ ਗੁਰਬਾਣੀ 'ਚ। ਇਸੇ ਕਰਕੇ ਸੇਵਾਦਾਰ ਆਏ, ਹਲਦੀ ਕੋਈ ਲੈ ਕੇ ਆਇਆ ਤੇ ਕਬੀਰ ਸਾਹਿਬ ਜੀ ਹੁਣ ਅੰਤਰੀਵ ਅਰਥ ਸਾਧ ਸੰਗਤ ਜਿੱਥੇ ਦੱਸਣਗੇ ਮਹਾਰਾਜ ਬਚਨ ਕਰਨਗੇ। ਹਾਂਜੀ, ਚੂਨਾ ਉਜਲ ਭਾਏ। ਕਬੀਰ ਹਰਦੀ ਪਿਆਰੀ, ਉਹ ਜਿਹੜੀ ਹਲਦੀ ਹੈ ਭਾਈ ਪੀਲੇ ਰੰਗ ਦੀ ਹੈ, ਪੀਲੀ ਰੰਗ ਦੀ ਹੁੰਦੀ ਹੈ। ਚੂਨਾ ਉਜਲ ਭਾਏ, ਜਿਹੜਾ ਚੂਨਾ ਉਹ ਚਿੱਟੇ ਰੰਗ ਦਾ ਹੁੰਦਾ। ਰਾਮ ਸਨੇਹੀ ਤੋ ਮਿਲੈ। ਹਾਂ, ਇੱਥੇ ਹੁਣ ਅੰਤਰੀਵ ਅਰਥ ਹੈ, ਥੋੜਾ ਧਿਆਨ ਦੇਣਾ। ਰਾਮ ਸਨੇਹੀ ਤੋ ਮਿਲੈ, ਦੋਨੋਂ ਵਰਨ ਗਵਾਏ। ਇਹ ਸ਼ਲੋਕ ਮਹਾਰਾਜ ਦਾ ਆਉਂਦਾ ਹੈ। ਜਦੋਂ ਹਲਦੀ ਲੈ ਕੇ ਆਇਆ ਨਾ, ਉਹ ਮਹਾਰਾਜ ਕਹਿੰਦੇ ਬਹਿ ਜਾਓ, ਆਹ ਹਲਦੀ ਪੀਲੇ ਰੰਗ ਦੀ ਹੈ ਨਾ, ਤੇ ਜਿਹੜਾ ਇਹ ਚੂਨਾ ਆ ਚਿੱਟੇ ਰੰਗ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹਰਦੀ ਪਿਆਰੀ, ਇਹ ਜਿਹੜੀ ਹਲਦੀ ਹੈ ਨਾ ਪੀਲੇ ਰੰਗ ਦੀ ਹੈ। ਇਸੇ ਤਰ੍ਹਾਂ ਮਨ ਤੇਰਾ ਪੀਲੇ ਰੰਗ ਦਾ, ਪਿਲਤਣ 'ਚ ਮਨ ਹੋ ਗਿਆ, ਵਿਕਾਰ ਕਰਕੇ, ਪਾਪ ਕਰਕੇ, ਔਗਣ ਕਰਕੇ ਤੇਰਾ ਮਨ ਪੀਲੇ ਵਰਗਾ ਪਿਲਤਣ 'ਚ ਹੋ ਗਿਆ। ਤੇ ਚੂਨਾ ਉਜਲ ਭਾਏ, ਹੁਣ ਗੁਣ ਸੀ, ਗੁਣ ਨੇ ਚਿੱਟੇ ਰੰਗ ਦੇ ਸ਼ੁੱਧ ਸਾਫ਼। ਮਹਾਰਾਜ ਕਹਿੰਦੇ ਉਹ ਨੇ ਉਜਲ ਸਾਫ਼, ਪਰ ਉਹਦਾ ਮਾਨ ਹੋ ਗਿਆ, ਗੁਣਾ ਦਾ ਮਾਨ ਹੋ ਗਿਆ। ਇਸੇ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਤਾਂ ਤੇਰਾ ਮਨ ਹਲਦੀ ਵਾਂਗ ਪੀਲਾ ਸੀ, ਵਾਹਿਗੁਰੂ ਦੇ ਦਰਗਾਹ ਤੇ ਪ੍ਰਵਾਨ ਨਹੀਂ ਹੋ ਸਕਦਾ, ਤੇਰਾ ਮਨ ਖਰਾ ਨਹੀਂ ਹੈ। ਜੇ ਤੂੰ ਕਿਤੇ ਉਹਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤਾ ਤਾਂ ਤੈਨੂੰ ਮਾਨ ਹੋ ਗਿਆ, ਗੁਣਾ ਦਾ ਮਾਨ ਹੋ ਗਿਆ। ਗੁਣ ਚਿੱਟੇ ਵਾਂਗ ਸ਼ੁੱਧ ਨੇ, ਚੂਨੇ ਦੀ ਨਿਆਈ ਚਿੱਟੇ ਹੈ, ਸਾਫ਼ ਹੈ, ਪਰ ਮਾਨ ਹੋ ਗਿਆ, ਮਾਨ ਹੋ ਗਿਆ। ਤੀਰਥ ਵਰਤ ਨੇਮ ਕੀਏ, ਮਹਾਰਾਜ ਕਹਿੰਦੇ ਤੀਰਥ ਵਰਤ ਨੇਮ ਕਰ ਲੈ ਭਾਵੇਂ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਹਿ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜੇ ਤੂੰ ਮਾਨ ਕਰ ਲਿਆ, ਮਹਾਰਾਜ ਕਹਿੰਦੇ ਇਉਂ ਹੈ ਜਿਵੇਂ ਹਾਥੀ ਨਹਾ ਕੇ ਲੜਦਾ ਮਿੱਟੀ ਦੇ ਵਿੱਚ। ਸਾਧ ਸੰਗ ਸਤ ਸੰਗਤ ਕਰ ਲਈ, ਬਾਣੀ ਪੜ੍ਹ ਲਈ, ਹੰਕਾਰ ਨਾ ਕਰ, ਮਾਣ ਨਾ ਕਰ, ਇਹ ਨਾ ਦੱਸ ਕਿ ਮੈਨਾਂ ਬਾਣੀ ਪੜ੍ਹਦਾ ਨਹੀਂ, ਉਹ ਭਜਨ ਸੇਵਾ ਕਰਦਾ ਆ। ਮਾਣ ਕਾਹਦੋਂ ਕਰਦਾ ਆ? ਇਹ ਤੇ ਗੁਰੂ ਸਾਹਿਬ ਬਾਣੀ ਪੜ੍ਹਾ ਰਹੇ ਹੈ, ਲਖ ਮਹਾਰਾਜ ਸੱਚੇ ਪਾਤਸ਼ਾਹ ਸਤ ਸੰਗਤ ਕਰਵਾ ਰਹੇ ਹੈ, ਗੁਰੂ ਜੀ ਨੂੰ ਕਰਦਾ ਭੁਗਤਾ ਜਾਣ। ਪਰ ਕਹਿੰਦੇ ਜਿਨ੍ਹਾਂ ਦੇ ਮਨ ਅੰਦਰ ਗੁਣਾਂ ਦਾ, ਗੁਣ ਸਾਫ਼ ਨੇ, ਚਿੱਟੇ ਹੈ, ਪਰ ਗੁਣਾਂ ਦਾ ਮਾਨ ਹੋ ਗਿਆ, ਅਭਿਮਾਨ ਹੋ ਗਿਆ। ਜੋ ਜਾਣੈ ਮੈਂ ਜੋਬਨਵੰਤ ਸੋ ਤੇ ਬਿਸਤਾ ਕਾ ਜਨ, ਆਪ ਸਕੋ ਕਰਮਵੰਤ ਕਹਾਵੇ। ਕਹਿੰਦਾ ਮੇਰੇ ਚੰਗੇ ਕਰਮ ਹੈ, ਜਨਮ ਮਰੈ ਪਰ ਜੋਨ ਪਰਮਾਵੇ। ਸੱਚੇ ਪਾਤਸ਼ਾਹ ਦਾ ਬਚਨ ਸੁਖਮਣੀ ਸਾਹਿਬ 'ਚ ਇਹੀ ਆਉਂਦਾ ਆ, ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ। ਜਬ ਹੈ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਹਿ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ। ਇਉਂ ਬਚਨ ਗੁਰੂਦੇਵ ਕਰਦੇ ਆ, ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਮਾਨ। ਗੁਰੂ ਦੀ ਕਿਰਪਾ ਨਾਲ ਹੀ ਮਾਨ ਛੁੱਟਣਾ ਆ। ਆਪਣੇ ਛੁੱਟਣ ਕੋ ਯਤਨ ਕਰੋ। ਜੇ ਤੂੰ ਆਖੇ ਨਾ ਕਿ ਮੈਂ ਇਹ ਤੋਂ ਛੁੱਟ ਜਾਵਾਂਗਾ, ਵਿਕਾਰਾਂ ਤੋਂ ਕੋਈ ਛੁੱਟ ਨਹੀਂ ਸਕਦਾ ਆਪਣੇ ਯਤਨ ਕਰਕੇ। ਹਮ ਛੂਟੇ ਤੁਮ ਅਰਾਧੇ, ਇਹ ਭਗਤ ਰਵਿਦਾਸ ਜੀ ਦੀ ਬਾਣੀ। ਮਹਾਰਾਜ ਮੈਂ ਛੁੱਟ ਗਿਆ ਤੈਨੂੰ ਅਰਾਧਨਾ ਕਰਕੇ, ਅਕਾਲ ਪੁਰਖ ਜੀ ਤੁਹਾਨੂੰ ਅਰਾਧਿਆ, ਮੈਂ ਵਿਕਾਰਾਂ ਤੋਂ ਛੁੱਟ ਗਿਆ। ਆਪਣੇ ਛੂਟਣ ਕੋ ਯਤਨ ਕਰੋ। ਮੈਂ ਬਹੁਤ ਯਤਨ ਕੀਤੇ ਵਿਕਾਰਾਂ ਤੋਂ ਛੁੱਟ ਜਾ, ਪਰ ਕਹਿੰਦੇ ਛੁੱਟਿਆ ਨਹੀਂ। ਮਹਾਰਾਜ ਰਵਿਦਾਸ ਜੀ ਕਹਿੰਦੇ ਛੁੱਟਿਆ ਨਹੀਂ ਮੈਂ, ਆਪਣੇ ਛੂਟਣ ਕੋ ਯਤਨ ਕਰੋ। ਹਮ ਛੂਟੇ ਤੁਮ ਅਰਾਧੇ, ਜਦੋਂ ਤੈਨੂੰ ਅਰਾਧਿਆ ਮੈਂ ਛੁੱਟ ਗਿਆ, ਜਿੱਦੇ ਤੇਰੀ ਕਿਰਪਾ ਹੋ ਗਈ। ਅੱਛਾ, ਗੁਰੂ ਗ੍ਰੰਥ ਸਾਹਿਬ 'ਚ ਕੀ ਹੈ ਪਤਾ ਲੱਗਿਆ ਤੁਹਾਨੂੰ ਅੱਜ ਤੱਕ? ਕੀ ਹੈ ਪਤਾ ਲੱਗਿਆ? ਨਹੀਂ ਪਤਾ। ਗੁਰ ਪ੍ਰਸਾਦ ਹੈ ਬਸ, ਹੋਰ ਕੁਝ ਨਹੀਂ ਹੈ। ਕਿਰਪਾ ਹੈ ਬਸ ਇਹਦੇ 'ਚ।
ਬਾਣੀ ਪੜ੍ਹੇਗਾ ਤਾਂ ਹੀ ਦੀ ਕਿਰਪਾ, ਸੇਵਾ ਕਰੇਗਾ ਤਾਂ ਹੀ ਦੀ ਕਿਰਪਾ, ਜੇ ਕਥਾ ਕਰੇਗਾ ਤਾਂ ਹੀ ਦੀ ਕਿਰਪਾ, ਸੁਣੇਗਾ ਤਾਂ ਹੀ ਦੀ ਕਿਰਪਾ, ਧਨ ਦੌਲਤ ਮਾਇਆ ਤਾਂ ਹੀ ਦੀ ਕਿਰਪਾ, ਰੱਬ ਨੂੰ ਮਿਲਣਾ ਤਾਂ ਹੀ ਦੀ ਕਿਰਪਾ, ਮੁਕਤੀ ਚਾਹਣਾ ਆ ਤਾਂ ਹੀ ਦੀ ਕਿਰਪਾ। ਤਾਂ ਕਰਕੇ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ ਕਹਿੰਦੇ ਨੇ ਮਹਾਰਾਜ ਵਾਰ-ਵਾਰ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ, ਸਤਿਗੁਰ ਦੀ ਕਿਰਪਾ। ਭਾਵ ਬਖਸ਼ਿਸ਼, ਉਹਦੀ ਬਖਸ਼ ਜੇ ਤੇਰੇ ਤੇ ਹੈ ਤਾਂ ਫਿਰ ਤੂੰ ਗੁਣਾਂ ਦਾ ਧਾਰਨੀ ਹੈ। ਭਾਵ ਕਿ ਗੁਣਾਂ ਦਾ ਧਾਰਨੀ, ਗੁਰੂ ਸਾਹਿਬ ਦੀ ਕਿਰਪਾ ਕਰਕੇ ਹੀ ਗੁਣਾਂ ਦਾ ਧਾਰਨੀ ਹੋਵੇਂਗਾ, ਗੁਰੂ ਸਾਹਿਬ ਦੀ ਕਿਰਪਾ ਕਰਕੇ ਹੀ ਮੁਕਤੀ ਪਦ ਪਾਵੇਂਗਾ, ਗੁਰੂ ਸਾਹਿਬ ਦੀ ਕਿਰਪਾ ਕਰਕੇ ਹੀ ਗੁਰੂ ਵਾਲਾ ਹੋਏਗਾ। ਆਪ ਜਪਾਏ ਜਪੇ ਸੋ ਨਾਉ, ਆਪ ਜਦੋਂ ਜਪਾਵੇਗਾ ਕਿਰਪਾ ਕਰਕੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਆਪ ਕਿਰਪਾ ਕਰੇਗਾ ਜਦੋਂ, ਤੂੰ ਨਹੀਂ ਕਰ ਸਕਦਾ। ਇਸ ਕਰਕੇ ਕਿਰਪਾ ਕਿਰਪਾ ਆ ਸਾਰਾ ਕੁਝ। ਸਾਧ ਸੰਗਤ ਜੀ ਬਸ ਕਿਰਪਾ ਅਕਾਲ ਪੁਰਖ ਦੀ ਬਖਸ਼ਿਸ਼। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਭਾਈ ਆਪਣੇ ਗੁਣਾਂ ਦਾ ਮਾਣ ਹੋ ਗਿਆ, ਚੂਨਾ ਉਜਲ ਭਾਏ, ਜਦੋਂ ਮਾਣ ਹੋ ਗਿਆ ਤਾਂ ਵੀ ਹਰੀ ਨੂੰ ਨਹੀਂ ਮਿਲ ਸਕਦਾ। ਰਾਮ ਸਨੇਹੀ, ਰਾਮ ਸਨੇਹੀ ਤੋ ਮਿਲੈ, ਉਹ ਸਨੇਹੀ ਜਿਹੜਾ ਪਿਆਰਾ ਵਾਹਿਗੁਰੂ ਰਾਮ ਹੈ, ਤੋ ਮਿਲੇ, ਉਦੋਂ ਮਿਲੇਗਾ। ਕਦੋਂ ਮਿਲੇਗਾ? ਦੱਸਦੇ ਹਨ, ਦੋਨੋਂ ਵਰਨ ਗਵਾਏ, ਜਦੋਂ ਆਪਣੇ ਮਨ 'ਚੋਂ ਦੋਨਾਂ ਦਾ ਭਾਵ ਚਲਿਆ ਗਿਆ ਕਿ ਵਿਕਾਰਾਂ ਰੂਪੀ ਪਿਲੱਤਣ ਪੀਲਾਪਣ ਚਲਿਆ ਗਿਆ ਤੇ ਗੁਣਾਂ ਦਾ ਚਿੱਟਾ ਅਭਿਮਾਨ ਚਲਿਆ ਗਿਆ। ਗੁਣ ਚਿੱਟੇ ਹੈ, ਸ਼ੁੱਧ ਸਾਫ਼ ਹੈ, ਪਰ ਮਾਨ ਮਾੜਾ ਨਾ, ਹੰਕਾਰ ਮਾੜਾ ਆ, ਨਾਣ ਮਾੜਾ ਆ। ਇਸ ਕਰਕੇ ਰਾਮ ਸਨੇਹੀ ਤੋ ਮਿਲੇ। ਦੇਖੋ ਬੜਾ ਸੋਹਣਾ ਬਚਨ ਕੀਤਾ ਮਹਾਰਾਜ ਨੇ, ਸੁਣਿਆ ਕਿਤੇ ਬਚਨ ਇਹੋ ਜਿਹੇ ਸਾਧ ਸੰਗਤ ਜੀ। ਤਾਂ ਕਰਕੇ ਗੁਰਬਾਣੀ ਦੇ ਆ ਬਚਨ ਹੈ। ਮਹਾਰਾਜ ਕਹਿੰਦੇ ਲੋਕ ਜਾਣੇ ਗੀਤੇ ਤੋਂ ਬ੍ਰਹਮ ਵਿਚਾਰ। ਮਹਾਰਾਜ ਕਹਿੰਦੇ ਰਾਮ ਸਨੇਹੀ ਤੋ ਮਿਲੇ। ਰਾਮ ਵਾਹਿਗੁਰੂ ਪਰਮੇਸ਼ਰ ਪਿਆਰ ਕਰਨ ਵਾਲਾ ਸਨੇਹੀ ਉਦੋਂ ਮਿਲੂਗਾ ਤੈਨੂੰ। ਦੋਨੋਂ ਵਰਨ ਗਵਾਏ, ਜਦੋਂ ਵਿਕਾਰਾਂ ਦੀ ਹਲਦੀ ਵਾਂਗ ਪੀਲੇ ਰੰਗ ਦੀ ਹੈ, ਵਿਸ਼ੇ ਵਿਕਾਰ ਅਵਿਦਿਆ ਗਿਆਨ ਤਾਂ ਪਿਲਤਨ ਚੜੀ ਗਈ, ਪੀਲਾਪਣ ਲੈ ਗਿਆ ਤੇਰੇ ਮਨ ਤੋਂ, ਫਿਰ ਗੁਣਾਂ ਦਾ ਮਾਣ ਵੀ ਲੈ ਗਿਆ, ਫਿਰ ਤੈਨੂੰ ਹਰੀ ਮਿਲੇਗਾ। ਦੋਨੋਂ ਵਰਨ ਗਵਾਏ, ਦੂਜਾ ਅਰਥ ਕਰਕੇ ਦੱਸਦੇ ਨੇ ਦੋਨੋਂ ਵਰਨ ਗਵਾਏ। ਵਰਨ ਨਾਮ ਕੁੱਲ ਜਾਤ ਦਾ ਹੈ। ਜਦੋਂ ਕੁੱਲ ਜਾਤ ਦਾ ਮਾਣ ਲੈ ਗਿਆ, ਮੇਰੀ ਉੱਚੀ ਕੁੱਲ ਹੈ, ਕਲਗੀਧਰ ਸਵਾਮੀ ਨੇ ਆਖਿਆ ਨਾ ਕੁੱਲ ਜਾਤ ਦਾ ਮਾਣ ਨਹੀਂ ਕਰਨਾ, ਹੁਕਮ ਕੀਤਾ ਆ। ਜਦੋਂ ਕੁੱਲ ਜਾਤ ਦਾ ਮਾਣ ਚਲਿਆ ਗਿਆ, ਇਹ ਤੂੰ ਵਰਨ ਕੁੱਲ ਜਾਤ ਗਵਾ ਦਿੱਤੀ ਦੋਨੋਂ। ਜੋ ਸਾਧ ਸੰਗ ਜੀ ਦਵੈਤ ਕਰਨ ਵਾਲੀ ਸੀ ਤੇਰੇ ਮਨ ਅੰਦਰ, ਕੁੱਲ ਜਾਤ ਕਰਕੇ ਕਹਿਣਾ ਨਾ ਅਸੀਂ ਫਲਾਨਿਆਂ ਢਿਮਕੇ ਆਉ ਆ, ਮਾਣ ਕਰਦਾ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵਾਹਿਗੁਰੂ ਕੁੱਲ ਜਾਤ ਨਹੀਂ ਵੇਖਦਾ, ਉਹ ਤੇ ਕੁੱਲ ਜਾਤ ਤੋਂ ਰਹਿਤ ਹੈ, ਉਹਦੇ ਕੁੱਲ ਜਾਤ ਤੋਂ ਰਹਿਤ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨੇਹਨ ਜਿਹ, ਰੂਪ ਰੰਗ ਅਰ ਰੇਖ ਪੇਖ ਕਹੂ ਕਹਿ ਨਾ ਸਗਤ ਕਿਹ। ਉਹਦੇ ਕੁੱਲ ਜਾਤ ਤੋਂ ਰੂਪ ਰੰਗ ਤੋਂ ਪਰੇ ਹੈ। ਸਾਧ ਸੰਗਤ ਜੀ ਅਜਾਤ ਹੈ, ਜਾਤ ਤੋਂ ਰਹਿਤ ਹੈ। ਕਲਗੀਧਰ ਸਵਾਮੀ ਜਾਪ ਸਾਹਿਬ ਚ ਕਹਿੰਦੇ ਤੇ ਤੂੰ ਉਹਦੀ ਅੰਸ਼ ਹੈ। ਇਹ ਤੇ ਸਾਧ ਸੰਗਤ ਜੀ ਮਨੂੰ ਸਿਮਰਤੀ ਦਾ ਬੇੜਾ ਬਹਿ ਗਿਆ ਤੇ ਉਹਨੇ ਚਾਰ ਵਰਨ ਬਣਾ ਦਿੱਤੇ, ਪਰ ਗੁਰਮਤਿ ਵਿੱਚ ਵਰਨ ਨਹੀਂ ਆਖੇ। ਜੇ ਗੁਰਮਤਿ ਵਿੱਚ ਵਰਨ ਹੁੰਦੇ ਸਦਨੇ ਕਸਾਈ ਦੀ ਬਾਣੀ ਨਾ ਆਉਂਦੀ। ਸਾਧ ਸੰਗਤ ਜੀ ਸਦਨਾ ਕਸਾਈ ਬ੍ਰਹਮ ਗਿਆਨੀ ਨੇ, ਅੱਜ ਉਹਨਾਂ ਦਾ ਸ਼ਲੋਕ ਆਉਂਦਾ ਹੈ, ਵਾਹਿਗੁਰੂ ਉਹਨਾਂ ਦਾ ਸ਼ਬਦ ਆਉਂਦਾ ਗੁਰਬਾਣੀ 'ਚ। ਸਾਧ ਸੰਗਤ ਜੀ ਕਦੇ ਬਾਣੀ ਨਾ ਲਿਖਦੇ, ਆਪ ਖੱਤਰੀ ਹੈ ਮਹਾਰਾਜ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੈਨੇ ਬੇਦੀਆਂ ਨੇ ਕਿ ਕੁਲ ਵਿਖੇ ਪ੍ਰਗਟੇ ਨਾਨਕ ਰਾਏ, ਪਰ ਜੇ ਕਿਤੇ ਵਾਰਨ ਕੁਲ ਜਾਤ ਹੁੰਦੀ ਬਾਣੀ ਨਾ ਲਿਖਦੇ, ਆਪਦੀ ਥਾਂ ਨਾ ਦਿੰਦੇ, ਮਿਲਦਾ ਰੱਬ ਨਾ ਮਿਲਦਾ ਉਹਨਾਂ ਨੂੰ, ਬ੍ਰਹਮ ਗਿਆਨ ਨਾ ਦਿੰਦੇ ਭਾਈ। ਇਸ ਕਰਕੇ ਦੋਨੋਂ ਵਰਨ ਗਵਾਏ। ਇਹ ਤੇ ਹਿੰਦੁਸਤਾਨ ਦੇ ਵਿੱਚ ਮਨੂੰ ਸਿਮਰਤੀ ਦਾ ਪੰਡਤਾਂ ਬਾਹਮਣਾਂ ਦਾ ਬੇੜਾ ਬਹਿ ਗਿਆ। ਮਰ ਗਈ ਮਾਂ ਉਹਨਾਂ ਦੀ ਜਿਨ੍ਹਾਂ ਨੇ ਇਹ ਭਰਮ ਪਾ ਦਿੱਤੇ, ਪਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕੱਢੇ ਆ ਸਭ ਭਰਮ, ਵਹਿਮ ਕੱਢੇ ਆ ਗੁਰੂ ਨਾਨਕ ਪਾਤਸ਼ਾਹ ਨੇ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ। ਤੂੰ ਉੱਥੇ ਜਾਤ ਜਾਤ ਕਰਦਾ ਫਿਰਦਾ, ਅੱਗੇ ਨਹੀਂ ਹੈ ਕਹਿੰਦੇ। ਇਸ ਕਰਕੇ ਫਿਰ ਤੂੰ ਕਹਿਣਾ ਜਾਤ ਕਾ ਗਰਭ ਨਾ ਕਰੀ ਹੋ ਕੋਈ। ਧੰਨ ਗੁਰੂ ਅਮਰਦਾਸ ਪਿਤਾ ਕਹਿੰਦੇ ਜਾਤ ਦਾ ਗਰਭ ਨਾ ਕਰ, ਮਾਣ ਨਾ ਕਰ। ਕੁੱਲ ਧਨ
ਇਹ ਬਚਨ ਆਉਂਦਾ ਨਾ, ਹੁਕਮ 52 ਹੁਕਮ ਆਉਂਦੇ ਐ। ਹਜੂਰ ਸਾਹਿਬ ਜਦੋਂ ਜਾਂਦੇ ਆ, ਮਹਾਰਾਜ ਕਹਿੰਦੇ ਕੁੱਲ ਜਾਤ ਦਾ ਧਨ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ। ਰਾਮ ਸਨੇਹੀ ਤੋ ਮਿਲੇ, ਰਾਮ ਸਨੇਹੀ ਤੋ ਮਿਲੇ। ਕਦੋਂ ਮਿਲੇਗਾ ਦੱਸਦੇ ਨੇ, ਫਿਰ ਪੜ੍ਹ ਦਿਓ ਜੀ। ਕਬੀਰ ਹਰਦੀ ਪੀਅਰੀ। ਥੋੜਾ ਧਿਆਨ ਦਿਓ ਇੱਥੇ। ਸਾਧ ਸੰਗਤ ਜੀ, ਜਿਹੜੇ ਨੀਵੇਂ ਲੋਕ ਹੈ ਉਹਨਾਂ ਨੂੰ ਕਹਿੰਦੇ ਬਿਲਤਣ ਨਾਲ ਭਰੇ ਹੋਏ ਨੇ। ਇਹ ਕਹਿੰਦੇ ਜੀ ਇਹ ਆਪਣੇ ਇਹ ਮੈਲੇ ਨੇ ਲੋਕ, ਇਹ ਮਹਾਰਾਜ ਕਹਿੰਦੇ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੇਰੇ ਮਨ ਅੰਦਰੋਂ ਇਹ ਭਾਵ ਚਲਿਆ ਗਿਆ, ਸਾਰਿਆਂ 'ਚ ਵਾਹਿਗੁਰੂ ਦੀ ਜੋਤ ਵੇਖੇਂਗਾ। ਇਹ ਤੇਰੇ ਹਲਦੀ ਵਾਂਗ ਜਿਹੜੇ ਤੇਰੇ ਮਨ ਅੰਦਰ ਉਹ ਪਿਲਤਣ ਲੱਗੀ ਹੋਈ ਹੈ ਨਾ, ਊਚ ਭਾਵ ਦੀ, ਨੀਵੀਂ ਦੀ, ਕੁੱਲ ਜਾਤ ਦੀ ਲੱਗੀ ਹੋਈ ਹੈ, ਜਦੋਂ ਇਹ ਚਲੀ ਗਈ ਚੂਨਾ ਉਜਲ ਭਾਏ। ਤੇਰੀ ਜਾਤ ਕੁੱਲ ਉੱਚੀ ਹੋਵੇ, ਤੂੰ ਕਹਵੇਂ ਇਹ ਦੁੱਧ ਦੀ ਨਹੀਂ ਆਈ, ਭਾਵ ਸ਼ੁੱਧ ਹੈ, ਉੱਚੀ ਹੈ, ਉਹ ਭਾਏ ਪ੍ਰੇਮ ਜਦੋਂ ਚਲਿਆ ਜਾਵੇ। ਰਾਮ ਸਨੇਹੀ ਤੋ ਮਿਲੈ। ਮੇਰਾ ਪਿਆਰਾ ਰਾਮ ਵਾਹਿਗੁਰੂ ਭਾਈ ਉਦੋਂ ਮਿਲੇਗਾ ਦੋਨੋਂ ਵਰਨ ਗਵਾਏ। ਜਦੋਂ ਦੋਨਾਂ ਵਰਨ, ਦੋਵੇਂ ਵਰ ਤੇਰੇ ਅੰਦਰੋਂ ਚਲੇ ਗਏ। ਜਿੱਥੇ ਤਾਂ ਹੀ ਤੇ ਬ੍ਰਹਮ ਗਿਆਨੀ ਨੂੰ ਆਖਿਆ ਨਾ, ਬ੍ਰਹਮ ਗਿਆਨੀ ਸਦਾ ਸਮਦਰਸੀ। ਸਮਦਰਸੀ ਹੈ ਬ੍ਰਹਮ ਗਿਆਨੀ। ਜਿੰਨਾ ਚਿਰ ਸਾਨੂੰ ਗਿਆਨ ਨਹੀਂ, ਉਨਾ ਚਿਰ ਅਸੀਂ ਦੁਐਤ ਭਾਵਨਾ ਨਾਲ ਵੇਖਾਂਗੇ। ਪਰ ਜਦੋਂ ਗਿਆਨ ਆ ਗਿਆ ਨਾ, ਬ੍ਰਹਮ ਗਿਆਨੀ ਕੀ ਵੇਖਦਾ ਆ? ਸਮਦਰਸੀ। ਬ੍ਰਹਮ ਗਿਆਨੀ ਸਦਾ ਸਮਦਰਸੀ। ਜੈਸੇ ਸੱਚੇ ਪਾਤਸ਼ਾਹ ਦਾ ਬਚਨ ਆਉਂਦਾ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਓਵੇਂ ਜਿਵੇਂ ਹਵਾ ਇੱਕ ਸਮਾਨ ਸਾਰਿਆਂ ਨੂੰ ਲੱਗਦੀ ਹੈ। ਜੈਸੇ ਸੱਚੇ ਪਾਤਸ਼ਾਹ ਜੀ ਦਾ ਬਚਨ ਗੁਰਬਾਣੀ ਚ ਆਉਂਦਾ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੱਸ ਸੁਖਮਣੀ ਸਾਹਿਬ ਚ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਲ ਪਵਾਨ, ਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਵੇਂ ਹਵਾ ਸਾਰਿਆਂ ਇੱਕ ਸਮਾਨ ਲੱਗਦੀ ਹੈ ਨਾ, ਬ੍ਰਹਮ ਗਿਆਨੀ ਦ੍ਰਿਸ਼ਟੀ ਇਸ ਤਰ੍ਹਾਂ ਹੁੰਦੀ ਹੈ। ਇਸ ਕਰਕੇ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬਚਨ ਮਹਾਰਾਜ ਦਾ ਹੁੰਦਾ। ਇਸ ਕਰਕੇ ਗੁਰਮੁਖੋ ਭਾਈ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੇਰੇ ਅੰਦਰ ਦੋਨੋਂ ਵਰਨ ਨਹੀਂ ਗਵਾਏ ਜਾਂਦਾ ਨਹੀਂ, ਉਹਨਾਂ ਚਿਰ ਵਾਹਿਗੁਰੂ ਸਨੇਹੀ ਨਹੀਂ ਮਿਲੇਗਾ। ਕਬੀਰ ਹਰਦੀ ਪੀਰਤਨ ਹਰੈ। ਹਾਂਜੀ, ਇਹਦਾ ਸ਼ੁੱਧ ਉਚਾਰਨ ਪੀਰਤਨ ਹੈ। ਆਮ ਜਿਨ੍ਹਾਂ ਦੀ ਕੋਈ ਸੰਥਿਆ ਨਹੀਂ ਹੁੰਦੀ, ਪਾਠੀ ਮੈਂ ਵੇਖੀ ਹੈ ਬੜੇ, ਹੁਣ ਸਾਧ ਸੰਗਤ ਜੀ ਸ਼ਲੋਕ ਸੁਣੀਦੇ ਆ, ਅਖੰਡ ਪਾਠ ਜਦੋਂ ਚੱਲਦੇ ਆ ਘਰਾਂ 'ਚ, ਤੁਹਾਨੂੰ ਪਤਾ ਪਿੰਡਾਂ 'ਚ ਅਖੰਡ ਪਾਠ ਹੁੰਦੇ ਆ, ਆਵਾਜ਼ ਸਪੀਕਰਾਂ ਦੀ ਆਉਂਦੀ ਹੈ, ਸੁਣਦੇ ਆ। ਤੇ ਵੇਖਿਆ ਪੀਰਤਨ ਕਹਿਣਗੇ ਇਹਨੂੰ, ਪੀਰਤਨ। ਅਦਕ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਨਹੀਂ ਹੋਈ। ਗੁਰੂ ਗ੍ਰੰਥ ਸਾਹਿਬ 'ਚ ਅਦਕ ਕਦੀ ਨਹੀਂ ਵਰਤਿਆ ਮਹਾਰਾਜ ਨੇ, ਪਰ ਲਾਉਣਾ ਪੈਂਦਾ ਆ ਕੋਲ। ਸਾਧ ਸੰਗਤ ਜੀ ਇਸੇ ਕਰਕੇ ਨਹੀਂ ਲਾਇਆ ਮਹਾਰਾਜ ਨੇ ਕਿ ਸਾਰਾ ਇਹ ਪੜ੍ਹਨਗੇ ਧਿਆਨ ਨਾਲ, ਅਰਥਾਂ ਦੇ ਹਿਸਾਬ ਨਾਲ ਬਾਣੀ ਪੜ੍ਹੀ ਜਾਂਦੀ ਹੈ। ਸਾਧ ਸੰਗਤ ਜੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇੱਥੇ ਅਦਕ ਲਾਉਣਾ ਪਊਗਾ, ਲੱਖ। ਜਿੰਨਾ ਮਰਜੀ ਤੂੰ ਸੋਚ ਲੈ ਲੱਖਾਂ ਵਾਰ, ਤੇਰੀ ਸੋਚਣਾ ਕੀ ਹੋਣਾ ਏ। ਤੁਮਰੋ ਕਹਿਓ ਨਾ ਕੋਏ, ਤੇਰੇ ਕਹਿਣ ਵਾਲਾ ਕੀ ਹੋਣਾ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਈ। ਤੇਰੀਆਂ ਸੋਚਾਂ ਕਰਕੇ ਕੀ ਹੋਣਾ। ਫਿਰ ਸੋਚ ਨਾਮ ਸੰਸਕ੍ਰਿਤ ਵਿੱਚ ਪਵਿੱਤਰਤਾ ਦਾ ਹੈ। ਜਿੰਨਾ ਮਰਜੀ ਇਸ਼ਨਾਨ ਕਰ ਲੈ, ਸੋਚ ਪਵਿੱਤਰ ਰੱਖ ਲੈ ਲੱਖ ਵਾਰ। ਹੁਣ ਦੇਖੋ ਇੱਥੇ ਅਦਕ ਲਾਉਣਾ ਪਊਗਾ, ਨਹੀਂ ਇਹਦਾ ਅਰਥ ਨਹੀਂ ਸਪਸ਼ਟ ਹੋਣਾ। ਸਾਧ ਸੰਗਤ ਜੀ, ਇਸੇ ਕਰਕੇ ਅਰਥ ਸਪਸ਼ਟ ਤਾਂ ਹੁੰਦਾ ਆ ਜਦੋਂ ਪੂਰੀ ਸੰਥਿਆ ਕਰਕੇ ਸੀ ਗੁਰੂ ਗ੍ਰੰਥ ਸਾਹਿਬ ਦੇ। ਤਾਂ ਹੀ ਤੇ ਲੜੀਵਾਰ ਸਰੂਪ ਸੀ ਸਾਧ ਸੰਗਤ ਜੀ। ਇਹ ਤੇ ਬੜਾ ਕੁਝ ਪੰਥ ਵਿੱਚ ਹੋਇਆ ਸਾਧ ਸੰਗਤ ਜੀ, ਕੀ ਦਸੀਏ। ਪੰਥ ਵਿੱਚ ਬੜਾ ਕੁਝ ਹੋਇਆ, ਗਦਾਰਾਂ ਨੇ ਬੜਾ ਕੁਝ ਕੀਤਾ। ਲੜੀਵਾਰ ਸਰੂਪ ਸੀ ਮਹਾਰਾਜ ਦੇ ਸਾਰੇ। ਪੰਜਵੇਂ ਪਾਤਸ਼ਾਹ ਵਾਲਾ ਵੀ ਲੜੀਵਾਰ ਜਿਹੜਾ ਲਿਖਵਾਇਆ ਭਾਈ ਗੁਰਦਾਸ ਜੀ ਤੋਂ, ਔਰ 10ਵੇਂ ਪਾਤਸ਼ਾਹ ਜੀ ਨੇ ਜੋ ਭਾਈ ਮਨੀ ਸਿੰਘ ਤੋਂ ਲਿਖਵਾ, ਉਹ ਵੀ ਲੜੀਵਾਰ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ 4 ਸਰੂਪ ਲਿਖੇ ਲੜੀਵਾਰ। ਲੜੀਵਾਰ ਹੀ ਪੋਥੀਆਂ, ਮਤਲਬ ਕਿ ਮਰਿਆਦਾ ਪਰੰਪਰਾਵਾ ਲੜੀਵਾਰ ਦੀ ਹੈ ਸਭ ਸਿੱਖ ਪੰਥ ਦੇ ਵਿੱਚ। ਪਰ ਸਾਧ ਸੰਗਤ ਜੀ ਕੀ ਹੋਇਆ ਕਿ ਪਦਛੇਦ ਕਰਤੇ ਸਰੂਪ। ਪਦਛੇਦ ਭਾਵ ਕਿ ਪਦਛੇਦ ਕਰ ਦਿੱਤੇ, ਲੜੀਵਾਰ ਨਹੀਂ ਰਹਿਣ ਦਿੱਤੇ। ਹੁਣ ਲੜੀਵਾਰ ਸਰੂਪ ਤੋਂ ਬਾਣੀ ਪੜ੍ਹਨੀ ਹੈ ਟਕਸਾਲ ਦੇ ਵਿੱਚ। ਤਾਂ ਹੀ ਦਮਦਮੀ ਟਕਸਾਲ ਵਿੱਚ ਕਿਉਂ ਆਖਿਆ ਮਹਾਰਾਜ ਨੇ ਘੜੀਆ ਸ਼ਬਦ ਸੱਚੀ ਟਕਸਾਲ। ਦਮਦਮੀ ਟਕਸਾਲ ਕਿਉਂ ਆਖਿਆ?
ਉਹਦੇ 'ਚ ਮਨ ਘੜ ਦਿੱਤਾ ਜਾਂਦਾ, ਸ਼ਬਦ ਨਾਲ ਸ਼ੁੱਧ ਕਰ ਦਿੱਤਾ ਜਾਂਦਾ ਮਨ। ਕਿਵੇਂ? ਲੜੀਵਾਰ ਸਰੂਪ ਤੋਂ ਕੋਈ ਹੁਕਮਨਾਮਾ ਵੀ ਨਹੀਂ ਲੈ ਸਕਦਾ। ਬਾਣੀ ਪੜ੍ਹਨੀ ਦੀ ਗੱਲ ਛੱਡੋ ਸਾਧ ਸੰਗਤ ਜੀ, ਉੱਥੇ ਫਿਰ ਲੜੀਵਾਰ ਭਾਗ ਪ੍ਰਕਾਸ਼ ਕਰਕੇ ਪੜ੍ਹਾਏ ਜਾਂਦੇ ਹੈ। ਬੜੀ ਮਿਹਨਤ ਲੱਗਦੀ ਹੈ। ਹੁਣ ਇੰਨੀ ਮਿਹਨਤ ਕਰਨ ਵਾਲਾ ਕਿਸੇ ਮੁਕਾਮ 'ਤੇ ਹੀ ਪਹੁੰਚੇਗਾ ਨਾ ਸਾਧ ਸੰਗਤ ਜੀ, ਉਹਦਾ ਵੱਖਰਾ ਸਤਿਕਾਰ ਹੈ, ਉਹਦਾ ਵੱਖਰਾ ਸਾਧ ਸੰਗਤ ਜੀ ਗੁਣਾਂ ਦਾ ਹੀ ਸਤਿਕਾਰ ਹੈ ਅਸਲ ਦੇ ਵਿੱਚ। ਸਾਧ ਸੰਗਤ ਜੀ ਕੋਈ ਇਹ ਨਹੀਂ ਹੋਏ, ਹੁਣ ਦੇਖੋ ਮੈਂ ਮੇਰੀ ਅਵਸਥਾ 'ਤੇ ਚਲੇ ਨੌਜਵਾਨ ਹੈ ਭਾਵੇਂ, ਅਤੇ ਚਾਹੇ ਮੈਂ ਬੁੱਢਾ ਹੋਵਾਂ, ਗੱਲ ਇੱਥੇ ਨੌਜਵਾਨ ਜਾਂ ਬੁੱਢੇ ਦੀ ਨਹੀਂ ਹੈ, ਗੱਲ ਇੱਥੇ ਗੁਣਾਂ ਦੀ ਹੈ। ਗੁਰਮਤ ਵਿੱਚ ਵੀ ਐਸਾ ਹੈ, ਜੇ ਗੁਰਤਾ ਗੱਦੀ 5 ਸਾਲਾਂ ਦੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲ ਗਈ ਤਾਂ ਉੱਥੇ 72 ਸਾਲਾਂ ਦੀ ਉਮਰ ਵਿੱਚ ਗੁਰੂ ਅਮਰਦਾਸ ਪਿਤਾ ਨੂੰ ਵੀ ਮਿਲੀ ਹੈ। ਗੱਲ ਉਮਰਾਂ ਦੀ ਨਹੀਂ ਹੈ ਇੱਥੇ, ਗੱਲ ਗੁਣਾਂ ਦੀ ਹੈ। ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਗੁਣ ਨੇ, ਜਿਨ੍ਹਾਂ ਨੇ ਗੁਣ ਧਾਰਨ ਕੀਤੇ ਹੈ, ਜਿਨ੍ਹਾਂ ਦੇ ਅੰਦਰ ਨਾਮ ਗਿਆਨ ਦਾ ਗੁਣ ਹੈ, ਗੁਣਾਂ ਕਰਕੇ ਹੁਣ ਵਾਹਿਗੁਰੂ ਵੀ ਇਦਾਂ ਹੀ ਹੈ, ਪਰਮੇਸ਼ਰ ਵੀ ਇਦਾਂ ਹੀ ਕਰਦਾ ਆ। ਉਹ ਗੁਣ ਵੇਖਦਾ ਆ, ਬੱਚਾ ਨਹੀਂ ਵੇਖਦਾ, ਬੁੱਢਾ ਨਹੀਂ ਵੇਖਦਾ। ਉਹ ਬੱਚਾ ਵੇਖਣਾ ਹੁੰਦਾ ਧਰੂ ਜੀ ਨੂੰ ਕਿਉਂ ਮਿਲਦੇ ਮਹਾਰਾਜ, ਭਗਤ ਪ੍ਰਹਿਲਾਦ ਜੀ ਨੂੰ ਕਿਉਂ ਮਿਲਦੇ ਗੁਰੂ ਸਾਹਿਬ? ਨਹੀਂ ਭਾਈ, ਭਗਤ ਕਬੀਰ ਜੀ 7 ਸਾਲਾਂ ਦੇ ਬ੍ਰਹਮ ਗਿਆਨੀ ਹੋ ਗਏ। ਕਿਉਂ? ਬ੍ਰਹਮ ਗਿਆਨ ਹੁੰਦਾ ਮਹਾਰਾਜ ਨੇ। ਉਮਰਾਂ ਦੀ ਪਰਖ ਨਹੀਂ, ਇੱਥੇ ਗੁਣਾਂ ਦੀ ਪਰਖ ਹੈ। ਫਿਰ ਲੜੀਵਾਰ ਸਰੂਪ ਤੋਂ ਸਾਧ ਸੰਗਤ ਜੀ ਪੜ੍ਹਾਇਆ ਜਾਂਦੀ ਹੈ, ਬਾਣੀ ਪੜ੍ਹਾਈ ਜਾਂਦੀ ਹੈ। ਤੇ ਫਿਰ ਕਿਤੇ ਜਾ ਕੇ ਉਹ ਬੈਠਦਾ ਮਹਾਰਾਜ ਤੇ ਸੰਥਿਆ ਕਰਕੇ ਗੁਰਬਾਣੀ ਪੜ੍ਹਦਾ। ਉਹ ਰਸ ਜਦੋਂ ਆਉਂਦਾ ਨਾ, ਉਹ ਫਿਰ ਕਹਿਣ ਕਥਨ ਕਰਨ ਤੋਂ ਪਰੇ ਹੈ। ਤਾਂ ਕਰਕੇ ਸਤਿਗੁਰਾਂ ਜੀ ਨੇ ਆਖਿਆ 52 ਹੁਕਮਾਂ 'ਚ ਕਿ ਰਹਿਤਵਾਨ ਗੁਰਸਿੱਖਾਂ ਦੀ ਸੰਗਤ ਕਰਨੀ ਹੈ। ਜਿਹੜੇ ਰਹਿਤਵਾਨ ਨੇ, ਪਰ ਕਿੱਥੇ? ਅਸੀਂ ਸੰਗਤ ਤੇ ਮੋਬਾਈਲਾਂ ਦੀ ਕਰਦੇ ਹਾਂ, ਧੀਆਂ ਪੁੱਤਰਾਂ ਪਰਿਵਾਰ ਦੀ ਵੀ ਕਰਦੇ ਹਾਂ। ਸਾਧ ਸੰਗਤ ਜੀ ਟੀਵੀਆਂ ਦੀ ਸੰਗਤ ਕੀਤੀ ਹੈ, ਅਸੀਂ ਸੀਰੀਅਲ ਵੇਖਦੇ ਹਾਂ, ਫਿਲਮਾਂ ਵੇਖਦੇ, ਉਹਦੀ ਸੰਗਤ ਕੀਤੀ ਹੈ ਅਸੀਂ। ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਕੀਤੀ। ਹਾਂ ਕਰਾਂਗੇ ਤੇ ਭਲਾ ਹੋ ਜਾਊਗਾ ਨਾ, ਸੁੱਖ ਵਰਤ ਜਾਊਗਾ, ਉਹ ਤੇ ਅਸੀਂ ਕਰਨਾ ਨਹੀਂ ਹੈ। ਇਸ ਕਰਕੇ ਸ਼ੁੱਧ ਉਚਾਰਨ ਪੀਰਤਨ ਬਹੁਤ ਪਾਠ ਨੇ ਸਾਧ ਸੰਗਤ ਜੀ, ਜਿਹੜੇ ਸ਼ੁੱਧ ਕੀਤੇ ਜਾਂਦੇ ਨੇ, ਇਸੇ ਤਰ੍ਹਾਂ ਕੀਤੇ ਜਾਂਦੇ ਆ। ਇਸ ਕਰਕੇ ਗੁਰਮੁਖੋ ਸੰਥਿਆ ਕਰਕੇ ਹੀ ਪਤਾ ਲੱਗਦਾ ਆ। ਤਾਂ ਹੀ ਮਹਾਰਾਜ ਨੇ ਦਮਦਮੀ ਟਕਸਾਲ ਸਾਜੀ ਹੈ ਕਲਗੀਧਰ ਪਾਤਸ਼ਾਹ ਨੇ। ਕਿਤੇ ਕੋਈ ਮਾੜੀ ਮੋਟੀ ਗੱਲ ਹੈ? ਦਮਦਮਾ ਸਾਹਿਬ ਤੋਂ ਚਲਾਈਏ। ਟਕਸਾਲ ਦਾ ਭਾਵ ਹੁੰਦਾ ਜਿੱਥੇ ਸਿੱਕੇ ਘੜੇ ਜਾਂਦੇ ਹੋਣ, ਉਹਨੂੰ ਟਕਸਾਲ ਕਹਿੰਦੇ ਨੇ। ਮਹਾਰਾਜ ਨੇ ਟਕਸਾਲ ਤੋਰੀ ਅਰਥਾਂ ਦੀ, ਸ਼ੁੱਧ ਸੰਥਿਆ ਦੀ ਟਕਸਾਲ ਤੋਰੀ, ਤਾਂ ਦਮਦਮਾ ਸਾਹਿਬ ਤੋਂ ਚੱਲੀ ਹੋਣ ਕਰਕੇ ਇਹਨੂੰ ਦਮਦਮੀ ਕਹਿੰਦੇ ਹੈ। ਅਸਲ ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲੀ ਹੋਣ ਕਰਕੇ ਇਹਨੂੰ ਦਮਦਮੀ ਟਕਸਾਲ ਕਹਿਣ ਲੱਗ ਗਏ ਸਾਧ ਸੰਗਤ ਜੀ। ਇਸੇ ਕਰਕੇ ਤੇ ਮਹਾਰਾਜ ਦਾ ਇਹ ਬਚਨ ਇਸ ਤਰ੍ਹਾਂ ਹੈ, ਸ਼ੁੱਧ ਉਚਾਰਨ ਕਬੀਰ ਹਰ ਦੀ ਪੀਰਤਨ ਹਰੈ। ਹਾਂਜੀ ਪੜ੍ਹ ਦਿਓ ਜੀ। ਕਬੀਰ ਹਰ ਦੀ ਪੀਰਤਨ ਹਰੈ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਦੇ ਮਨ ਹਲਦੀ ਦੀ ਨਹੀਂ ਆਈ ਸਾਧ ਸੰਗਤ ਜੀ ਪੀਲੇ ਹੋ ਚੁੱਕੇ ਸੀ ਅਲਪਗਤਾ ਕਰਕੇ। ਚੂਨਾ ਚਹਿਨ ਨਾ ਰਹਾਏ। ਚੂਨੇ ਵਰਗੇ ਚਿੱਟੇ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਗੁਣ ਸੀ, ਉਹ ਗੁਣਾਂ ਦਾ ਮਾਣ ਵੀ ਨਹੀਂ ਰਹਿ ਗਿਆ, ਨਾ ਰਹਾਏ, ਰਹਿ ਨਹੀਂ ਗਿਆ। ਅੱਛਾ ਪੀਲਾਪਣ ਵੀ ਚਲਿਆ ਗਿਆ, ਤੇ ਗੁਣਾਂ ਦਾ ਜਿਹੜਾ ਮਾਣ ਕਰਦਾ ਸੀ ਨਾ, ਉਹ ਵੀ ਮਹਾਰਾਜ ਕਹਿੰਦੇ ਚਲਿਆ ਗਿਆ। ਬਲਿਹਾਰੀ ਇਹ ਪ੍ਰੀਤ ਕੋ। ਜਿਨ੍ਹਾਂ ਨੇ ਇਹ ਪ੍ਰੀਤੀ ਕੀਤੀ ਹੈ ਭਾਈ, ਫਿਰ ਪੜ੍ਹ ਦਿਓ ਪੰਕਤੀ। ਕਬੀਰ ਹਰ ਦੀ ਪੀਰਤਨ ਹਰੈ। ਮਹਾਰਾਜ ਕਹਿੰਦੇ ਭਾਈ, ਇਹ ਜਿਹੜਾ ਜੀਵ ਹੈ ਨਾ, ਇਹ ਹਲਦੀ ਵਾਂਗ ਪੀਲਾ ਹੋਇਆ ਪਿਆ, ਇਸ ਕਰਕੇ ਵਾਹਿਗੁਰੂ ਦੇ ਨੇੜੇ ਨਹੀਂ ਜਾ ਸਕਦਾ। ਹਾਂਜੀ ਹੁਣ ਫਿਰ ਪੜ੍ਹ ਦਿਓ ਜੀ। ਕਬੀਰ ਹਰ ਦੀ ਪੀਰਤਨ ਹਰੈ। ਹਰਦੀ ਵਾਂਗ ਮਨ ਪੀਲਾ ਖੋਟਾ ਹੋ ਗਿਆ, ਇਸ ਕਰਕੇ ਵਾਹਿਗੁਰੂ ਦੇ ਨੇੜੇ ਨਹੀਂ ਜਾ ਸਕਦਾ। ਇਹ ਹੁਣ ਅਲੱਗ ਮੈਟਰ ਹੈ। ਅੱਗੇ ਹੁਣ ਦੱਸਦੇ ਹਨ, ਚੂਨ ਚਹਿਨ ਨਾ ਰਹਾਏ। ਹੁਣ ਇੱਥੇ ਗੁਰੂ ਦੀ ਗੱਲ ਆਉਂਦੀ ਏ। ਉਹ ਤਾਂ ਪੀਲਾ ਹੈ ਨਾ, ਪਾਪਾਂ ਕਰਕੇ ਪੀਲਾ ਹੋ ਚੁੱਕਾ, ਤੇ ਜੇ ਗੁਰੂ ਕਿਰਪਾ ਨਾ ਕਰੇ, ਜੇ ਸਤਿਗੁਰੂ ਆਖਣ ਮੈਂ ਤਾਂ ਸਰਬੱਗ, ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਸਤਿਗੁਰੂ ਹੈ ਨਹੀਂ ਹੈ ਭਾਵੇਂ, ਪਰ ਮਹਾਰਾਜ ਇੱਥੇ ਬਚਨ ਉਚਾਰਨ ਕਰ ਰਹੇ ਹੈ। ਮਹਾਰਾਜ ਕਹਿੰਦੇ ਜੇ ਕੋਈ ਵਿਦਿਆ ਦੇਣ ਵਾਲਾ ਗੁਰੂ ਆਖੇ ਮੈਂ ਉੱਚੀ ਕੁੱਲ ਜਾਤ ਦਾ ਹਾਂ,
ਮੈਂ ਇਹ ਨੀਵੇਂ ਖੋਟੇ ਪੁਰਖ ਨੂੰ ਵਿਦਿਆ ਨਹੀਂ ਦੇਵਾਂਗਾ। ਮਹਾਰਾਜ ਕਹਿੰਦੇ ਇਹ ਨਹੀਂ ਹੋ ਸਕਦਾ। ਇਸ ਕਰਕੇ ਉਹ ਜਿਹੜਾ ਜੀਵ ਹੈ ਨਾ, ਇਹ ਜਿਹੜਾ ਜੀਵ ਭਾਈ ਆਪਣੀ ਅਲਪਗਤਾ ਛੱਡੇ ਤੇ ਗੁਰੂ ਆਪਣੀ ਸਰਬੱਗਤਾ ਛੱਡੇ। ਜਦੋਂ ਗੁਰੂ ਆਪਣੀ ਸਰਬੱਗਤਾ ਛੱਡ ਦੇਵੇਗਾ ਔਰ ਜੀਵ ਆਪਣਾ ਅਲਪਗਪੁਣਾ ਛੱਡ ਦੇਵੇਗਾ, ਬਲਿਹਾਰੀ ਇਹ ਪ੍ਰੀਤ ਕੋ, ਉਦੋਂ ਇਹ ਜਿਹੜੀ ਪ੍ਰੀਤ ਹੋਵੇਗੀ ਨਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਭਾਈ ਭਾਵੇਂ ਕਿ ਪਾਪੀ ਜਾਣ ਕੇ ਆਪਣੇ ਗਲੇ ਨਾਲ ਲਾਉਣ, ਜਦੋਂ ਲਾ ਲੈਣਗੇ ਇਉਂ ਆਪਣੀ ਸਰਬੱਗਤਾ ਛੱਡ ਦੇਣਗੇ ਤੇ ਜੀਵ ਵੀ ਅਲਪਗਪੁਣਾ ਛੱਡ ਦੇਵੇਗਾ। ਉਦੋਂ ਭਾਈ ਇਹ ਜਿਹੜੀ ਸੱਚੀ ਪ੍ਰੀਤ ਹੋਵੇਗੀ, ਕਹਿੰਦੇ ਬਲਿਹਾਰ ਜਾਣੇ ਹਾਂ ਜਿਹ ਜਾਤ ਵਰਨ ਕੁਲ ਜਾਏ। ਮਹਾਰਾਜ ਕਹਿੰਦੇ ਜਿਹ ਜਾਤ ਵਰਨ ਕੁਲ ਜਾਏ, ਜਿਨ੍ਹਾਂ ਦੇ ਅੰਦਰ ਜਾਤ ਦਾ, ਵਰਨ ਦਾ, ਕੁਲ ਦਾ ਅਭਿਮਾਨ ਚਲਿਆ ਗਿਆ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕੁਲ ਜਾਤ ਦਾ ਸੱਚ ਬਾਤ ਹੈ। ਧੰਨ ਗੁਰੂ ਨਾਨਕ ਦੇ ਪਿਤਾ ਬੇਦੀ ਹੈ ਤੇ ਭਾਈ ਮਰਦਾਨਾ ਜੀ ਮਰਾਸੀ ਹੈ, ਨੀਵੀਂ ਜਾਤ ਦੇ ਹੈ। ਪਰ ਇਹ ਬਚਨ ਉਹਨਾਂ ਤੇ ਢੁਕਦਾ ਪੂਰਾ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਖੱਤਰੀ ਹੈ, ਸੂਰਜਵੰਸ਼ੀ ਕੁਲ ਹੈ ਮਹਾਰਾਜ ਦੀ। ਸਾਧ ਸੰਗਤ ਜੀ, ਉਥੇ ਸਤਿਗੁਰੂ ਮਹਾਰਾਜ ਦੇ ਪੰਜ ਪਿਆਰਿਆਂ ਚੋਂ ਭਾਈ ਸਾਹਿਬ ਭਾਈ ਦਇਆ ਸਿੰਘ ਹੀ ਖੱਤਰੀ ਹੈ। ਭਾਈ ਧਰਮ ਸਿੰਘ ਜੀ ਜੱਟ ਸਿੱਖ ਨੇ। ਸਾਧ ਸੰਗਤ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਭਾਈ ਮੋਹਕਮ ਸਿੰਘ ਸਾਹਿਬ ਜੀ, ਭਾਈ ਸਾਹਿਬ ਭਾਈ ਸਾਹਿਬ ਸਿੰਘ ਸਾਹਿਬ ਜੀ, ਭਾਈ ਇਹ ਝੁਰ ਜਾਤੀ ਵਿੱਚੋਂ ਹੈ, ਨਾਈ ਜਾਤੀ ਵਿੱਚੋਂ ਹੈ, ਸ਼ੀਂਬੇ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਨੀਵੇਂ ਹੈ, ਮਹਾਰਾਜ ਕਹਿੰਦੇ ਕੱਢ ਦਿੱਤਾ ਸਾਰਾ ਕੁਝ, ਹੁਣ ਮੇਰੇ ਪਿਆਰੇ ਹੈ। ਤਾਂ ਹੀ ਪੰਜਾਂ ਦਾ ਵਚਨ ਮੰਨ ਕੇ ਚਮਕੌਰ ਦੀ ਗੜੀ ਛੱਡੀ ਮਹਾਰਾਜ ਨੇ। ਉਹ ਗੁਰੂ ਹੋਵੇ ਤਿੰਨਾਂ ਲੋਕਾਂ ਦਾ ਮਾਲਕ, ਇੱਕ ਪੰਜਾਂ ਜਣਿਆਂ ਦਾ ਵਚਨ ਮੰਨੇ। ਕੋਈ ਸਾਧ ਸੰਗਤ ਜੀ, ਇਹ ਕਿਵੇਂ ਹੋ ਸਕਦਾ ਆ? ਪਰ ਕਹਿੰਦੇ ਨਹੀਂ, ਸਿੱਖ ਪੰਚਨ ਮੈਂ ਮੇਰੋ ਵਾਸਾ, ਇਹ ਪੰਜ ਮੇਰਾ ਰੂਪ ਨੇ ਰੂਪ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਮਹਾਰਾਜ ਕਹਿੰਦੇ ਅੱਜ ਵਿਸਾਖੀ ਤੇ ਪੰਜਾਂ ਨੂੰ ਸਾਜਿਆ, ਇਹ ਹੁਣ ਦਇਆ ਰਾਮ ਨਹੀਂ ਰਿਹਾ, ਇਹ ਦਇਆ ਸਿੰਘ ਹੋ ਗਿਆ। ਇਹ ਧਰਮ ਦਾਸ ਨਹੀਂ ਰਿਹਾ, ਇਹ ਭਾਈ ਸਾਹਿਬ ਭਾਈ ਧਰਮ ਸਿੰਘ ਹੋ ਗਿਆ। ਮਹਾਰਾਜ ਕਹਿੰਦੇ ਇਹ ਮੇਰਾ ਰੂਪ ਹੋ ਗਿਆ ਤੇ ਮੈਂ ਕੀ ਹਾਂ? ਮੈਂ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ। ਇਹ ਪਰਮੇਸ਼ਰ ਸਰੂਪ ਹੋ ਚੁੱਕੇ ਹੈ। ਇਹ ਹੁਣ ਜੱਟ ਨਹੀਂ ਰਿਹਾ, ਇਹ ਸ਼ੀਬਾ ਨਹੀਂ ਰਿਹਾ, ਇਹ ਖੱਤਰੀ ਨਹੀਂ ਰਿਹਾ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਨਾਈ ਨਹੀਂ ਰਿਹਾ ਇਹ ਭਗਤ ਸਾਹਿਬ। ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਸਾਹਿਬ ਸਿੰਘ ਜੀ ਨਾਈ ਸਨ, ਇਹ ਨਾਈ ਨਹੀਂ ਰਿਹਾ। ਕਹਿੰਦੇ ਇਹ ਹੁਣ ਮੇਰਾ ਰੂਪ ਹੋ ਗਿਆ, ਕਿਉਂਕਿ ਮੈਂ ਸਾਜਿਆ ਇਹਨਾਂ ਨੂੰ, ਮੈਂ ਬਣਾਇਆ ਹੈ। ਯਾਦ ਰੱਖਿਓ, ਇਹ ਹੁਣ ਚਲੋ ਸਮਾਪਤੀ ਦਾ ਸਮਾਂ ਹੈ। ਗੁਰੂ ਸਾਹਿਬ ਨੇ ਸੀਸ ਕਿਉਂ ਕੱਟੇ? ਕਿਉਂ ਕੱਟੇ ਸੀਸ? ਕਿਉਂ ਵੱਡੇ ਸੀਸ? ਸਾਧ ਸੰਗਤ ਜੀ, ਮਾਰਿਆ ਮਹਾਰਾਜ ਨੇ ਉਹਨਾਂ ਨੂੰ, ਮਾਰ ਕੇ ਦੁਬਾਰਾ ਜਿੰਦਾ ਕੀਤਾ ਆ, ਦੁਬਾਰਾ ਜਨਮ ਦਿੱਤਾ। ਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਸਿਆਣੇ ਬੈਠੇ ਹੋ, ਜਦੋਂ ਕੋਈ ਮਰ ਜਾਵੇ ਉਹਦਾ ਸਾਰਾ ਕੁਝ ਨਾਸ਼ ਹੋ ਜਾਂਦਾ ਨਾ, ਸਾਰਾ ਕੁਝ ਹੀ ਨਾਸ਼ ਹੁੰਦਾ ਨਾ ਜਦੋਂ ਮਰ ਗਿਆ ਕੋਈ। ਸਰੀਰ ਵੀ ਉਹਦੇ ਕਰਮ ਧਰਮ ਵੀ ਨਾਸ਼ ਹੋ ਗਏ, ਲਿਖ ਨਾਸ਼ ਹੋ ਗਿਆ ਨਾ, ਸਾਰਾ ਕੁਝ ਸੰਬੰਧ ਟੁੱਟ ਗਿਆ ਨਾ, ਦੁਨੀਆ ਨਾਲੋਂ ਟੁੱਟ ਜਾਂਦਾ ਨਾ ਸੰਬੰਧ। ਮਹਾਰਾਜ ਨੇ ਸਾਧ ਸੰਗਤ ਜੀ ਸਿੱਖੀ ਦੀ ਪਰਖ ਤਾਂ ਕੀਤੀ ਹੈ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਕੁੱਲ ਜਾਤ ਵਰਨ ਕਰਮ ਧਰਮ ਵੱਢ ਦਿੱਤੇ ਤਲਵਾਰ ਦੇ ਨਾਲ। ਤੇ ਜਦੋਂ ਮਾਰਿਆ ਨਾ, ਮਹਾਰਾਜ ਨੇ ਮਾਰ ਦਿੱਤਾ ਦੁਨੀਆ ਵੱਲੋਂ, ਤੇ ਫਿਰ ਆਪ ਜਿਉਂਦੇ ਕੀਤਾ। ਆਪ ਕਿਸੇ ਦਾ ਸੀਸ ਕਿਸੇ ਧੜ ਨਾਲ ਲਾ ਕੇ ਇੱਕ ਕਰ ਦਿੱਤਾ ਮਹਾਰਾਜ ਨੇ। ਤਾਂ ਕਰਕੇ ਮੇਰੇ ਧੰਨ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਪਿਤਾ ਜੀ ਗੁਰੂਦੇਵ ਕਹਿੰਦੇ ਮਿਰਤਕ ਕੋ ਪਾਇਓ ਤਾਂ ਸਾਸਾ ਬਿਰਸ਼ਤ ਆਣ ਮਲਾਇਆ। ਗੁਰੂ ਹੈ ਜਿਹੜਾ ਪ੍ਰਭ ਭਾਵੈ ਬਿਨ ਸਾਸ ਤੇ ਰਾਖੇ ਹੈ। ਗੁਰਮੁਖੋ, ਇਹ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਹੈ, ਬਹੁਤ ਵੱਡੀ ਕਿਰਪਾ ਕੀਤੀ। ਤੇ ਉਹ ਪੰਜਾਂ ਨੂੰ ਆਖਿਆ ਤੁਸੀਂ ਮੇਰੇ ਸਤਿਗੁਰੂ ਹੋ। ਤਾਂ ਹੀ ਤੇ ਬੁੱਕ ਮਹਾਰਾਜ ਨੇ ਆਖਿਆ, ਖੋਲ ਕੇ ਆਖਿਆ, ਮੈਨੂੰ ਵੀ ਅੰਮ੍ਰਿਤ ਦੇ ਦੇ ਭਾਈ ਦਇਆ ਸਿੰਘ ਸਾਹਿਬ ਜੀ, ਤੂੰ ਮੇਰਾ ਪਿਆਰਾ ਹੈ, ਤੂੰ ਜੋ ਆਖੇਂਗਾ ਨਾ ਮੈਂ ਉਹ ਕਰਾਂਗਾ। ਗੁਰੂ ਕਲਗੀਧਰ ਜੀ ਨਾਲ ਪਿਆਰ ਕਰਦੇ ਸਨ ਭਾਈ ਸਾਹਿਬ ਦਇਆ ਸਿੰਘ ਸਾਹਿਬ ਨੂੰ। ਇਸ ਕਰਕੇ ਗੁਰਮੁਖੋ, ਭਗਤ ਕਬੀਰ ਜੀ ਇਹ ਵਚਨ ਕਰ ਰਹੇ ਨੇ, ਵੇਖੋ, ਜੀਵ ਆਪਣੀ ਅਲਪਗਤਾ ਛੱਡੇ, ਅਲਪਗਤਾ ਛੱਡ ਦੇਵੇ। ਸਾਧ ਸੰਗਤ ਜੀ, ਇਹ ਜਿਹੜਾ ਜੀਵ ਹੈ ਨਾ, ਹੈ ਤਾਂ ਅਲਪਾਗੀ ਹੈ, ਪਰ ਆਖੇ ਮਹਾਰਾਜ ਮੈਂ ਤੇ ਅਲਪਾਗੀ ਹਾਂ ਸੱਚੇ ਪਾਤਸ਼ਾਹ। ਔਰ ਗੁਰੂ ਆਪਣੀ ਸਰਬਗਤਾ ਛੱਡੇ ਕਿ ਮੈਂ ਕੁੱਲ ਜਾਤੀ ਉੱਚੀ ਆ ਮੇਰੀ, ਮੈਂ ਤੇ ਨੀਵਿਆਂ ਨੂੰ ਉਪਦੇਸ਼ ਹੀ ਨਹੀਂ ਦੇਣਾ। ਮਹਾਰਾਜ ਨੇ ਰੱਖਿਆ ਹੀ ਨੀਵਿਆਂ ਨੂੰ ਹੈ।
ਨੀਵਿਆਂ ਨੂੰ ਰੱਖਿਆ, ਖੱਤਰੀਆਂ ਨੂੰ ਨਹੀਂ ਰੱਖਿਆ, ਨਾ ਬ੍ਰਾਹਮਣਾਂ ਨੂੰ ਰੱਖਿਆ ਸ਼ੂਦਰਾਂ ਵੈਸ਼ਾਂ ਨੂੰ ਹੀ ਰੱਖਿਆ, ਜਿਹਨਾਂ ਨੂੰ ਲੋਕ ਨੀਵੇਂ ਕਹਿੰਦੇ ਸਨ। ਸੱਚੇ ਪਾਤਸ਼ਾਹ ਨੇ ਉੱਥੇ ਕੋਈ ਵਿਤਕਰਾ ਨਹੀਂ ਕੀਤਾ। ਮਹਾਰਾਜ ਕਹਿੰਦੇ ਚੂਣ ਚਹਿਣ ਨਾ ਰਹਾਏ, ਜਦੋਂ ਨਹੀਂ ਰਹੂਗਾ ਬਲਹਾਰੀ ਇਹ ਪ੍ਰੀਤ ਕੋ, ਇਹ ਪ੍ਰੀਤੀ ਤੋਂ ਬਲਹਾਰ, ਕਲਗੀਆਂ ਵਾਲੇ ਸਤਿਗੁਰੂ ਤੋਂ ਬਲਹਾਰ ਜਾਣੇ ਆ। ਜਿਨ੍ਹਾਂ ਗੁਰੂ ਸਾਹਿਬਾਂ ਨੇ ਕਿਸੇ ਸਿੱਖ ਨਾਲ ਵਿਤਕਰਾ ਨਹੀਂ ਕੀਤਾ, ਮਨ ਵੇਖਿਆ ਮਨ, ਕਿਉਂਕਿ ਵਿਤਕਰਾ ਕਰਨਗੇ ਤਾਂ ਜਦੋਂ ਇੱਥੇ ਕੋਈ ਸੱਚ ਹੋਵੇ। ਇਹ ਜੇ ਕੁੱਲ ਜਾਤ ਵਰਨ ਹੈ, ਇਹ ਸੱਚ ਨਹੀਂ ਹੈ, ਝੂਠ ਹੈ। ਇਹ ਮਨੂ ਸਿਮਰਤੀ ਦੀ ਕਾਢ ਹੈ, ਅਕਾਲ ਪੁਰਖ ਦੀ ਕਾਢ ਨਹੀਂ ਹੈ। ਜੇ ਅਕਾਲ ਪੁਰਖ ਦੀ ਕਾਢ ਹੁੰਦੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੁੰਦਾ ਸਾਰਾ ਕੁਝ, ਜੋ ਹੈ ਹੀ ਨਹੀਂ ਲਿਖਿਆ। ਇਹ ਕਿੱਥੋਂ ਮੰਨ ਲਈਏ ਅਸੀਂ ਸਾਧ ਸੰਗਤ ਜੀ, ਕਿੱਥੋਂ ਮੰਨੀ ਜਦੋਂ ਲਿਖਿਆ ਹੀ ਨਹੀਂ ਹੈ। ਸਾਰਾ ਕੁਝ ਲਿਖਿਆ ਗੁਰਬਾਣੀ 'ਚ, ਬਸ ਆਹ ਨਹੀਂ ਲਿਖਿਆ। ਤੇ ਜੇ ਲਿਖਿਆ ਇਹ ਲਿਖਿਆ ਕਿ ਮਹਾਰਾਜ ਕਹਿੰਦੇ ਕਿ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵਨ ਹੋਵੇ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਸਾਧ ਸੰਗਤ ਜੀ, ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੋ ਜਿਹੇ ਕੋਈ ਕਰਮ ਕਰਦਾ ਉਹੋ ਜਿਹੀ ਜਾਤ ਬਣ ਜਾਂਦੀ ਹੈ। ਲੋਹੇ ਦਾ ਕੰਮ ਕਰਦਾ ਲੋਹਾਰ ਬਣ ਗਿਆ, ਸਾਧ ਲੱਕੜੀ ਦਾ ਕੰਮ ਕਰਦਾ ਤਰਖਾਣ ਬਣ ਗਿਆ, ਕਿਸਾਨ ਖੇਤੀ ਕਰਦਾ ਕਿਸਾਨ ਕਹਿਣ ਲੱਗ ਗਏ। ਖੱਤਰੀ ਸੀ ਸ਼ਾਸਤਰ ਧਾਰੀ ਸੂਰਮਾ ਸੀ, ਉਹਨੂੰ ਖੱਤਰੀ ਕਹਿ ਦਿੱਤਾ। ਜਿਹਨਾਂ ਕੋਲ ਵਿਦਵਤਾ ਸੀ ਵਿਦਵਾਨ ਸਨ, ਬ੍ਰਾਹਮਣ ਕਹਿ ਦਿੱਤਾ, ਪੰਡਤ ਕਹਿ ਦਿੱਤਾ। ਜਿਹੋ ਜਿਹੇ ਕਰਮ ਸੀ ਇਹੋ ਜਿਹੀ ਜਾਤ ਹੋ ਗਈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਖਾਸ ਕਰਕੇ ਨਹੀਂ ਇਹ ਚੀਜ਼ ਲਿਖੀ ਹੋਈ। ਮਹਾਰਾਜ ਕਹਿੰਦੇ ਨੇ ਉਹ ਜਗਿਆਸੂ ਦੇ ਅੰਦਰ ਭਾਈ ਨੀਵਾਂਪੁਣਾ ਚਲਿਆ ਜਾਵੇ ਜਦੋਂ ਨਾਮ ਜਪ ਕੇ, ਔਰ ਗੁਰੂ ਸਾਹਿਬ ਦੇ ਅੰਦਰ ਜਦੋਂ ਸਾਧ ਸੰਗਤ ਜੀ ਇਹ ਵੀ ਚਲਿਆ ਜਾਵੇ ਕਿ ਮੈਂ ਵੱਡਾ ਹਾਂ, ਮੈਂ ਨੀਵੀਂ ਨੂੰ ਉਪਦੇਸ਼ ਨਹੀਂ ਦੇਣਾ, ਭਾਵੇਂ ਕਿ ਦਿੱਤਾ ਨਹੀਂ ਹੈ, ਪਰ ਗੱਲ ਕਰ ਰਹੇ ਨੇ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਜੇ ਚਲਿਆ ਜਾਏ ਬਲਹਾਰੀ ਇਹ ਪ੍ਰੀਤ ਕੋ, ਇਹ ਪ੍ਰੀਤੀ ਤੋਂ ਬਲਹਾਰ ਜਾਣੇ ਆ। ਜਿਹ ਜਾਤ ਬਰਨ ਕੁੱਲ ਜਾਏ, ਜਿੱਥੇ ਜਾਤ ਬਰਨ ਕੁੱਲ ਚਲੀ ਗਈ ਭਾਈ, ਸੱਚਮੁੱਚ ਹੀ ਚਲੀ ਗਈ। ਗੁਰੂ ਸਾਹਿਬ ਨੇ ਸਤਿਯੁਗ ਵਰਤਾਇਆ ਸੀ। ਗੁਰੂ ਨਾਨਕ ਸਾਹਿਬ ਨੇ ਬੇਦੀਆਂ ਦੇ ਲੜਕੇ ਆਪ ਮਹਾਰਾਜ ਸਾਧ ਸੰਗਤ ਬੇਦੀ ਪਰਿਵਾਰ ਚੋਂ ਬੇਦੀ ਕੁਲ ਚ ਰੱਖਿਆ ਇੱਕ ਮਰਾਸੀ ਡੂਮ, ਨਾਲ ਰੱਖਿਆ ਸਾਧ ਸੰਗਤ ਜੀ ਸੰਧੂ ਗੋਤ ਦਾ ਉਹ ਭਾਈ ਬਾਲਾ, ਆਪ ਬੇਦੀ ਆਪ ਕਿਤੇ ਖੱਤਰੀ ਮਹਾਰਾਜ। ਪਰ ਨਹੀਂ, ਸੱਚੇ ਪਾਤਸ਼ਾਹ ਨੇ ਪ੍ਰੀਤ ਕੀਤੀ ਹੈ, ਪ੍ਰੀਤ ਕਰਨੀ ਸਿਖਾਈ ਹੈ। ਇਹ ਬਚਨ ਮਹਾਰਾਜ ਨੇ ਕੀਤੇ ਹੈ, ਆਪ ਜੀ ਨੇ ਸਰਵਣ ਕੀਤੇ ਹੈ। ਭਾਈ ਭੁੱਲ ਚੁੱਕਦੀ ਖਿਮਾ, ਗੁਰੂਦੇਵ ਦੀ ਕਥਾ ਵਿਚਾਰ ਕਰਦੇ ਹਾਂ, ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਸ ਨੂੰ ਬਖਸ਼ ਲੈਣਗੇ, ਆਪ ਸੰਗਤਾਂ ਨੇ ਬਖਸ਼ ਲੈਣਾ। ਸਾਧ ਸੰਗਤ ਜੀ ਇਸੇ ਤਰ੍ਹਾਂ ਰੋਜ਼ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਤ ਗਿਆਨ ਨਾਲ ਜੁੜ। ਇਹ ਤਤ ਗਿਆਨ ਹੈ ਨਿਚੋੜ ਸਾਧ ਸੰਗਤ ਜੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਾਣੀ 'ਚ ਰੱਖਿਆ ਹੋਇਆ। ਤੇ ਜਦੋਂ ਲੈ ਲਵਾਂਗੇ ਕਿਉਂ ਨਾ ਜੀਵਨ ਬਦਲੇਗਾ। ਬਸ ਨਾ ਸੁਣਿਆ ਤੇ ਨਾ ਸੁਣਾਇਆ, ਸੁਣਿਆ ਵੀ ਨਹੀਂ ਹੈ ਤੇ ਨਾ ਸੁਣਾਇਆ, ਤੇ ਤਾਂ ਪ੍ਰਚਾਰ ਕਿੱਥੋਂ ਹੋਵੇਗਾ। ਗੁਰੂ ਘਰ ਸਕੂਲ ਹੁੰਦੇ ਐ, ਇਹ ਸਕੂਲ ਹੈ ਸਕੂਲ, ਇੱਥੇ ਕੋਈ ਪੜ੍ਹ ਸਕਦਾ। ਇੱਥੇ ਉਮਰ ਦੀ ਲਿਹਾਜ਼ ਨਹੀਂ ਵੇਖੀ ਜਾਂਦੀ ਕਿ ਬੱਚਾ ਹੈ ਕਿ ਬੁੱਢਾ ਹੈ, ਨਹੀਂ ਵੇਖਿਆ ਜਾਊਗਾ। ਅਸੀਂ ਸਕੂਲ ਵਿੱਚ ਸਿੱਖਿਆ, ਇਹ ਸਕੂਲ ਮਹਾਰਾਜ ਨੇ ਬਣਾਏ ਹੈ। ਤਾਂ ਹੀ ਤੇ ਭਾਈ ਗੁਰਦਾਸ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਸਤਿਗੁਰੂ ਦਾ ਬਚਨ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰਨ, ਮਨ ਬਣਾ ਕੇ ਆਓ ਰੋਜ਼ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਥਾ ਸੁਣ ਕੇ, ਭਗਤ ਜੀ ਦੇ ਸ਼ਲੋਕਾਂ ਦੀ ਕਥਾ ਸੁਣ ਕੇ ਆਪਣੇ ਜੀਵਨ ਦੇ ਲਾਹੇ ਪ੍ਰਾਪਤ ਕਰਨੇ। ਭੁੱਲ ਚੁੱਕ ਦੀ ਖਿਮਾ ਸਤਿਗੁਰੂ ਜੀ ਕਥਾ ਕਰਨ, ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਕਰਕੇ ਬਖਸ਼ ਲੈਣ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਹਰ ਦੀ ਪੀਰਤ ਨ ਹਰੈ, ਚੂਨ ਚਿਹਨ ਨਾ ਰਹਾਏ। ਬਲਹਾਰੀ ਇਹ ਪ੍ਰੀਤ ਕੋ, ਜਿਹ ਜਾਤ ਬਰਨ ਕੁਲ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।